ਲੋ ਹੁਣ ਸ਼ੁਰੂ ਕਰਤੀ। हाँ जी, मैं दोबारा दोहरा देना है कि ਇਹਦਾ ਤਰਜਮਾ ਜਿਹੜਾ ਹੈ ਉਹ ਮੈਂ ਘੱਟ ਮਤ ਕੀਤਾ ਹੈ। ਇਹਦਾ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ, ਤੇ ਅਸੀਂ ਵੇਖਣਾ ਇਹ ਹੈ ਕਿ ਇਹ ਮੱਤ ਜਿਹੜੀ ਹੈ, ਜਿਹੜੀ ਆਰਟੀਫਿਸ਼ੀਅਲ ਘੜੀ ਹੋਈ ਮੱਤ ਹੈ, ਇਹ ਕਿਵੇਂ ਘੜੀ ਗਈ ਹੈ ਔਰ ਇਹ ਕਿਵੇਂ ਕਿਵੇਂ ਜਿਹੜੀ ਹੈ ਉਹ ਅਸਰ ਪਾਵੇਗੀ ਸਾਡੀਆਂ ਜ਼ਿੰਦਗੀਆਂ ਦੇ ਉੱਤੇ। ਤੇ ਉਹ ਉਹਦੇ ਤੇ ਗੱਲ ਕਰਨ ਲਈ ਮੈਂ ਇਹ ਕਹਿ ਰਿਹਾ ਸਾਂ ਕਿ ਮੈਂ ਤੁਹਾਨੂੰ ਬਿਲਕੁਲ ਇੱਕ ਬਹੁਤ ਹੀ ਕਰੂਡ ਜਿਹੀ ਮਿਸਾਲ ਦੇਣਾ ਚਾਹੁੰਦਾ ਹਾਂ, ਔਰ ਉਹ ਆਪਣੇ ਪਿੰਡ ਦੀ ਮਿਸਾਲ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਪਿੰਡ ਦੀ ਮਿਸਾਲ ਇਹ ਹੈ ਕਿ 20-30 ਸਾਲ ਪਹਿਲੇ ਜਦੋਂ ਢੱਗਿਆਂ ਨਾਲ ਵਾਹੀ ਹੁੰਦੀ ਸੀ ਤੇ ਅਜੇ ਟਰੈਕਟਰ ਤੇ ਬਾਕੀ ਮਸ਼ੀਨਾਂ ਨਹੀਂ ਸੀ ਆਈਆਂ, ਤੇ ਘਰ ਦਾ ਹਰ ਬੰਦਾ ਯਾਨੀ ਬੁੱਢਾ, ਜਵਾਨ, ਔਰਤਾਂ, ਬੱਚੇ ਸਭ ਜਿਹੜੇ ਨੇ ਉਹ ਕੰਮ ਕਰਦੇ ਸਨ, ਤੇ ਫੇਰ ਵਾਹੀ ਬੀਜੀ ਪੂਰੀ ਹੁੰਦੀ ਸੀ। ਸਾਡੇ ਘਰ ਵਿੱਚ ਤੇ ਨੌਕਰ ਵੀ ਇੱਕ ਨਾਲ ਰੱਖਦੇ ਸਨ, ਇੱਕ ਜਾਂ ਦੋ ਨੌਕਰ ਰੱਖੇ ਜਾਂਦੇ ਸਨ ਜਿਹੜੇ ਕਿ ਆਪਣਾ ਹੱਥ ਪਾਉਂਦੇ ਸਨ। ਅੱਛਾ, ਫਿਰ ਨੌਕਰ ਨਾ ਕਹੋ ਜੀ, ਕਾਮੇ ਕਹੋ, ਕਾਮੇ। ਹਾਂਜੀ, ਕਾਮੇ। ਤੇ ਉਹ ਜਿਹੜਾ ਆਪਣਾ ਜਦੋਂ ਟਰੈਕਟਰ ਆ ਗਿਆ, ਤੇ ਟਰੈਕਟਰ ਤੋਂ ਬਾਅਦ ਉਹ ਜਿੰਨੇ ਵੀ ਬੰਦੇ ਸਨ ਘਰ ਦੇ ਹੁੰਦੇ ਸਨ, ਉਹਨਾਂ ਵਿੱਚੋਂ ਹੁਣ ਕਿਸੇ ਦੀ ਵੀ ਕੋਈ ਲੋੜ ਨਹੀਂ ਹੁੰਦੀ। ਬੇਸਿਕਲੀ ਆਪਣਾ ਕੋਈ ਭਰਾ ਭਤੀਜਾ ਮੇਰਾ ਜਾਂਦਾ ਹੈ ਟਰੈਕਟਰ ਲੈ ਕੇ, ਤੇ ਕੋਈ ਅੱਧੇ ਪੌਣੇ ਘੰਟੇ ਚ ਵਾਹ ਕੇ ਆ ਜਾਂਦਾ ਹੈ। ਅਗਰ ਟੋਟਲ ਉਹਦੀ ਲੇਬਰ ਲਾਓ ਸਾਲ ਦੀ ਉਸ ਬੰਦੇ ਦੀ, ਤੇ ਪਾਰਟ ਟਾਈਮ ਉਹ ਕੰਮ ਕਰਦਾ, ਬਾਕੀ ਸਾਰਾ ਪਿੰਡ ਜਿਹੜਾ ਹੈ ਉਹ ਉਹਦੇ ਕੋਲ ਬੇਸਿਕਲੀ ਕੋਈ ਰੁਜ਼ਗਾਰ ਨਹੀਂ ਹੈਗਾ। ਉਹ ਬੇਰੁਜ਼ਗਾਰ ਨਿਹੱਥਲ ਹੋ ਗਏ ਨੇ। ਉਹ ਬਸ ਇੰਝ ਜਾ ਕੇ ਲੋਕੀ ਘਰ ਦੇ ਕੁਝ ਲੋਕ ਸ਼ਹਿਰ ਚਲੇ ਗਏ ਨੇ, ਉਥੋਂ ਕਮਾ ਕੇ ਭੇਜਦੇ ਨੇ ਤੇ ਉਹ ਖਾਈ ਜਾਂਦੇ ਨੇ, ਤੇ ਬਾਕੀ ਹੋਰ ਉਹਨਾਂ ਦਾ ਕੰਮ ਸ਼ਾਮ ਕੋਈ ਨਹੀਂ ਰਿਹਾ। ਉਹ ਬਾਈ ਬੀਜੀ ਦਾ ਉੱਥੇ ਕੋਈ ਕੰਮ ਸ਼ਾਮ ਨਹੀਂ ਰਿਹਾ। ਅੱਛਾ, ਇਹ ਤੇ ਹਾਲਤ ਹੁਣ ਹੈ, ਇਸ ਵੇਲੇ ਹੈ। ਅੱਛਾ, ਹੁਣ ਮੈਂ ਤੁਹਾਨੂੰ ਇਸ ਤੋਂ ਅੱਗੇ ਲੈ ਕੇ ਜਾਣਾ ਚਾਹੁੰਦਾ। ਮੈਂ ਅੱਗੇ ਇਸ ਤੋਂ ਲੈ ਕੇ ਤੁਹਾਨੂੰ ਜਾਣਾ ਚਾਹੁੰਦਾ, ਤੇ ਮੈਂ ਇਹ ਕਹਿਣਾ ਕਿ ਫਰਜ਼ ਕਰੋ ਹੁਣ ਤੇ ਫੇਰ ਵੀ 50-60 ਬੰਦੇ ਜਿਹੜੇ ਨੇ ਉਹ ਚਾਹੀਦੇ ਨੇ, ਜਿਹੜੇ ਟਰੈਕਟਰ ਨੂੰ ਵਾਹੁੰਦੇ ਨੇ ਤੇ ਮਸ਼ੀਨਾਂ ਨੂੰ ਚਲਾਉਂਦੇ। ਅਨਮਿਊਟ ਕਰੋ। ਅੱਛਾ, ਤੇ ਉਹ ਜਿਹੜੇ ਉਹ ਤੇ ਹੁਣ 50-60-70-100 ਬੰਦਾ ਚਲੋ ਸਮਝ ਲਓ ਕੰਮ ਕਰਦਾ ਹੈ। ਕਪਾਹ ਦੀ ਜਦੋਂ ਆਉਂਦੀ ਹੈ ਫਸਲ, ਤੇ ਉਦੋਂ ਬਹੁਤ ਸਾਰੀਆਂ ਔਰਤਾਂ ਨੂੰ ਕਪਾਹ ਜਾ ਕੇ ਚੁਗਣੀ ਪੈਂਦੀ ਹੈ, ਅਜੇ ਵੀ ਉਹਦੇ 'ਚ ਉਹਨਾਂ ਦਾ ਰੁਜ਼ਗਾਰ ਲੱਗਾ ਹੈ, ਵਗੈਰਾ ਵਗੈਰਾ। ਤੁਸੀਂ ਸਮਝ ਲਓ ਕਿ ਪਿੰਡ ਵਿੱਚੋਂ 200-400 ਬੰਦਾ ਵਕਤਨ ਫਵਕਤਨ ਉਹਨੂੰ ਕੰਮ ਕਰਨਾ ਪੈ ਜਾਂਦਾ ਹੈ। ਵੈਸੇ ਤੇ ਉਹ ਕੰਮ ਜਿਹੜਾ ਉਹ ਕੋਈ 50-60 ਬੰਦਿਆਂ ਦਾ ਟੋਟਲ ਹੈਗਾ ਹੈ। ਅੱਛਾ, ਹੁਣ ਫਰਜ਼ ਕਰੋ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਘੜਮਤ ਦੇ ਨਾਲ, ਫਰਜ਼ ਕਰੋ ਅਸੀਂ ਇਹ ਪ੍ਰੋਗਰਾਮ ਕਰ ਸਕੀਏ ਮਸ਼ੀਨ ਦੇ ਉੱਤੇ ਕਿ ਮਸ਼ੀਨ ਬੀਬੀ ਤੂੰ ਫਲਾਣੇ ਖੇਤ ਵਿੱਚ ਜਾਣਾ, ਉੱਥੇ ਤੂੰ ਇਸ ਤਰ੍ਹਾਂ ਉੱਥੇ ਤੂੰ ਹਲ ਵਾਹੁਣਾ, ਹਲ ਵਾਹ ਕੇ ਤੂੰ ਇਹ ਕਰਨਾ ਹੈ, ਜਦੋਂ ਉਹਦੇ ਵਿੱਚ ਬੀਜ ਖਿਲਾਰਨਾ ਤਾਂ ਤੂੰ ਇੰਜ ਖਿਲਾਰਨਾ, ਵਗੈਰਾ ਵਗੈਰਾ। ਤੇ ਤੁਸੀਂ ਇਹ ਸਮਝ ਲਓ ਕਿ ਜਿਹੜੇ 60 ਬੰਦੇ ਇਸ ਵੇਲੇ ਜਿਹੜੇ ਜਿਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ, ਉਹ 60 ਬੰਦਿਆਂ ਦੀ ਥਾਂ ਵੀ 2 ਬੰਦੇ ਹੋ ਜਾਣਗੇ, ਜਿਹੜੇ ਮਸ਼ੀਨਾਂ ਨੂੰ ਪ੍ਰੋਗਰਾਮ ਕਰਨਗੇ। ਮਸ਼ੀਨਾਂ ਜਾਣਗੀਆਂ, ਜਾ ਕੇ ਵਾਹ ਕੇ ਵਾਪਸ ਆ ਜਾਣਗੀਆਂ, ਆ ਕੇ ਖਲੋ ਜਾਣਗੀਆਂ। ਜੇ ਮਤਲਬ ਇਹ ਉਹ ਟੈਕਨੋਲੋਜੀ ਹੈ ਜਿਹੜੀ ਅਮਰੀਕਾ ਦੇ ਵਿੱਚ ਤੇ ਐਗਰੀਕਲਚਰ ਦੇ ਵਿੱਚ ਵੈਸੇ ਯੂਜ਼ ਹੋ ਹੀ ਰਹੀ ਹੈ। ਤੇ ਆਪਣਾ ਖੁਦਕਾਰ ਜਿਹੜੀਆਂ ਕਾਰਾਂ ਨੇ ਡਰਾਈਵਰਲੈਸ, ਉਹ ਵੀ ਚੱਲ ਹੀ ਰਹੀਆਂ ਨੇ। ਉਹਨਾਂ ਤੇ ਵੀ ਇਹੋ ਹੀ ਹੈ ਕਿ ਬਈ ਤੁਸੀਂ ਪ੍ਰੋਗਰਾਮ ਕਰ ਦਿਓ ਫਲਾਣੇ ਥਾਂ ਜਾਣਾ, ਉਹ ਆਪੇ ਉੱਥੇ ਚੱਲ ਜਾਂਦੀ ਹੈ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਅਗਰ ਉਹ 2-4 ਬੰਦੇ ਜਿਹੜੇ ਪ੍ਰੋਗਰਾਮਿੰਗ ਕਰਦੇ ਨੇ,
ਅਗਰ ਉਹਨਾਂ ਦੇ ਥਾਂ ਵੀ ਰੋਬੋਟ ਆ ਜਾਵੇ ਔਰ ਉਹ ਰੋਬੋਟ ਜਿਹੜਾ ਉਹ ਖੁਦ ਹੀ ਪ੍ਰੋਗਰਾਮਿੰਗ ਸਾਰੀਆਂ ਮਸ਼ੀਨਾਂ ਦੀ ਕਰੇ, ਉਹ ਖੁਦ ਹੀ ਵੈਦਰ ਨੂੰ ਵੇਖੇ ਕਿ ਵੈਦਰ ਕੀ ਹੈ ਅੱਜ, ਅੱਜ ਕਿਹੜਾ ਮੌਸਮ ਹੈ, ਕਿਹੜਾ ਮਹੀਨਾ ਹੈ, ਅੱਜ ਕੱਲ ਕਿਹੜੀ ਫਸਲ ਬੀਜੀ ਜਾਣੀ ਹੈ, ਉਹ ਇਹ ਗੱਲਾਂ ਖੁਦ ਹੀ ਜਿਹੜਾ ਰੋਬੋਟ ਹੈ ਉਹ ਤੈਅ ਕਰਕੇ ਤੇ ਉਹਦੇ ਮੁਤਾਬਕ ਉਹ ਮਸ਼ੀਨਾਂ ਨੂੰ ਪ੍ਰੋਗਰਾਮ ਕਰ ਦੇਵੇ ਤੇ ਜਿਹੜੇ 2000 ਬੰਦੇ ਪਿੰਡ 'ਚ ਜਿਹੜੇ ਰਹਿ ਜਾਣਗੇ ਕੰਮ ਕਰਨ ਵਾਲੇ ਉਹ ਵੀ ਮੁੱਕ ਗਏ। ਸੋ ਲਿਹਾਜ਼ਾ ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਇਹ ਅਗਰ ਇੰਪਲੀਮੈਂਟ ਹੁੰਦੀ ਹੈ ਜਿਵੇਂ ਹੋ ਰਹੀ ਹੈ ਤੇ ਇਹ ਦੇ ਨਾਲ ਇੱਕ ਪੂਰੀ ਦੀ ਪੂਰੀ ਇਨਸਾਨੀ ਖਲਕਤ ਜਿਹੜੀ ਹੈ ਉਹ ਬੇਰੋਜ਼ਗਾਰ ਹੋ ਜਾਏਗੀ। ਮੈਂ ਤੁਹਾਨੂੰ ਇੱਕ ਓਵਰਵਿਊ ਦੇ ਰਿਹਾ ਇਹਦਾ, ਸਿੱਧੀ ਸਿੱਧੀ ਸਿੰਪਲ ਮਿਸਾਲ ਤੋਂ ਪੂਰੀ ਦੀ ਪੂਰੀ ਹੋ ਜਾਏਗੀ। ਹੁਣ ਤੇ ਚਲੋ ਸ਼ਹਿਰ ਜਾ ਕੇ ਤੇ ਕੋਈ ਡਰਾਈਵਰ ਲੱਗ ਜਾਂਦਾ ਹੈ, ਕੋਈ ਹੋਰ ਕੰਮ ਕਰ ਲੈਂਦਾ, ਤੇ ਜੇ ਕਾਰਾਂ ਵੀ ਡਰਾਈਵਰ ਲੈਸ ਆ ਗਈਆਂ ਤੇ ਫਿਰ ਤੇ ਉਹ ਵੀ ਮੁੱਕ ਗਿਆ, ਬਾਕੀ ਕੰਮ ਵੀ ਮੁੱਕ ਗਏ। ਅੱਛਾ, ਹੁਣ ਤੁਸੀਂ ਮੈਨੂੰ ਜਿਹੜੀ ਜਿਹੜੀ ਨਜ਼ਰ ਆ ਰਹੀ ਹੈ ਗੱਲ ਉਹ ਇਹ ਹੈ ਕਿ ਬਈ ਜਿਹੜੀ ਇਨਸਾਨ ਦੀ ਜਿਹੜੀ ਲੇਬਰ ਸੀ ਉਹਦੀ ਕੋਈ ਵੈਲਿਊ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਪਲੀਕੇਸ਼ਨ ਤੋਂ ਬਾਅਦ ਜਿਹੜੀ ਹਿਊਮਨ ਲੇਬਰ ਹੈ, ਹਿਊਮਨ ਜਿਸਮ ਜਿਵੇਂ ਇਸਤੇਮਾਲ ਹੁੰਦਾ ਸੀ, ਵਰਤਿਆ ਜਾਂਦਾ ਸੀ, ਉਹ ਨਹੀਂ ਵਰਤਿਆ ਜਾਣਾ, ਉਹਨੇ ਬੇਕਾਰ ਹੋ ਜਾਣਾ। ਅਗਰ ਉਹਨੇ ਬੇਕਾਰ ਹੋ ਜਾਣਾ ਹੈ ਔਰ ਜਿਹੜੀਆਂ ਸ਼ੈਵਾਂ ਨੇ ਜਿਹੜੀਆਂ ਪੈਦਾ ਹੁੰਦੀਆਂ ਨੇ, ਭਾਵੇਂ ਉਹ ਖੇਤ 'ਚ ਪੈਦਾ ਹੁੰਦੀਆਂ ਨੇ, ਭਾਵੇਂ ਉਹ ਕਾਰਖਾਨੇ 'ਚ ਪੈਦਾ ਹੁੰਦੀਆਂ ਨੇ, ਭਾਵੇਂ ਉਹ ਕਿਸੇ ਹੋਰ ਜਗ੍ਹਾ 'ਤੇ ਪੈਦਾ ਹੁੰਦੀਆਂ ਨੇ, ਫਰਜ਼ ਕਰੋ ਕਿ ਉਹ ਸਾਰੇ ਕੰਮ ਜਿਹੜੇ ਨੇ ਉਹ ਰੋਬੋਟ ਕਰ ਰਹੇ ਨੇ। ਆਲਰੇਡੀ ਚੀਨ ਔਰ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀਜ਼ ਦੇ ਵਿੱਚ ਰੋਬੋਟ ਜਿਹੜੇ ਨੇ ਉਹ ਅੱਧੇ ਤੋਂ ਬਹੁਤਾ ਕੰਮ ਕਰਦੇ ਨੇ। ਮਸਲਨ ਕਾਰਾਂ ਦੀ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਦੇ ਵਿੱਚ ਰੋਬੋਟ ਜਿਹੜੇ ਨੇ ਉਹ 50-60% ਕੰਮ ਕਰਦੇ ਨੇ, 30-40% ਜਿਹੜਾ ਉਹ ਰਹਿ ਜਾਂਦਾ ਹੈ। ਅੱਛਾ, ਹੁਣ ਅਗਰ ਚੀਜ਼ਾਂ ਜਿਹੜੀਆਂ ਨੇ ਉਹ ਰੋਬੋਟ ਪੈਦਾ ਕਰਦੇ ਨੇ ਔਰ ਬੰਦੇ ਜਿਹੜੇ ਨੇ ਉਹਨਾਂ ਦੀ ਕੋਈ ਜੌਬ ਨਹੀਂ ਹੈਗੀ, ਉਹ ਸਾਰੇ ਜੌਬਲੈਸ ਹੋ ਜਾਂਦੇ ਨੇ ਜਿਹੜੀ ਕਿ ਨਜ਼ਰ ਆ ਰਹੀ ਹੈ, ਤੇ ਫਿਰ ਉਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਨੇ ਉਹਨਾਂ ਨੂੰ ਖਰੀਦੇਗਾ ਕੌਣ? ਕਿਉਂਕਿ ਖਰੀਦਦੇ ਤੇ ਅਸੀਂ ਤਾਂ ਹੀ ਆ ਨਾ, ਕਿ ਜੇ ਤਾਂ ਹੀ ਖਰੀਦਦੇ ਆ ਕਿ ਜੇ ਅਸੀਂ ਆਪਣਾ ਕਿਤੇ ਕੰਮ ਕਰਨੇ ਆ, ਉੱਥੋਂ ਸਾਨੂੰ ਤਨਖਾਹ ਮਿਲਦੀ ਹੈ ਜਾਂ ਕੋਈ ਚੀਜ਼ ਅਸੀਂ ਬਣਾ ਕੇ ਵੇਚਦੇ ਆ, ਉਹਦੀ ਸਾਨੂੰ ਕੀਮਤ ਮਿਲਦੀ ਹੈ, ਤੇ ਫਿਰ ਉਹਦੇ ਨਾਲ ਅਸੀਂ ਦੂਸਰੀਆਂ ਚੀਜ਼ਾਂ ਖਰੀਦਦੇ ਆ। ਤੇ ਜੇ ਅਸੀਂ ਕੁਝ ਪੈਦਾ ਵੀ ਨਹੀਂ ਕਰ ਰਹੇ ਤੇ ਸਾਡੀ ਨੌਕਰੀ ਵੀ ਕੋਈ ਨਹੀਂ ਹੈ, ਤੇ ਫਿਰ ਚੀਜ਼ਾਂ ਨੂੰ ਖਰੀਦੇਗਾ ਕੌਣ? ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਵੱਡੇ ਵੱਡੇ ਜਿਹੜੇ ਚੀਜ਼ਾਂ ਪੈਦਾ ਕਰਨ ਵਾਲੇ ਨੇ, ਵੱਡੀਆਂ ਵੱਡੀਆਂ ਕੰਪਨੀਆਂ, ਉਹ ਦੁਨੀਆ ਦੇ ਵਿੱਚ 10-15 ਹੋਣਗੀਆਂ, ਤੇ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਪਰਚੇਜ਼ਿੰਗ ਪਾਵਰ ਬਣਾਉਣ ਲਈ ਤੁਹਾਨੂੰ ਲੋਕਾਂ ਨੂੰ ਪੈਸੇ ਵੰਡਣੇ ਪੈਣਗੇ, ਜਿਹਨੂੰ ਕਹਿੰਦੇ ਨੇ ਯੂਨੀਵਰਸਲ ਇਨਕਮ। ਯਾਨੀ ਕੋਈ ਬੰਦਾ ਕੰਮ ਕਰੇ ਜਾਂ ਨਾ ਕਰੇ, ਵਿਹਲਾ ਬੈਠਾ ਰਵੇ ਜਾਂ ਨਿਆਣੇ ਖਿਡਾਉਂਦਾ ਰਵੇ ਜਾਂ ਜੋ ਵੀ ਕਰੇ, ਉਹਨੂੰ ਮਹੀਨੇ ਦੀ ਇੱਕ ਖਾਸ ਜਿਹੜੀ ਕਿਸ਼ਤ ਹੈ, $1000, $2000, $4000 ਉਹ ਮਿਲ ਜਾਵੇ, ਜਿਹਦੇ ਨਾਲ ਉਹ ਚੀਜ਼ਾਂ ਖਰੀਦ ਸਕੇ ਤੇ ਚੀਜ਼ਾਂ ਬਣਾਉਣ ਵਾਲਿਆਂ ਦਾ ਕੰਮ ਵੀ ਚੱਲਦਾ ਰਹੇ। ਠੀਕ ਹੈ ਜੀ, ਇਹ ਨਕਸ਼ਾ ਜਿਹੜਾ ਹੈ ਇਹ ਦੁਨੀਆ ਦਾ ਓਵਰਆਲ ਮੈਂ ਤੁਹਾਨੂੰ ਇੱਕ ਦਾ ਓਵਰਵਿਊ ਦਿੱਤਾ ਹੈ, ਲੇਕਿਨ ਉਹਦੇ ਵਿੱਚ ਹੋਰ ਵੀ ਮਸਾਇਲ ਜਿਹੜੇ ਨੇ ਉਹ ਪੈਦਾ ਹੋਣਗੇ। ਉਹਦੇ ਵਿੱਚ ਇਹ ਵੀ ਮਸਲਾ ਪੈਦਾ ਹੋਏਗਾ ਕਿ ਹੁਣ ਤੇ ਅਸੀਂ ਜਿਹੜੇ ਕੰਮ ਕਰਨੇ ਆ, ਜਿਹੜੇ ਵੀ ਅਸੀਂ ਕੰਮ ਕਰਨੇ ਆ, ਤੇ ਸਾਡੀ ਸ਼ਨਾਖਤ ਉਹਨਾਂ ਕੰਮਾਂ ਦੇ ਨਾਲ ਹੁੰਦੀ ਹੈ। ਮਤਲਬ ਮੈਂ ਟੀਚਰ ਹਾਂ, ਮੈਂ ਵਾਈ ਕਰਨਾ ਹੈ, ਮੈਂ ਆਪਣਾ ਇੰਜੀਨੀਅਰ ਹਾਂ, ਮੈਂ ਡਾਕਟਰ ਹਾਂ, ਮੈਂ ਨਰਸ ਹਾਂ, ਮੈਂ ਕੁਛ ਹਾਂ, ਸਾਡੀ ਉਹ ਆਇਡੈਂਟੀਟੀ ਹੈਗੀ ਆ, ਅਸੀਂ ਉਹਦੇ ਆਦੀ ਹਾਂ। ਅੱਛਾ, ਫਰਜ਼ ਕਰੋ ਕਿਸੇ ਦਾ ਇਹ ਕੰਮ ਹੀ ਨਹੀਂ ਰਹਿੰਦਾ, ਤੇ ਫਿਰ ਬੰਦਿਆਂ ਦੀ ਆਇਡੈਂਟੀਟੀ ਕੀ ਹੋਏਗੀ? ਫਿਰ ਮੈਂ ਕੀ ਕਹਾਂਗਾ ਮੈਂ ਕੌਣ ਹਾਂ, ਮੇਰੀ ਕੀ ਸ਼ਨਾਖਤ ਹੈਗੀ ਹੈ?
ਸੋ ਇਨਸਾਨੀ ਸਤਹ ਦੇ ਉੱਤੇ ਸ਼ਨਾਖਤ ਦਾ ਬਹੁਤ ਵੱਡਾ ਮਸਲਾ ਜਿਹੜਾ ਹੈ ਉਹ ਜਨਮ ਲਵੇਗਾ, ਜਿਹਦਾ ਹੱਲ ਕਿ ਮੁਸਤਕਬਲ ਦੇ ਇਨਸਾਨ ਜਿਹੜੇ ਨੇ ਉਹ ਕੱਢਣਗੇ। ਅੱਛਾ, ਹੁਣ ਜਿਹੜੀ ਕਿਤਾਬ ਨੂੰ ਮੈਂ ਫਾਲੋ ਕਰ ਰਿਹਾ, ਤੁਹਾਨੂੰ ਮੈਂ ਉਹਦਾ ਨਾਮ ਹੀ ਭੇਜ ਦਿੱਤਾ ਹੈ, ਦੁਬਾਰਾ ਭੇਜ ਦਿਆਂਗਾ। ਤੇ ਉਹਦੇ ਮੁਤਾਬਕ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਅਸੀਂ ਕਹਿ ਰਹੇ ਹਾਂ, ਇਹ ਜਿਹੜੇ ਐਡਵਾਂਸ ਮੁਲਕ ਨੇ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ, ਮਿਸਾਲ ਦੇ ਤੌਰ ਤੇ ਚੀਨ ਹੈ, ਮਿਸਾਲ ਦੇ ਤੌਰ ਤੇ ਅਮਰੀਕਾ ਹੈ, ਇਹਨਾਂ ਵਿੱਚ ਅਗਲੇ 15-20 ਸਾਲਾਂ 'ਚ ਸਾਰਾ ਕੁਝ ਹੋ ਜਾਣਾ ਹੈ। ਸੋ ਮਤਲਬ ਅਸੀਂ ਕੋਈ 200 ਸਾਲਾਂ ਦੀ ਗੱਲ ਨਹੀਂ ਕਰ ਰਹੇ ਕਿ ਇਹ ਹੋਣ ਵਾਲਾ ਹੈ, ਅਸੀਂ ਕਰ ਰਹੇ ਹਾਂ ਬਸ ਕੋਈ 20-30 ਸਾਲਾਂ ਦੀ ਗੱਲ ਕਰ ਰਹੇ ਹਾਂ ਕਿ 20-30 ਸਾਲਾਂ 'ਚ ਇਹ ਹੋ ਜਾਣਾ ਹੈ। ਅੱਛਾ, ਫਿਰ ਤੁਸੀਂ ਇਹ ਵੇਖੋ ਕਿ ਹੋਰ ਕੀ ਹੋਏਗਾ ਕਿ ਅਮਰੀਕਾ ਔਰ ਚੀਨ ਜਿਹੜੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਬਹੁਤ ਅੱਗੇ ਨੇ, ਤੇ ਉਹ ਰੋਬੋਟਾਂ ਦੇ ਨਾਲ ਪੈਦਾਵਾਰ ਕਰਨਗੇ, ਤੇ ਰੋਬੋਟਾਂ ਦੇ ਨਾਲ ਜਿਹੜੀ ਪੈਦਾਵਾਰ ਇੰਨੀ ਸਸਤੀ ਹੋਏਗੀ ਕਿ ਦੁਨੀਆ ਵਿੱਚ ਮਾੜੇ ਮੁਲਕ ਉਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਣਗੇ। ਯਾਨੀ ਦੁਨੀਆ ਦੇ ਮਾੜੇ ਮੁਲਕ ਜਿਹੜੇ ਨੇ ਹੋਰ ਵੀ ਮਾੜੇ ਹੋ ਜਾਣਗੇ। ਇਹ ਵੀ ਉਹਦਾ ਨਤੀਜਾ ਨਿਕਲ ਸਕਦਾ ਹੈ, ਇਹ ਬਲਕਿ ਨਿਕਲੇਗਾ ਹੈ। ਪਾਕਿਸਤਾਨ ਅਗਰ ਇਹ ਮੁਲਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਨੋ ਹਾਈ ਨਹੀਂ ਹੈਗੀ, ਉਹਨਾਂ ਦੀ ਹਾਲਤ ਹੋਰ ਵੀ ਭੈੜੀ ਹੋ ਜਾਏਗੀ, ਕਿਉਂਕਿ ਜਿਹੜੀ ਚੀਨ ਨੇ ਰੋਬੋਟ ਦੇ ਨਾਲ ਦਵਾਨਿਆਂ ਦੀ ਚੀਜ਼ ਬਣਾ ਕੇ ਵੇਚਣੀ ਹੈ, ਉਹ ਜੇ ਤੁਸੀਂ ਆਪਣੀ ਮਜ਼ਦੂਰ ਲਾ ਕੇ ਤੇ ਪੁਰਾਣੀ ਤਰ੍ਹਾਂ ਦੀ ਮਿਲ ਦੇ ਉੱਤੇ ਬਣਾਓਗੇ, ਤੇ ਤੁਸੀਂ ਤੇ ਦਵਾਨੇ ਦੀ ਨਹੀਂ ਬਣਾ ਸਕਦੇ ਹੋ। ਤੇ ਇਸ ਵਾਸਤੇ ਚੀਜ਼ ਤੇ ਵਿਕੇਗੀ, ਤੇ ਉਹ ਤਾਂ ਚੀਨ ਦੀ ਵਿਕੇਗੀ ਜਾਂ ਅਮਰੀਕਾ ਦੀ ਵਿਕੇਗੀ, ਤੇ ਤੁਹਾਡੀ ਤੇ ਨਹੀਂ ਵਿਕੇਗੀ। ਤੇ ਜਦੋਂ ਤੁਹਾਡੀ ਵਿਕੇਗੀ ਨਹੀਂ, ਤੇ ਤੁਹਾਡੇ ਕੋਲ ਖਰੀਦਣ ਨੂੰ ਵੀ ਕੁਝ ਨਹੀਂ ਹੋਏਗਾ। ਉਹ ਚੱਕਰ ਜਿਹੜਾ ਮੈਂ ਪਹਿਲੇ ਤੁਹਾਨੂੰ ਦੱਸਿਆ ਬੰਦਿਆਂ ਨਾਲ ਚੱਲੇਗਾ, ਉਹ ਹੀ ਚੱਕਰ ਜਿਹੜਾ ਹੈ ਉਹ ਮੁਲਕਾਂ ਨਾਲ ਵੀ ਚੱਲੇਗਾ। ਇਹ ਹੈਗਾ, ਇਹਦਾ ਇੱਕ ਹੈਗਾ ਓਵਰਵਿਊ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਬਾਰੇ 'ਚ ਕੋਈ ਮੁਖਤਸਰ ਸਵਾਲ ਹੈ ਤੇ ਪੁੱਛ ਲਓ, ਫਿਰ ਮੈਂ ਅੱਗੇ ਚੱਲਾਂ। ਖੈਰ ਮੇਰਾ ਖਿਆਲ ਹੈ ਸਵਾਲ ਕੋਈ ਨਹੀਂ ਹੈਗਾ। ਅੱਛਾ ਜੀ, ਹੁਣ ਅੱਗੇ ਚੱਲਦੇ ਹਾਂ ਅਸੀਂ। ਤੁਹਾਡੇ ਵਿੱਚੋਂ ਮੈਨੂੰ ਇਹ ਪਤਾ ਹੈ ਕਿ 99% ਲੋਕ ਅਸੀਂ ਐਸੇ ਹੈ ਜਿਨ੍ਹਾਂ ਨੂੰ ਦਿਲ ਦੇ ਵਿੱਚ ਜਿਨ੍ਹਾਂ ਦੀ ਯਕੀਨ ਹੈ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਘੜਮੱਤ ਹੈ, ਉਹ ਕਦੀ ਵੀ ਇਨਸਾਨ ਦੀ ਮੱਤ ਤੋਂ ਵੱਧ ਨਹੀਂ ਹੋ ਸਕਦੀ। ਇਹਦੇ ਉੱਤੇ ਸਾਡਾ ਪੁਰਾਣਾ ਯਕੀਨ ਔਰ ਸਾਡਾ ਅਕੀਦਾ ਹੈਗਾ। ਔਰ ਤੁਹਾਡੇ ਵਿੱਚੋਂ ਬਹੁਤ ਸਾਰੇ ਮੈਨੂੰ ਇਹ ਪਤਾ ਕਿ ਇਹੋ ਜਿਹੀਆਂ ਮਿਸਾਲਾਂ ਤੁਸੀਂ ਦਿਓਗੇ ਕਿ ਇਹ ਫਲਾਣਾ ਕੰਮ ਨਹੀਂ ਕਰ ਸਕਦੀ ਆਰਟੀਫੀਸ਼ੀਅਲ ਇੰਟੈਲੀਜੈਂਸ, ਫਲਾਣਾ ਕੰਮ ਨਹੀਂ ਕਰ ਸਕਦੀ, ਕਿਉਂਕਿ ਜ਼ਾਹਰ ਗੱਲ ਹੈ ਕਿ ਇਸ ਸਟੇਜ ਦੇ ਉੱਤੇ ਹੋ ਸਕਦਾ ਉਹ ਨਾ ਕਰ ਸਕਦੀ ਹੋਵੇ, ਲੇਕਿਨ ਇਹ ਹੈ ਕਿ ਅੱਗੇ ਜਾ ਕੇ ਉਹ ਕਰ ਸਕੇਗੀ ਨਹੀਂ ਕਰ ਸਕੇਗੀ, ਇਹ ਇੱਕ ਵੱਖਰੀ ਗੱਲ ਹੈ। ਅੱਛਾ, ਇਹ ਜਿਹੜੀ ਇਨਸਾਨ ਦੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮੁਕਾਬਲਾ ਜਿਹੜਾ ਹੈਗਾ, ਉਹਦੀ ਇੱਕ ਬਹੁਤ ਦਿਲਚਸਪ ਮਿਸਾਲ ਇਹਨੇ ਲੀ, ਜਿਹਦੀ ਮੈਂ ਕਿਤਾਬ ਫਾਲੋ ਕਰ ਰਿਹਾ, ਉਹਨੇ ਦਿੱਤੀ ਹੈ। ਉਹਨੇ ਕਿਹਾ ਜੀ ਜਿਹੜਾ ਚੀਨ ਦੇ ਵਿੱਚ ਇੱਕ ਆਪਣਾ ਖੇਡ ਹੈ ਗੋ, ਤੇ ਗੋ ਜਿਹੜਾ ਹੈ ਉਹ 19x19 ਦਾ ਉਹਦਾ ਤਖਤਾ ਹੁੰਦਾ ਹੈ, 19x19 ਦਾ, ਤੇ ਕਾਲੇ ਤੇ ਚਿੱਟੇ ਗੋਟੀਆਂ ਰੱਖ ਕੇ ਤੇ ਉਹਨੂੰ ਖੇਡਿਆ ਜਾਂਦਾ ਹੈ। ਜਿਹੜੇ ਉਹਦੇ ਅਸੂਲ ਨੇ ਉਹ 7 ਲਾਈਨਾਂ ਦੇ ਵਿੱਚ ਦੱਸੇ ਜਾ ਸਕਦੇ ਨੇ, ਲੇਕਿਨ ਜਿਹੜੀਆਂ ਉਹਦੀਆਂ ਗੋਟੀਆਂ ਦੀਆਂ ਚਾਲਾਂ ਨੇ ਉਹ ਅਰਬਾਂ ਦੇ ਵਿੱਚ ਹੋ ਸਕਦੀਆਂ ਨੇ, ਉਹਨਾਂ ਦੀ ਅਰਬਾਂ ਸ਼ਕਲਾਂ ਲੈ ਸਕਦੀਆਂ ਨੇ ਉਸ ਗੇਮ ਦੇ ਵਿੱਚ ਚਾਲਾਂ ਦੀਆਂ। ਔਰ ਇਹਨੂੰ ਚੀਨ ਦੇ ਵਿੱਚ ਸਭ ਤੋਂ ਵੱਡੀ ਜਾਣਕਾਰੀ ਸਮਝਿਆ ਜਾਂਦਾ ਸੀਗਾ ਕਿ ਜਿਹੜਾ ਬੰਦਾ ਇਹਨੂੰ ਮਾਸਟਰ ਕਰ ਲਵੇ ਉਹ ਬਹੁਤ ਗ੍ਰੇਟ ਹੈ। ਤੇ ਉਹਨੇ ਕਿਹਾ ਕਿ ਜੀ ਜਿਹੜਾ ਸਭ ਤੋਂ ਵੱਡਾ ਇਹਦਾ ਖਿਡਾਰੀ ਸੀ ਉਹਦਾ ਨਾਂ ਸੀ
ਆਪਣਾ ਕੀ JIE KG ਸੀਗਾ, ਤੇ ਉਹ ਕਿਸੇ ਕੋਲੋਂ ਹਾਰਿਆ ਨਹੀਂ ਸੀ। ਲੇਕਿਨ ਗੂਗਲ ਨੇ AlphaGo ਦੇ ਨਾਂ ਦੇ ਨਾਲ ਇੱਕ ਕੰਪਿਊਟਰ ਬਣਾਇਆ, ਔਰ ਉਹ ਕੰਪਿਊਟਰ ਜਿਹੜਾ ਹੈ ਉਹਨੂੰ ਉਹਨਾਂ ਨੇ KG ਦੇ ਸਾਹਮਣੇ ਬਿਠਾ ਦਿੱਤਾ। KG ਨੇ ਉਸ ਕੰਪਿਊਟਰ ਨਾਲ ਖੇਡਿਆ, ਔਰ ਜਿਹੜਾ KG ਹੈ ਉਹਨੇ ਆਪਣੀਆਂ ਸਾਰੀਆਂ ਚਾਲਾਂ ਚੱਲ ਲਈਆਂ, ਸਾਰਾ ਕੁਝ ਉਹਨੇ ਕਰਕੇ ਵੇਖ ਲਿਆ, ਲੇਕਿਨ ਉਹ ਕੰਪਿਊਟਰ ਨੂੰ ਮਾਤ ਨਹੀਂ ਦੇ ਸਕਿਆ। ਹੱਤਾ ਕਿ ਉਹਨੇ ਕਿਹਾ ਕਿ ਉਹ ਚਾਲਾਂ ਚੱਲਦਾ ਚੱਲਦਾ ਵਿੱਚੋਂ ਰੋਣ ਵੀ ਲੱਗ ਪਿਆ ਕਿ ਉਹ ਇੰਨਾ ਬੇਬਸ ਹੋ ਗਿਆ। ਤੇ ਮਤਲਬ ਜਿਹੜੀ ਇਨਸਾਨ ਦੀ ਮੱਤ ਸੀਗੀ ਉਸ ਗੇਮ ਨੂੰ ਖੇਡਣ ਦੀ, ਉਹ ਮੱਤ ਨੂੰ ਕੰਪਿਊਟਰ ਨੇ ਮਾਤ ਦੇ ਦਿੱਤਾ। ਅੱਛਾ, ਇਹ ਹੁਣ ਮਤਲਬ ਇਹ ਹੈ ਕਿ ਇਹ ਜਿਹੜੀ ਜਦੋਂ ਇਹ ਹੋਇਆ ਤੇ ਵੈਸਟ ਵਿੱਚ ਤੇ ਇਹ ਇਸ ਤਰ੍ਹਾਂ ਦਾ ਤਸਰ ਜੰਮਿਆ ਕਿ ਜਿਵੇਂ ਅਸਾਂ ਈਸਟ ਨੂੰ ਇੱਕ ਵਾਰੀ ਫੇਰ ਫਤਹ ਕਰ ਲਿਆ ਹੈ, ਯਾਨੀ ਚੀਨੀਆਂ ਨੂੰ ਇੱਕ ਵਾਰੀ ਫੇਰ ਫਤਹ ਕਰ ਲਿਆ ਹੈ, ਲੇਕਿਨ ਜਿਹੜਾ ਚੀਨ ਦੇ ਅੰਦਰ ਬਹੁਤ ਜੋਸ਼ੋ ਖਰੋਸ਼ ਇਹਦੇ ਨਾਲ ਪੈਦਾ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਜਾਣ ਦਾ। ਤੇ ਇਹ ਕੋਈ 2017 ਦਾ ਇਹ ਵਾਕਿਆ ਹੈ। ਇਸ ਤੋਂ ਪਹਿਲੇ ਜਿਹੜੀ ਮਸ਼ੀਨ ਹੈ, ਯਾਨੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੀਗੀ, ਉਹ ਕੋਰੀਆ ਦੇ ਸਭ ਤੋਂ ਵੱਡੇ ਜਿਹੜਾ ਖਿਡਾਰੀ ਸੀ ਗੋ ਦਾ, ਉਹਨੂੰ ਵੀ ਮਾਤ ਦੇ ਚੁੱਕੀ ਸੀ। ਔਰ ਹੋਰ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੰਪਿਊਟਰ ਬਣੇ, ਉਹਨਾਂ ਨੇ ਚੈਸ ਦੇ ਵਿੱਚ ਜਿਹੜਾ ਰੂਸ ਦਾ ਦੁਨੀਆ ਦਾ ਸਭ ਤੋਂ ਵੱਡਾ ਚੈਸ ਪਲੇਅਰ ਸੀ, ਉਹਨੂੰ ਵੀ ਸ਼ਿਕਸਤ ਦੇ ਦਿੱਤੀ ਸੀ। ਸੋ ਲਿਹਾਜ਼ਾ ਇਹ ਦਿਲ ਚੋਂ ਭੁਲੇਖਾ ਕੱਢ ਦੋ ਕਿ ਜਿਹੜਾ ਇਨਸਾਨ ਹੈ ਉਹ ਹਰ ਮਾਮਲੇ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨੋ ਹਾਉ ਨੂੰ ਮਾਤ ਦੇ ਸਕਦਾ ਹੈ। ਇਹ ਗੇਮਾਂ ਵਿੱਚ ਸਾਬਤ ਹੋ ਗਿਆ ਕਿ ਬੰਦਾ ਉਹਨਾਂ ਨੂੰ ਮਾਤ ਨਹੀਂ ਦੇ ਸਕਦਾ, ਔਰ ਉਹ ਇਨਸਾਨ ਤੋਂ ਅੱਗੇ ਨੇ। ਲੇਕਿਨ ਇਹ ਜਿਹੜੀ ਸਾਰੀ ਗੱਲ ਸੀ, ਇਹ ਸ਼ੁਰੂ ਦੇ ਵਿੱਚ ਤੇ ਬੇਸਿਕਲੀ ਗੇਮਾਂ ਤੱਕ ਹੀ ਮੌਜੂਦ ਸੀ। ਇਹ ਜਿਹੜੇ ਬੱਚਿਆਂ ਦੇ ਖਿਡੌਣੇ ਬਣਦੇ ਸਨ ਜਾਂ ਇਹ ਖੇਡਾਂ ਦੇ ਉੱਤੇ ਹੀ ਸਾਰਾ ਕੁਝ ਹੋ ਰਿਹਾ ਸੀ। ਇਹ 50 ਸਾਲਾਂ ਤੋਂ ਚੱਲੀ ਸੀ ਤੇ ਅਜੇ ਇਹਦੀ ਜਿਹੜੀ ਅਮਲੀ, ਇਹਦੀ ਪ੍ਰੈਕਟੀਕਲ ਯੂਜ਼ ਹੈ ਇਨਸਾਨੀ ਜ਼ਿੰਦਗੀ ਦੇ ਮੁਖਤਲਿਫ ਪਹਿਲੂਆਂ ਦੀਆਂ ਚੀਜ਼ਾਂ ਬਣਾਉਣ ਦੇ ਵਿੱਚ ਅਜੇ ਨਹੀਂ ਸੀ ਆਇਆ, ਤੇ ਇਸ ਲਈ ਆਪਣਾ ਅਜੇ ਇਹ ਆਮ ਲੋਕਾਂ ਤੱਕ ਨਹੀਂ ਸੀ ਪਹੁੰਚੀ। ਇਹਦੇ ਤੋਂ ਗੱਲ ਹੋਰ ਵੀ ਹੈ ਜੀ, ਐਕਸਕਿਊਜ਼ ਮੀ ਜੀ, ਕਿ ਜਿਹੜੀ ਵੀ ਮਸ਼ੀਨ ਬਣਾਈ ਜਾਂਦੀ ਹੈ, ਜਿਹੜੀ ਵੀ ਇਸ ਤਰ੍ਹਾਂ ਦੀ ਉਹ ਪ੍ਰੋਡਕਟ ਜਿਹੜੀ ਹੈਗੀ ਉਹ ਸੌਫਟਵੇਅਰ ਹੈ, ਔਰ ਸੌਫਟਵੇਅਰ ਜਿਹੜਾ ਹੈਗਾ ਇੱਕ ਬੰਦੇ ਦਾ ਤਾਂ ਨਹੀਂ ਬਣਿਆ ਆ, ਉਹਦੇ ਚ ਕਈ ਇਨਸਾਨੀ ਜ਼ਿਹਨ ਸ਼ਾਮਲ ਹੁੰਦੇ ਨੇ। ਤੇ ਇਸ ਤਰ੍ਹਾਂ ਕਰਕੇ ਨਾ ਉਹ ਇੱਕ ਕਿਸਮ ਦੀ ਜਿਹੜੀ ਮਸ਼ੀਨ ਹੈ ਜਾਂ ਜਿਹੜਾ ਵੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਉਹ ਬਣੀ ਹੈ, ਜੋ ਵੀ ਵਾਟਐਵਰ ਕੰਪਿਊਟਰ ਵਾਟਐਵਰ ਇਟ ਇਜ਼, ਜਿਹੜਾ ਵੀ ਸੌਫਟਵੇਅਰ ਹੈ, ਉਹਦੇ ਵਿੱਚ ਕਈ ਜ਼ਿਹਨ ਸ਼ਾਮਲ ਹੁੰਦੇ ਨੇ। ਉਹ ਫਿਰ ਉਹਨਾਂ ਨੂੰ ਕੰਪਿਊਟੇਸ਼ਨ ਕਰਨਾ ਕੰਪਿਊਟਰ ਨੂੰ ਤਾਂ ਬਹੁਤ ਈਜ਼ੀ ਹੋ ਜਾਂਦਾ। ਉਹ ਸਾਰੀਆਂ ਚਾਲਾਂ ਚੂਲਾਂ ਜਿਹੜੀਆਂ ਹਜ਼ਾਰਾਂ ਵੀ ਫੀਡ ਕੀਤੀਆਂ ਹੁੰਦੀਆਂ ਨੇ, ਉਹ ਉਹਨਾਂ ਨੂੰ ਮਲਟੀਪਲਾਈ ਕਰਕੇ ਲੱਖਾਂ ਚ ਕਰ ਦਿੰਦਾ। ਤੇ ਉਹ ਇਨਪੁਟ ਤਾਂ ਕਈ ਮਾਈਂਡਸ ਨੇ ਕੀਤੀ ਹੁੰਦੀ ਹੈ। ਇਹ ਵੀ ਫਰਕ ਹੈ। ਉਹਦੇ ਤੇ ਅਸੀਂ ਸ਼ਰਾਈ ਸਾਹਿਬ ਆਵਾਂਗੇ ਹੁਣੀ ਇਸ ਗੱਲ ਦੇ ਉੱਤੇ, ਉਹਦੀ ਵੀ ਗੱਲ ਕਰਾਂਗੇ। ਅੱਛਾ, ਗੱਲ ਇਹ ਹੈਗੀ ਹੈ ਕਿ ਜਿਹੜਾ ਬੇਸਿਕਲੀ ਦੋ ਤਰ੍ਹਾਂ ਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਸਕੂਲ ਜਿਹੜੇ ਸੀ ਉਹ ਆਏ ਸੀ। ਇਹਦੇ ਉੱਤੇ ਆਬਦ ਕਾਮਰਾਨ ਹੁਣੀ ਵੀ ਥੋੜੀ ਬਹੁਤ ਗੱਲ ਕਰਨਗੇ ਹੁਣੇ। ਪਹਿਲੇ ਤੇ ਇਹ ਹੈ ਕਿ 50s ਦੇ ਵਿੱਚ ਜਿਹੜੇ ਵੱਡੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਾਇੰਸਦਾਨ ਸਨ, ਵੱਡੇ ਉਹ ਇਹ ਕੋਸ਼ਿਸ਼ ਕਰ ਰਹੇ ਸਨ ਕਿ ਇਨਸਾਨੀ ਜ਼ਿਹਨ ਜਿਹੜਾ ਹੈ, ਇਨਸਾਨੀ ਜ਼ਹਾਨਤ ਜਿਹੜੀ ਹੈ, ਇੰਟੈਲੀਜੈਂਸ ਹੈ, ਉਹ ਜਿਵੇਂ ਕੰਮ ਕਰਦੀ ਹੈ ਉਹਨੂੰ ਕਾਪੀ ਕਰਕੇ ਤੇ ਮਸ਼ੀਨ ਨੂੰ ਚਲਾਇਆ ਜਾਵੇ।
ਤੇ ਮਸ਼ੀਨ ਉਸੇ ਤਰ੍ਹਾਂ ਕਰੇ ਜਿਵੇਂ ਕਿ ਇਨਸਾਨੀ ਜ਼ਿਹਨ ਜਿਹੜਾ ਫੈਸਲੇ ਕਰਦਾ ਹੈ, ਉਸੇ ਤਰ੍ਹਾਂ ਮਸ਼ੀਨਾਂ ਵੀ ਉਸੇ ਤਰ੍ਹਾਂ ਹੀ ਫੈਸਲੇ ਕਰਨ। ਤੇ ਇਹਨੂੰ ਉਹ ਕਹਿੰਦੇ ਸਨ ਰੂਲ ਬੇਸਡ ਇੰਟੈਲੀਜੈਂਸ। ਦੂਜੀ ਜਿਹੜੀ ਬਾਅਦ ਦੇ ਵਿੱਚ ਇੱਕ ਦੂਸਰੀ ਟੈਕਨੀਕ ਆਈ ਜਿਹਨੂੰ ਕਹਿੰਦੇ ਸਨ ਨਿਊਰਲ ਮੈਥਡ। ਨਿਊਰਲ ਮੈਥਡ ਦੇ ਵਿੱਚ ਉਹਨਾਂ ਨੇ ਕਿਹਾ ਜੀ ਕੋਈ ਇਨਸਾਨ ਦੇ ਜਿਹੜੇ ਫੈਸਲਾ ਅਕਲ ਜਿਸ ਤਰ੍ਹਾਂ ਇਨਸਾਨ ਇਸਤੇਮਾਲ ਕਰਦਾ ਹੈ ਆਪਣੇ ਬ੍ਰੇਨ ਦੇ ਵਿੱਚ, ਉਹਨੂੰ ਨਕਲ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਜਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਦੇ ਨਾਲ ਇਨਸਾਨੀ ਬ੍ਰੇਨ ਬਣਿਆ ਹੈ, ਉਹਦੀ हेलो जी जा यार पिक कर बाजी को। यार हेलो ये ना किया करें आप। तो यार ये म्यूट करो, यासर म्यूट करो अपने आप को। ਅੱਛਾ, ਇਹ ਜਿਹੜੀ ਸੀ ਉਹ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਨਿਊਰੋ ਜਿਹੜੇ ਨਿਊਰੋਨ ਨੇ, ਉਹਨਾਂ ਦੀਆਂ ਜਿਵੇਂ ਦਿਮਾਗ ਦੇ ਵਿੱਚ ਇਨਸਾਨੀ ਬ੍ਰੇਨ ਜਿਵੇਂ ਚੱਲਦਾ ਹੈ, ਉਸ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਨਿਊਰੋਨ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦੀਆਂ ਲੇਅਰਸ ਬਣਾ ਦਿੱਤੀਆਂ ਜਾਣ, ਤੇ ਫਿਰ ਉਹ ਜਿਹੜੇ ਨਿਊਰਾਨ ਨੇ ਕੰਪਿਊਟਰ ਮਸ਼ੀਨ ਦੇ ਅੰਦਰ, ਉਹ ਖੁਦ ਬਖੁਦ ਫੈਸਲਾ ਜਿਹੜਾ ਹੈ, ਉਹ ਜਿਹੜਾ ਸਭ ਤੋਂ ਬਿਹਤਰੀਨ ਫੈਸਲਾ ਹੋਏਗਾ ਉਹ ਆਪੇ ਹੀ ਕਰ ਲੈਣਗੇ। ਅੱਛਾ, ਆਪਣਾ ਆਬਲ ਜੀ ਤੁਸੀਂ ਗੱਲ ਕਰੋ ਜ਼ਰਾ ਇਹਦੇ ਉੱਤੇ, ਗੱਲ ਇਹਦੀ ਹਿਸਟਰੀ ਤੋਂ ਥੋੜੀ ਜਿਹੀ ਗੱਲ ਦੱਸ ਦਿਓ ਉਹਨਾਂ ਨੂੰ। आबिद साहब, आबिद। हाँ जी सर जी, मैं म्यूट थे सन। करो गल। हाँ, मैं कह जी स्लाइड से फिर नहीं दिखांदे, मैं गल कर देना। हाँ, गल कर दियो। हाँ, ते ਉਹਦੇ ਚ ਮੈਂ ਐਡ ਕਰਨਾ ਚਾਹ ਰਿਹਾ ਸੀ। ਇੱਕ ਤੇ ਤੁਸੀਂ ਸਾਰੇ ਮੈਨੂੰ ਮਾਫ ਕਰੋ, ਮੇਰੀ ਪੰਜਾਬੀ ਵੀ ਕਮਜ਼ੋਰ ਹੈ, ਪਰ ਗਲਤੀ ਅਗਰ ਹੋ ਗਈ ਤੇ ਕੋਈ ਗੱਲ ਨਹੀਂ ਫਿਰ। ਤੇ ਮੈਂ ਕਹਿਣਾ ਇਹ ਚਾਹ ਰਿਹਾ ਸੀ ਕਿ ਸ਼ੁਰੂ ਵਿੱਚ ਜਦੋਂ ਇਹ ਟਰਮ ਉਹਨਾਂ ਨੇ ਕੋਇਨ ਕੀਤੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਉਹਦੇ ਚ ਸ਼ੁਰੂ ਵਿੱਚ ਉਹਨਾਂ ਨੇ ਇੱਕ ਸਵਾਲ ਰੱਖਿਆ। ਉਹ ਐਲਨ ਟਿਊਰਿੰਗ ਨੂੰ ਕ੍ਰੈਡਿਟ ਦਿੰਦੇ ਕਿ ਉਹਨੇ ਸਵਾਲ ਰੱਖਿਆ ਕਿ ਜੀ ਇਹ ਜਿਹੜਾ ਕੰਪਿਊਟਰ ਹੈ, ਇਹ ਇਨਸਾਨ ਦੀ ਤਰ੍ਹਾਂ ਸੋਚ ਤੇ ਫੀਲ ਕਰ ਸਕਦੇ ਨੇ ਜਾਂ ਨਹੀਂ। ਇਹਨੂੰ ਕਹਿੰਦੇ ਟਿਊਰਿੰਗ ਟੈਸਟ। ਤੇ ਜਿੰਨੀ ਵੀ ਉਹਨਾਂ ਨੇ ਸ਼ੁਰੂ ਵਿੱਚ ਰਿਸਰਚ ਕੀਤੀ ਹੈ, ਉਹਦੇ ਚ ਉਹਨਾਂ ਨੇ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਹੈ ਕਿ ਛੋਟੀ ਛੋਟੀ ਚੀਜ਼ਾਂ ਜਿਹੜੀ ਹੁੰਦੀਆਂ ਨੇ, ਉਹਦੇ ਚ ਇਨਸਾਨ ਕਿਸ ਤਰ੍ਹਾਂ ਸੋਚਦਾ ਹੈ, ਕੀ ਕਰਦਾ ਹੈ, ਉਹਦੇ ਬੇਸਿਸ ਤੇ ਕਰੀਏ। ਤੇ ਉਹ ਜਿਹੜੀ ਡਾਇਰੈਕਸ਼ਨ ਹੈ ਕਿ ਇਨਸਾਨ ਦੀ ਜਿਹੜੀ ਰੀਜ਼ਨਿੰਗ ਹੈ ਤੇ ਉਹਨੂੰ ਰਿਫਲੈਕਟ ਕਰੀਏ, ਉਸ ਤੇ ਬਹੁਤ ਘੱਟ ਪ੍ਰੋਗਰੈਸ ਹੋਈ। ਤੇ ਉਹਨਾਂ ਨੇ ਮਤਲਬ ਇੱਕ ਵਕਤ ਆਇਆ ਕਿ AI ਸਾਰਾ ਇੰਟਰਸਟ ਹੀ ਖਤਮ ਹੋ ਗਿਆ। ਮਗਰ ਫਿਰ ਉਹਨਾਂ ਨੇ ਜਿਹੜੇ ਲੋਕੀ ਸਨ, ਫਿਰ ਉਹੀ ਮੈਂ ਤੁਹਾਡੀ ਗੱਲ ਕਰ ਰਿਹਾ ਕਿ ਉਹਨਾਂ ਨੇ ਕਿਹਾ ਯਾਰ ਇਹ ਤੇ ਨਹੀਂ ਹੋ ਰਿਹਾ ਕੰਮ, ਪਰ ਵੇਖੋ ਕਿ ਕਿਸ ਤਰੀਕੇ ਨਾਲ ਛੋਟੇ ਛੋਟੇ ਜਿਹੜੇ ਪ੍ਰੈਕਟੀਕਲ ਮਸਲੇ ਨਾ ਉਹਨਾਂ ਨੂੰ ਹੱਲ ਕਰੀਏ। ਉਹਦੇ 'ਚ ਫਿਰ ਸਕਸੈਸ ਆਈ। ਤੇ ਉਹ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹ ਹੁੰਦਾ ਹੈ ਕਿ ਜੀ ਇੱਕ ਰੂਲ ਬੇਸਡ ਸਿਸਟਮਸ ਹੁੰਦੇ ਹਨ, ਉਹਨੂੰ ਐਕਸਪਰਟ ਸਿਸਟਮਸ ਕਹਿੰਦੇ ਨੇ, ਕਿ ਉਹ ਜਿਹੜਾ ਐਕਸਪਰਟ ਹੁੰਦਾ ਹੈ ਨਾ ਕਿਸੇ ਫੀਲਡ ਵਿੱਚ, ਉਹ ਆਪਣੀ ਸੋਚ ਦੇ ਮੁਤਾਬਕ ਉਹ ਕਹਿੰਦਾ ਯਾਰ ਮੈਂ ਇਸ ਮਸਲੇ ਨੂੰ ਇਸ ਤਰ੍ਹਾਂ ਹੱਲ ਕਰਨਾ। ਉਹਨਾਂ ਨੂੰ ਰੂਲਸ ਬਣਾ ਕੇ ਕੰਪਿਊਟਰ ਵਿੱਚ ਫੀਡ ਕਰ ਦੇਣ, ਤੇ ਫਿਰ ਉਹ ਪ੍ਰੋਬਲਮ ਡਿਸਕ੍ਰਾਈਬ ਕੰਪਿਊਟਰ ਨੂੰ ਕਰਦੇ, ਤੇ ਉਹ ਕੰਪਿਊਟਰ ਉਹ ਰੂਲਸ ਜਿਹੜਾ ਐਕਸਪਰਟ ਦੇ ਹੈ ਉਹ ਉਹਨੂੰ ਅਪਲਾਈ ਕਰਦਾ ਹੈ ਤੇ ਇੱਕ ਰਿਜ਼ਲਟ ਤੁਹਾਨੂੰ ਪੇਸ਼ ਕਰਦਾ ਹੈ। ਤੇ ਉਹਦੇ ਵਿੱਚ ਫਿਰ ਪ੍ਰੋਬੇਬਿਲਿਟੀ ਵੀ ਹੁੰਦੀ ਹੈ, ਕੌਨਫੀਡੈਂਸ ਲੈਵਲ।
ਤੇ ਹਰ ਰੂਲ ਦਾ ਇੱਕ ਕੌਨਫੀਡੈਂਸ ਲੈਵਲ ਹੈ ਕਿ ਇੱਕ ਬੰਦਾ ਕਹਿੰਦਾ ਯਾਰ ਮੈਂ 2 ਤਸਵੀਰਾਂ ਵੇਖੀਆਂ ਤੇ ਮੈਨੂੰ ਲੱਗਦਾ ਹੈ 90% ਇਸ ਬੰਦੇ ਨੂੰ ਇਹ ਬਿਮਾਰੀ ਹੈ। ਤੇ ਕੰਪਿਊਟਰ ਵੀ ਉਹ ਜਿਹੜੀ ਬਿਲੀਫ ਹੈ ਉਹਦੇ ਚ ਉਹਨੂੰ ਇੱਕ ਪ੍ਰੋਬੇਬਿਲਿਟੀ ਦੇ ਤੌਰ ਤੇ ਕੌਨਫੀਡੈਂਸ ਦੇ ਤੌਰ ਤੇ ਦੱਸਦਾ ਸੀ। ਇਹ ਜਿਹੜਾ ਸਿਸਟਮ ਸੀ ਇਹਨੇ ਮੈਡੀਕਲ ਫੀਲਡ ਵਿੱਚ ਤੇ ਦੂਸਰੀ ਫੀਲਡ ਵਿੱਚ ਇਹਨਾਂ ਨੇ ਕਾਫੀ ਮਤਲਬ ਰਿਜ਼ਲਟ ਚੰਗੇ ਦਿੱਤੇ ਸਨ। ਅੱਛਾ, ਉਹਦੇ ਬਾਅਦ ਉਸ ਵਕਤ ਕੰਪਿਊਟਰ ਵਿੱਚ ਨਾ ਕੰਪਿਊਟਿੰਗ ਪਾਵਰ ਤੇ ਮੈਮਰੀ ਬਹੁਤ ਘੱਟ ਹੁੰਦੀ ਸੀ। ਜਦੋਂ 21st ਸੈਂਚੁਰੀ ਐਂਡ ਆਫ 20th ਸੈਂਚੁਰੀ ਮਤਲਬ ਕੰਪਿਊਟਰ ਸਸਤੇ ਹੋ ਗਏ ਤੇ ਮੈਮਰੀ ਬਹੁਤ ਸਸਤੀ ਹੋ ਗਈ ਤੇ ਕੰਪਿਊਟਿੰਗ ਪਾਵਰ ਵੱਧ ਗਈ ਤੇ ਫਿਰ ਉਹਨਾਂ ਨੇ ਜਿਹੜੇ ਜ਼ਿਆਦਾ ਡੇਟਾ ਤੇ ਤੋਂ ਰਿਜ਼ਲਟਸ ਲੈਣ ਲਈ ਇਹ ਡੀਪ ਲਰਨਿੰਗ ਸਿਸਟਮਸ ਬਣਾਏ ਜਿਹਦੇ ਤੁਸੀਂ ਗੱਲ ਕਰ ਰਹੇ ਹੋ ਨਾ ਨਿਊਰਲ ਨੈਟਵਰਕਸ। ਇਹ ਇੱਕ ਕੰਪਿਊਟੇਸ਼ਨਲ ਮਾਡਲ ਹੈ, ਇਸ ਤਰ੍ਹਾਂ ਤੁਸੀਂ ਕਹਿ ਲਿਓ ਇਹਨੂੰ। ਤੇ ਇਹ ਮਾਡਲ ਦੀ ਕੈਪੇਬਿਲਿਟੀ ਹੈ ਕਿ ਜਦੋਂ ਤੁਸੀਂ ਕਰੋੜਾਂ ਕਿਸੇ ਚੀਜ਼ ਤੇ ਡੇਟਾ ਜਮਾ ਕਰ ਦਿਓ ਅਰਬ ਦੀ ਕੁਆਂਟੀਟੀ ਵਿੱਚ, ਤੇ ਇਨਸਾਨ ਜਿਹੜਾ ਹੈ ਇਹਨਾਂ ਡੇਟਾ ਨਹੀਂ ਪ੍ਰੋਸੈਸ ਕਰ ਸਕਦਾ। ਉਹਦੀ ਜਿਹੜੀ ਰੀਜ਼ਨਿੰਗ ਸੋਚ ਹੈ ਉਹ ਨਹੀਂ ਸਾਨੂੰ ਪੂਰੀ ਤਰ੍ਹਾਂ ਸਮਝ ਆਉਂਦੀ ਤੇ ਇਸ ਲਈ ਉਹਨਾਂ ਨੇ ਇਨਸਾਨ ਦੀ ਰੀਜ਼ਨਿੰਗ ਨੂੰ ਛੱਡ ਕੇ ਉਹਨਾਂ ਨੇ ਕਿਹਾ ਯਾਰ ਅਸੀਂ ਕੰਪਿਊਟਿੰਗ ਪਾਵਰ ਯੂਜ਼ ਕਰੀਏ ਕੰਪਿਊਟਰਸ ਦੀ, ਤੇ ਉਹਨਾਂ ਨੂੰ ਬਸ ਬਹੁਤ ਸਾਰਾ ਡੇਟਾ ਦੇ ਦਿਓ ਤੇ ਉਸ ਡੇਟੇ ਤੋਂ ਐਕਸਟ੍ਰੈਕਟ ਕਰਦੇ ਨੇ ਕਿ ਜੀ ਕਿਸ ਤਰੀਕੇ ਦੀ ਇੱਥੇ ਪੈਟਰਨਸ ਹੈ, ਉਹਨਾਂ ਨੂੰ ਫਿਰ ਡਿਸੀਜਨਸ ਬਣਾਉਂਦੇ ਨੇ, ਉਹਨਾਂ ਨੂੰ ਨਿਊਰਲ ਨੈਟਵਰਕਸ ਕਹਿੰਦੇ। ਹਾਂ ਆਬਦ ਜੀ, ਮੈਂ ਉਹਦੀ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਜਿਹੜੀ ਕਿ ਸਾਥਰ ਨੇ ਦਿੱਤੀ ਉਹ ਮੈਂ ਤੁਹਾਨੂੰ ਉਹ ਮੈਂ ਉਹਦੇ ਜ਼ਰੀਏ ਇਸ ਗੱਲ ਨੂੰ ਖੋਲਣਾ ਹੈ। ਉਹ ਇਹ ਹੈ ਕਿ ਜਿਹੜਾ ਐਕਸਪਰਟ ਸਿਸਟਮ ਸੀ ਜਾਂ ਰੂਲ ਬੇਸ ਸਿਸਟਮ ਸੀਗਾ, ਉਹਦੇ ਵਿੱਚ ਇਹ ਹੈ ਕਿ ਫਰਜ਼ ਕਰੋ ਤੁਸੀਂ ਟਾਈਟਲ ਦਿੱਤਾ ਹੈ ਕੈਟ, ਬਿੱਲੀ, ਬਿੱਲੀ ਜਾਂ ਨਾ ਬਿੱਲੀ, ਜਾਂ ਕੁੱਤਾ ਜਾਂ ਨਾ ਕੁੱਤਾ, ਤੇ ਹੁਣ ਉਹ ਕਿਸ ਬੁਨਿਆਦ ਦੇ ਉੱਤੇ ਕੰਪਿਊਟਰ ਜਿਹੜਾ ਹੈ ਪਛਾਣੇ ਇਸ ਗੱਲ ਨੂੰ ਕਿ ਇਹ ਚੀਜ਼ ਜਿਹੜੀ ਹੈ ਇਹ ਜਿਹੜੀ ਹੈ ਇਹਨੂੰ ਅਸੀਂ ਬਿੱਲੀ ਕਹਿ ਸਕਦੇ ਹਾਂ। ਸੋ ਇਹਦੇ ਵਿੱਚ ਉਹਨਾਂ ਨੇ ਜਿਹੜਾ ਐਕਸਪਰਟ ਸਿਸਟਮ ਸੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਨਸਾਨ ਜਿਸ ਤਰ੍ਹਾਂ ਪਛਾਣਦਾ ਹੈ ਉਹਨੂੰ ਉਹਨਾਂ ਨੇ ਕਿਹਾ ਕਿ ਜੀ ਇਹਨੂੰ ਇਸ ਤਰੀਕੇ ਦੇ ਨਾਲ, ਮਤਲਬ ਉਹ ਬੇਸਿਕਲੀ ਇਹ ਹੈਗਾ ਸੀ ਇਫ ਦੈਨ ਦਾ ਸਾਰਾ ਮਸਲਾ, ਅਗਰ ਇਹ ਹੋਏਗਾ ਤੇ ਫਿਰ ਇਹ ਹੋਏਗਾ, ਅਗਰ ਇਹ ਹੋਏਗਾ ਤੇ ਫਿਰ ਇਹ ਹੋਏਗਾ, ਇਹ ਸਾਰੀ ਲਾਜਿਕ ਸੀ ਉਹਦੀ ਮੁੱਢਲੀ। ਲੇਕਿਨ ਜਿਹੜਾ ਨਿਊਰੋ ਲੇਅਰ ਬੇਸ ਸਿਸਟਮ ਜਿਹੜਾ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਤੁਸੀਂ 2 ਲੱਖ ਤਸਵੀਰਾਂ ਜਿਹੜੀਆਂ ਨੇ ਕੈਟਸ ਦੀਆਂ ਔਰ ਨਾ ਕੈਟਸ ਦੀਆਂ ਜਿਹੜੀਆਂ ਨੇ ਉਹ ਤੁਸੀਂ ਫੀਡ ਕਰ ਦਿਓ ਤੇ ਕੰਪਿਊਟਰ ਖੁਦ ਆਪਣੇ ਤੌਰ ਦੇ ਉੱਤੇ ਫੈਸਲਾ ਕਰੇਗਾ ਕਿ ਇਹ ਚੀਜ਼ ਜਿਹੜੀ ਹੈ ਇਹ ਕੈਟ ਹੈਗੀ ਹੈ। ਉਹ ਉਹਨਾਂ ਦੇ ਕਈ ਲੱਖ ਜਿਹੜੇ ਡੇਟਾ ਪੁਆਇੰਟਸ ਨੇ ਉਹਨਾਂ ਦੇ ਪੈਟਰਨ ਨੂੰ ਰੀਡ ਕਰਕੇ ਉਹ ਨਤੀਜਾ ਕੱਢੇਗਾ। ਮਤਲਬ ਉਹ ਨਤੀਜਾ ਹੁਣ ਇਨਸਾਨਾਂ ਦੀ ਅਕਲ ਤੇ ਨਹੀਂ ਕੱਢਿਆ ਜਾ ਰਿਹਾ, ਬਲਕਿ ਜਿਹੜੇ ਨਿਊਰੋਨਸ ਨੇ, ਜਿਹੜੇ ਨਿਊਰੋਨਸ ਦੀਆਂ ਲੇਅਰਸ ਨੇ, ਉਹ ਖੁਦ ਹੀ ਕੰਪਿਊਟ ਕਰਦੀਆਂ ਨੇ ਉਹਨਾਂ ਪੈਟਰਨਸ ਨੂੰ ਰੀਡ ਕਰਨ ਲਈ ਔਰ ਉਹਨਾਂ ਪੈਟਰਨਸ ਨੂੰ ਜਿਹੜਾ ਹੈ ਉਹ ਆਪਣਾ ਉਹਨਾਂ ਦੇ ਮੁਤਾਬਕ ਉਹ ਫੈਸਲਾ ਕਰਦੀਆਂ ਨੇ। ਅੱਛਾ, ਹੁਣ ਇਹਦੇ 'ਚ ਮਿਸਾਲ ਦੇ ਤੌਰ ਦੇ ਉੱਤੇ ਹੋਰ ਅਸੀਂ ਕੋਈ ਪ੍ਰੈਕਟੀਕਲ ਮਿਸਾਲ ਲੈ ਲੈਂਦੇ ਹਾਂ। ਮੈਂ ਇੱਕ ਪ੍ਰੈਕਟੀਕਲ ਮਿਸਾਲ ਇਹ ਲੈ ਲੈਂਦੇ ਹਾਂ ਕਿ ਫਰਜ਼ ਕਰੋ ਬੈਂਕ ਜਿਹੜੇ ਨੇ ਉਹ ਲੋਨ ਦਿੰਦੇ ਨੇ ਤੇ ਬੈਂਕ ਦੇ ਮੈਨੇਜਰ ਕੋਲ ਤੁਸੀਂ ਜਾਂਦੇ ਹੋ ਤੇ ਬੈਂਕ ਦਾ ਮੈਨੇਜਰ ਤੁਹਾਡੇ ਕੋਲੋਂ 4 5 7 ਚੀਜ਼ਾਂ ਪੁੱਛਦਾ ਹੈ ਤੇ ਉਹਦੀ ਬੁਨਿਆਦ ਦੇ ਉੱਤੇ ਉਹ ਆਪਣਾ ਤੁਹਾਡਾ ਜਿਹੜਾ ਹੈ ਉਹ ਫੈਸਲਾ ਕਰ ਦਿੰਦਾ ਹੈ ਕਿ ਤੁਹਾਨੂੰ ਲੋਨ ਮਿਲੇਗਾ ਕਿ ਨਹੀਂ ਮਿਲੇਗਾ। ਅੱਛਾ, ਹੁਣ ਜਿਹੜਾ ਡੀਪ ਲਰਨਿੰਗ ਸਿਸਟਮ ਹੈ ਉਹਦੇ ਵਿੱਚ ਤੁਸੀਂ ਕਰਜ਼ਾ ਲੈਣ ਵਾਲਿਆਂ ਦੇ ਕਰੋੜਾਂ ਬੰਦਿਆਂ ਦਾ ਡੇਟਾ ਭਰ ਦਿੱਤਾ
ਔਰ ਉਹ ਕਰੋੜਾਂ ਬੰਦਿਆਂ ਦੇ ਡੇਟੇ ਨੂੰ ਪੜ੍ਹ ਕੇ ਉਹਨੇ ਪੈਟਰਨ ਮਾਲੂਮ ਕਰ ਲਿਆ ਕਿ ਇਹਨਾਂ ਵਿੱਚੋਂ ਕਿਹੜੇ ਇਸ ਕਾਬਲ ਨੇ ਕਿ ਜਿਨ੍ਹਾਂ ਨੂੰ ਕਰਜ਼ਾ ਦਿੱਤਾ ਜਾਵੇ ਤੇ ਕਿਹੜੇ ਇਸ ਕਾਬਲ ਨੇ ਕਿ ਜਿਨ੍ਹਾਂ ਨੂੰ ਕਰਜ਼ਾ ਨਾ ਦਿੱਤਾ ਜਾਏ। ਉਹਨੇ ਕਰੋੜਾਂ ਅਰਬਾਂ ਲੋਕਾਂ ਦੇ ਕਰਜ਼ੇ ਦੇ ਡੇਟੇ ਤੋਂ ਇਹ ਉਹਨੇ ਪੈਟਰਨ ਡਿਸਕਵਰ ਕਰ ਲਿਆ। ਹੁਣ ਉਹ ਕੰਪਿਊਟਰ ਜਿਹੜਾ ਹੈ, ਉਹ ਜਿਹੜਾ ਨਿਊਰਲ ਲੇਅਰਸ ਦੇ ਉੱਤੇ ਬੇਸਡ ਹੈ, ਉਹ ਹੁਣ ਜਿਹੜਾ ਫੈਸਲਾ ਕਰੇਗਾ ਕਿਹਨੂੰ ਕਰਜ਼ਾ ਮਿਲਣਾ ਚਾਹੀਦਾ ਤੇ ਕਿਹਨੂੰ ਕਰਜ਼ਾ ਨਹੀਂ ਮਿਲਣਾ ਚਾਹੀਦਾ, ਉਹਦਾ ਮੁਕਾਬਲਾ ਇੱਕ ਬੈਂਕ ਦਾ ਮੈਨੇਜਰ ਕਰ ਹੀ ਨਹੀਂ ਸਕਦਾ, ਕਿਉਂਕਿ ਬੈਂਕ ਦਾ ਮੈਨੇਜਰ ਕੋਲ ਓਡਾ ਵੱਡਾ ਇੰਨੇ ਵੱਡੇ ਡੇਟਾਬੇਸ ਦੇ ਉੱਤੇ ਉਹਦੇ ਕੋਲ ਪੈਟਰਨ ਨਹੀਂ ਹੈਗਾ ਜਿਹੜਾ ਕਿ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿਹੜਾ ਬਣਾ ਲਿਆ ਹੈ ਉਹਨੇ ਕਰੋੜਾਂ ਸੀ। ਇਹਦੀ ਮੈਂ ਤੁਹਾਨੂੰ ਅੱਗੇ ਜਾ ਕੇ ਦੇਣੀ ਸੀ ਮਿਸਾਲ, ਲੇਕਿਨ ਮੈਂ ਇੱਥੇ ਹੀ ਤੁਹਾਨੂੰ ਦੇ ਦਿੰਦਾ ਹੈ ਕਿ ਚੀਨ ਦੇ ਵਿੱਚ ਸਾਰੀ ਦੁਨੀਆ ਵਿੱਚ ਚੀਨ ਦੇ ਵਿੱਚ ਵੀ ਸੀ ਇੰਜ ਕਿ ਵੀ ਜਿਹੜਾ ਕਰਜ਼ਾ ਜਿਹੜਾ ਲੈਣਾ ਹੈ ਲੋਕਾਂ ਨੇ, ਉਹ ਕੋਈ ਨਾ ਕੋਈ ਚੀਜ਼ ਆਪਣੀ ਜਿਹੜੀ ਆ ਉਹ ਮੌਰਗੇਜ ਕਰਦੇ ਨੇ, ਗਿਰਵੀ ਰੱਖਦੇ ਨੇ ਤੇ ਉਹਦੇ ਉੱਤੇ ਕਰਜ਼ਾ ਮਿਲਦਾ ਹੈ ਜਾਂ ਤੁਹਾਡੀ ਇਨਕਮ ਤੇ ਕਰਜ਼ਾ ਮਿਲਦਾ ਜਿਹੜੀ ਫਿਊਚਰ 'ਚ ਹੋਣੀ ਹੈ ਵਗੈਰਾ ਵਗੈਰਾ। ਉੱਥੇ ਕੰਪਨੀ ਨੇ ਕਿਹਾ ਕਿ ਜੀ ਅਸੀਂ ਇਹ ਜਿਹੜੇ ਸਾਰੇ ਰਵਾਇਤੀ ਤਰੀਕੇ ਨੇ ਇਹਨਾਂ ਸਾਰਿਆਂ ਨੂੰ ਛੱਡ ਰਹੇ ਹਾਂ ਕਿ ਕਿਸੇ ਕੋਲ ਜਾਇਦਾਦ ਹੈਗੀ ਹੈ ਕਿ ਨਹੀਂ ਹੈਗੀ, ਇਨਕਮ ਹੈਗੀ ਹੈ ਕਿ ਨਹੀਂ ਹੈਗੀ, ਵੀ ਡੋਂਟ ਕੇਅਰ ਫॉर दैट। ਉਹਨਾਂ ਨੇ ਕਿਹਾ ਲੋਕਾਂ ਨੂੰ ਕਿ ਤੁਸੀਂ ਆਪਣੇ ਜਿਹੜੇ ਸੈੱਲ ਫੋਨ ਹੈ, ਆਪਣੇ ਸੈੱਲ ਫੋਨ ਦਾ ਡੇਟਾ ਸਾਨੂੰ ਦੇ ਦਿਓ। ਉਹਨਾਂ ਨੇ ਕਰੋੜਾਂ ਬੰਦਿਆਂ ਦਾ ਸੈੱਲ ਫੋਨ ਦਾ ਡੇਟਾ ਲੈ ਲਿਆ। ਉਹਦੇ ਵਿੱਚ ਫਿਰ ਉਹਨਾਂ ਨੇ ਪੈਟਰਨਸ ਕੱਢੇ ਕਿ ਇਹਨਾਂ ਵਿੱਚੋਂ ਕਿਹੜੇ ਬੰਦੇ ਕਾਬਲੇ ਇਤਬਾਰ ਨੇ, ਕਿਹੜੇ ਬੰਦੇ ਨੇ ਜਿਹੜੇ ਕਿ ਜ਼ਿਆਦਾ ਇਮਕਾਨ ਕਰਜ਼ਾ ਵਾਪਸ ਕਰਨਗੇ ਤੇ ਕਿਹੜੇ ਨਹੀਂ ਕਰਨਗੇ। ਮਿਸਾਲ ਦੇ ਤੌਰ ਦੇ ਉੱਤੇ ਉਹਨਾਂ ਨੇ ਉਹਦੇ ਵਿੱਚ ਇਹ ਵੀ ਇੱਕ ਵੇਰੀਏਬਲ ਰੱਖਿਆ ਕਿ ਇਸ ਬੰਦੇ ਦਾ ਜਿਹੜਾ ਸੈੱਲ ਫੋਨ ਹੈ ਇਹ ਚਾਰਜ ਕਿੰਨੀ ਵਾਰੀ ਹੁੰਦਾ ਹੈ, ਕਿਆ ਇਹ ਚਾਰਜ ਪੂਰਾ ਰੱਖਦਾ ਕਿ ਨਹੀਂ ਰੱਖਦਾ, ਕਿਆ ਇਹ ਬਹੁਤੀ ਵਾਰੀ ਚਾਰਜ ਜਿਹਦਾ ਜ਼ਾਇਆ ਹੋ ਜਾਂਦਾ ਹੈ ਤੇ ਫਿਰ ਇਹ ਦੁਬਾਰਾ ਤੋਂ ਚਾਰਜ ਕਰਦਾ ਹੈ। ਇਸ ਤਰ੍ਹਾਂ ਦੇ ਵੇਰੀਏਬਲ ਵੀ ਉਹਨਾਂ ਨੇ ਰੱਖੇ। ਯਾਨੀ ਉਹਨਾਂ ਨੇ ਇਨਸਾਨ ਦੀ ਬਿਹੇਵੀਅਰ ਦੇ ਪੈਟਰਨਸ ਦੇ ਉੱਤੇ ਉਹਨਾਂ ਨੇ ਇਹ ਨਤੀਜਾ ਕੱਢਿਆ ਕਿਹਨੂੰ ਕਰਜ਼ਾ ਦਿੱਤਾ ਜਾਣਾ ਚਾਹੀਦਾ ਤੇ ਕਿਹਨੂੰ ਕਰਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ। ਚੁਨਾਚੇ ਉਹਨਾਂ ਨੇ ਉਸ ਬੇਸ ਦੇ ਉੱਤੇ ਚੀਨ ਵਿੱਚ ਬਗੈਰ ਪ੍ਰਾਪਰਟੀ, ਬਗੈਰ ਇਨਕਮ, ਬਗੈਰ ਦੇਖੇ ਤੋਂ ਉਸ ਦੇ ਬੁਨਿਆਦ ਦੇ ਉੱਤੇ ਉਹਨਾਂ ਨੇ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ। ਹੁਣ ਉਹ ਕੰਪਨੀ ਜਿਹੜੀ ਹੈ ਉਹ ਚੀਨ ਦੀ ਤਕਰੀਬਨ ਸਭ ਤੋਂ ਵੱਡੀ ਕਰਜ਼ੇ ਦੇਣ ਵਾਲੀ ਕੰਪਨੀ ਹੈ। ਸੋ ਮਤਲਬ ਇਹ ਹੈ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਰੋੜਾਂ ਅਰਬਾਂ ਦੇ ਡੇਟੇ ਨੂੰ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਪੈਟਰਨ ਲੱਭਿਆ ਉਹ ਬੰਦਾ ਨਹੀਂ ਸੀ ਲੱਭ ਸਕਦਾ, ਉਹ ਕੰਪਿਊਟਰ ਹੀ ਲੱਭ ਸਕਦਾ ਸੀ। ਤੇ ਇਹ ਆਪਣਾ ਇਹਦੀ ਇਹ ਅਮਲੀ ਮਿਸਾਲ ਹੈਗੀ ਆ। ਔਰ ਇਹ ਸਹੀ ਕਹਿੰਦੇ ਨੇ ਕਿ ਇਹਦੇ ਵਿੱਚ ਜਿਹੜੀ ਬੁਨਿਆਦ ਹੈਗੀ ਹੈ, ਪਹਿਲੇ ਤੇ ਇਹ ਸੀ ਕਿ ਆਪਣਾ ਜਿਹੜੇ ਸ਼ੁਰੂ ਦੇ ਵਿੱਚ ਇਹਨਾਂ ਨੇ ਸਹੀ ਕਿਹਾ ਆਪਣਾ ਆਬਦ ਹੋਰਾਂ ਨੇ ਕਿ ਸ਼ੁਰੂ ਦੇ ਵਿੱਚ ਮਸਲਾ ਇਹ ਸੀਗਾ ਕਿ ਜਿਹੜੀ ਕੰਪਿਊਟਿੰਗ ਪਾਵਰ ਹੈ, ਕੰਪਿਊਟਿੰਗ ਪਾਵਰ ਬਹੁਤ ਘੱਟ ਸੀ। ਮਿਸਾਲ ਦੇ ਤੌਰ ਤੇ ਉਹ ਜਿਹੜਾ ਸਭ ਤੋਂ ਬੰਦਾ ਪਹਿਲੇ ਚੰਦ ਤੇ ਗਿਆ ਸੀਗਾ, ਕੀ ਨਾਂ ਸੀ ਉਹਦਾ? ਨੀਲ ਆਰਮਸਟਰੋਂਗ। ਨੀਲ ਆਰਮਸਟਰੋਂਗ ਜਿਹੜਾ ਉਸ ਵੇਲੇ ਨਾਸਾ ਕੋਲ ਜਿਹੜਾ ਕੰਪਿਊਟਰ ਸੀਗਾ ਜਿਹਦੇ ਬੁਨਿਆਦ ਦੇ ਉੱਤੇ ਉਹਨਾਂ ਨੇ ਨੀਲ ਆਰਮਸਟਰੋਂਗ ਨੂੰ ਚੰਦ ਤੇ ਭੇਜਿਆ ਸੀਗਾ, ਉਹਦੇ ਮੁਕਾਬਲੇ 'ਚ ਹੁਣ ਤੁਹਾਡਾ ਜਿਹੜਾ ਸੈੱਲ ਫੋਨ ਹੈ ਉਹਦੇ ਨਾਲੋਂ 1000 ਗੁਣਾ ਜ਼ਿਆਦਾ ਤੇਜ਼ ਕੰਪਿਊਟਰ ਹੈ। ਤੁਸੀਂ ਇਹ ਦੇਖ ਲਓ। ਅੱਛਾ, ਇੱਕ ਤੇ ਇਹ ਹੈ ਕਿ ਕੰਪਿਊਟਿੰਗ ਪਾਵਰ ਜਿਹੜੀ ਹੈ ਉਹ ਬਹੁਤ ਅਹਿਮ ਹੈ ਕਿ ਕਿੰਨੀ ਤੇਜ਼ੀ ਦੇ ਨਾਲ ਕੰਪਿਊਟ ਕਰ ਸਕਦੀ ਹੈ ਮਸ਼ੀਨ। ਦੂਜਾ ਜਿਹੜਾ ਸਭ ਤੋਂ ਵੱਡਾ ਇਹ 'ਚ ਫੈਕਟਰ ਹੈਗਾ ਉਹ ਹੈਗਾ
अपना डेटे का ਜਿਹੜਾ ਬੁਨਿਆਦ ਹੈ ਉਹ ਡੇਟਾ ਹੈ ਕਿੰਨਾ ਵੱਡਾ ਡੇਟਾ ਤੁਹਾਡੇ ਕੋਲ ਹੈਗਾ ਹੈ ਔਰ ਉਸ ਡੇਟੇ ਦੇ ਉੱਤੋਂ ਅਗਰ ਵੱਡਾ ਡੇਟਾ ਹੈ ਤੇ ਜਿਹੜੀ ਤੁਸੀਂ ਪੈਟਰਨਸ ਮਾਲੂਮ ਕਰੋਗੇ ਔਰ ਜਿਹੜੀ ਤੁਸੀਂ ਫੋਰਕਾਸਟ ਕਰੋਗੇ ਉਹ ਜ਼ਿਆਦਾ ਦਰੁਸਤ ਹੋਵੇਗੀ ਤੇ ਜੇ ਛੋਟੇ ਡੇਟੇ ਤੋਂ ਤੁਸੀਂ ਕਰੋਗੇ ਤੇ ਉਹ ਆਪਣਾ ਜਿਹੜੇ ਛੋਟੇ ਡੇਟੇ ਤੋਂ ਕਰੋਗੇ ਤੇ ਉਹ ਓਨੀ ਪਾਵਰਫੁਲ ਨਹੀਂ ਹੋਵੇਗੀ ਇਸੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਚੀਨ ਕੋਲ ਡੇਟਾ ਸਾਈਜ਼ ਹੈ ਇੱਕ 1.3 ਜਾਂ 4 ਬਿਲੀਅਨ ਲੋਕਾਂ ਦਾ ਜਿਹੜਾ ਉਹਦੇ ਕੋਲ ਡੇਟਾ ਸਾਈਜ਼ ਹੈਗਾ ਉਹ ਕਿਸੇ ਕੋਲ ਡੇਟਾ ਸਾਈਜ਼ ਹੈ ਹੀ ਨਹੀਂ ਹੈ ਯੂਰਪ ਦੇ 3-4 ਮੁਲਕ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਅੱਗੇ ਨੇ ਲੇਕਿਨ ਉਹਨਾਂ ਕੋਲ ਵੀ ਜਿਹੜਾ ਡੇਟਾਬੇਸ ਹੈਗੇ ਨੇ ਉਹ ਬਹੁਤ ਛੋਟੇ ਨੇ ਲਿਹਾਜ਼ਾ ਉਹ ਚੀਨ ਦੀ ਜਿਹੜੀ ਕਪੈਸਿਟੀ ਹੈ ਪੈਟਰਨਸ ਨੂੰ ਦੇਖਣ ਦੀ ਔਰ ਚੀਜ਼ਾਂ ਨਵੀਆਂ ਬਣਾਉਣ ਦੀ ਜਿਹੜੀ ਉਹਨਾਂ ਕੋਲ ਹੈਗੀ ਹੈ ਉਹ ਇਹਨਾਂ ਕੋਲ ਆ ਨਹੀਂ ਸਕਦੀ ਜਿੰਨਾ ਚਿਰ ਤੱਕ ਕੋਈ ਹੋਰ ਵੱਡੀ ਇਜਾਦ ਨਾ ਹੋਵੇ ਅੱਛਾ ਹੁਣ ਇੱਥੇ ਹੋਰ ਥੋੜੀ ਜਿਹੀ ਗੱਲ ਕਰਦੇ ਚਲੀਏ ਉਹ ਗੱਲ ਇਹ ਕੀ ਹੈਗੀ ਹੈ ਕਿ ਜਿਹੜੀ ਇੱਥੇ ਸੀ ਨਾ ਆਪਣਾ ਚੀਨ ਦੀ ਗੱਲ ਹੋਣ ਲੱਗ ਪਈ ਇਸ ਤੋਂ ਪਹਿਲੇ ਇਹ ਸੀ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਥਿਊਰੀ ਔਰ ਬੇਸਿਕ ਸਟਰਕਚਰ ਜਿਹੜਾ ਹੈ ਉਹ ਤੇ ਸਿਰਫ ਉਹ ਤੇ ਅਮਰੀਕੀਆਂ ਨੇ ਤੇ ਕੈਨੇਡੀਅਨਸ ਨੇ ਬਣਾਇਆ ਉਹ ਇਹਨਾਂ ਦੀ ਸਾਰਾ ਕੰਮ ਸੀਗਾ ਉਹਦੇ ਤੇ ਲੇਕਿਨ ਜਦੋਂ ਉਹ ਬਣ ਗਿਆ ਉਹ ਥਿਊਰੀ ਜਿਹੜੀ ਆ ਉਹ ਕੰਪਲੀਟ ਹੋ ਗਈ ਫਿਰ ਸੀ ਮਸਲਾ ਉਹਨੂੰ ਇੰਪਲੀਮੈਂਟ ਕਰਨ ਦਾ ਤੇ ਮਤਲਬ ਇਹ ਹੈ ਕਿ ਉਹਨਾਂ ਥਿਊਰੀਆਂ ਨੂੰ ਲੈ ਕੇ ਇੰਪਲੀਮੈਂਟ ਜਿਹੜਾ ਕੌਣ ਕਿਵੇਂ ਕਿੰਨੀ ਜਲਦੀ ਕਰ ਸਕਦਾ ਹੈ ਇਹ ਮਸਲਾ ਜਿਹੜਾ ਹੈ ਇਹ ਹੋ ਗਿਆ ਅੱਛਾ ਚੀਨੀ ਜਿਹੜੇ ਸਨ ਉਹ ਤੇ ਪਹਿਲੇ ਤੇ ਉਹ ਕਾਪੀ ਕਟਿੰਗ ਕਰਦੇ ਸਨ ਨਾ ਉਹ ਤੇ ਕਟਿੰਗ ਐਜ ਤੇ ਨਹੀਂ ਸੀ ਹੈਗੇ ਆਪਣਾ ਇਹਦੇ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬੇਸਿਕ ਥਿਊਰੀਆਂ ਬਣਾਉਣ ਦੇ ਉੱਤੇ ਲੇਕਿਨ ਜਦੋਂ ਥਿਊਰੀਆਂ ਬਣ ਗਈਆਂ ਤੇ ਫਿਰ ਇੰਪਲੀਮੈਂਟ ਕਰਨ ਲਈ ਤੇ ਫਿਰ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਤੇ ਉਹਨਾਂ ਨੇ ਇੰਜੀਨੀਅਰਾਂ ਦੀਆਂ ਫੌਜ ਤਿਆਰ ਕਰ ਦਿੱਤੀ ਜਿਹੜੇ ਉਹਨਾਂ ਥਿਊਰੀਆਂ ਨੂੰ ਬੇਸਿਕਲੀ ਜਿਹੜੀ ਹੈ ਉਹ ਇੰਪਲੀਮੈਂਟ ਕਰ ਸਕਦੇ ਸੀ ਮੁxtਲਿਫ ਚੀਜ਼ਾਂ ਦੇ ਵਿੱਚ ਇਸਤੇਮਾਲ ਦੇ ਲਈ ਠੀਕ ਹੈ ਜੀ ਸੋ ਲਿਹਾਜ਼ਾ ਹੁਣ ਸੂਰਤ ਹਾਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਬੇਸਿਕ ਥਿਊਰੀ ਹੈ ਜਿਹੜੀ ਪੁਲਿਸ ਕੌਣ ਹੈ ਪੁਲਿਸ ਕੌਣ ਕਰ ਰਿਹਾ ਹੈ ਇਹ ਕੌਣ ਕਰ ਰਿਹਾ ਹੈ म्यूट करो जी म्यूट करो ਇੱਕ ਮਿੰਟ ਠਹਿਰੋ ਜ਼ਰਾ ਅੱਛਾ ਹੁਣ ਜਿਹੜਾ ਹੈ ਉਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਮੰਜ਼ਿਲ ਹੈ ਉਹ ਮੰਜ਼ਿਲ ਹੈਗੀ ਹੈ ਇੰਪਲੀਮੈਂਟ ਕਰਨ ਦੀ ਉਹਨੂੰ ਅੱਛਾ ਹੁਣ ਜਿਹੜਾ ਇੰਪਲੀਮੈਂਟ ਜਿਹੜੇ ਸਟੈਪਸ ਨੇ ਚਾਹੀਦੇ ਜ਼ਰੂਰੀ ਉਹ ਇਹ ਹੈਗੇ ਨੇ ਕਿ ਪਹਿਲੀ ਗੱਲ ਤੇ ਹੈ ਕਿ ਤੁਹਾਡੇ ਕੋਲ ਕੰਪਿਊਟਿੰਗ ਪਾਵਰ ਹੋਵੇ ਨੰਬਰ 1 ਨੰਬਰ 2 ਤੁਹਾਡੇ ਕੋਲ ਡੇਟਾ ਸਾਈਜ਼ ਬਹੁਤ ਵੱਡਾ ਹੋਵੇ ਦੋ ਗੱਲਾਂ ਤੀਜੀ ਗੱਲ ਇਹ ਹੈਗੀ ਹੈ ਕਿ ਤੁਹਾਡੇ ਕੋਲ ਇੰਜੀਨੀਅਰ ਜਿਹੜੇ ਨੇ ਉਹ ਹੋਣ ਜਿਹੜੇ ਕਿ ਐਲਗੋਰਿਜ਼ਮ ਲਿਖ ਸਕਦੇ ਨੇ ਚੀਜ਼ਾਂ ਨੂੰ ਬਣਾਉਣ ਲਈ
ਮੁxtਲਿਫ ਚੀਜ਼ਾਂ ਨੂੰ ਬਣਾਉਣ ਲਈ ਜਿਹੜੀ ਐਲਗੋਰਿਦਮ ਲਿਖ ਸਕਦੇ ਨੇ। ਤੇ ਚੌਥੀ ਜਿਹੜੀ ਗੱਲ ਹੈਗੀ ਹੈ ਕਿ ਉਹ ਪ੍ਰੋਡਕਟ ਜਿਹੜੀ ਹੈ ਉਹਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਜਾਂਦੇ ਹੋ। ਇਹ 4 ਮੰਜ਼ਿਲਾਂ ਨੇ। ਅੱਛਾ, ਤੁਸੀਂ ਆਬਦ ਜੀ ਤੁਸੀਂ ਇਹ ਜ਼ਰਾ ਦੱਸੋ ਕਿ ਇਹਨੂੰ ਐਲਗੋਰਿਦਮ ਨੂੰ ਤੁਸੀਂ ਜ਼ਰਾ ਇਹਦੇ ਉੱਤੇ ਰੋਸ਼ਨੀ ਪਾਓ ਕਿ ਕੀ ਹੁੰਦੀ ਹੈ। ਅੱਛਾ ਜੀ ਸਰ ਜੀ, ਮੈਂ ਤੁਹਾਨੂੰ ਇਹ ਸਾਰੀ ਚੀਜ਼ਾਂ ਨਾ ਐਗਜ਼ਾਮਪਲਸ ਨੂੰ ਦੱਸਣਾ। ਤੁਸੀਂ ਇਹ ਹਾਂਜੀ ਵੇਖੋ ਕਿ ਮਤਲਬ ਜੋ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਨਾਂ ਨੂੰ ਕੰਪਲੀਮੈਂਟ ਕਰਨਾ ਚਾਹੁੰਦਾ। ਤੁਸੀਂ ਵੇਖੋ ਕਿ ਜਦੋਂ ਇੱਕ ਤੁਸੀਂ ਐਗਜ਼ਾਮਪਲ ਦਿੱਤੀ ਸੀ ਨਾ ਲੋਨਸ ਦੀ, ਤੇ ਕਿਸ ਤਰ੍ਹਾਂ ਕੌਣ ਐਫੀਸ਼ੀਐਂਟਲੀ ਲੋਕਾਂ ਨੂੰ ਸਿਲੈਕਟ ਕਰਦਾ ਹੈ ਲੋਨ ਲਈ, ਤੇ ਕਿਸ ਤਰ੍ਹਾਂ ਕੰਪਿਊਟਰ ਦੇ ਚ ਕੈਪੇਬਿਲਿਟੀ ਜ਼ਿਆਦਾ ਹੋ ਜਾਂਦੀ ਜਦੋਂ ਉਹਦੇ ਕੋਲ ਡੇਟਾ ਸੈਟ ਜ਼ਿਆਦਾ ਹੁੰਦਾ ਹੈ। ਤੇ ਉਹ ਤੁਸੀਂ ਵੇਖੋ ਕਿ ਹੁਣ ਉਹ ਇੱਕ ਉਹਦਾ ਹਿੱਸਾ ਹੈ, ਪਰ ਜਿਹੜਾ ਡੇਟਾ ਗੈਦਰਿੰਗ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ ਜਿਹੜੀ ਇੰਪਲੀਮੈਂਟੇਸ਼ਨ ਵਿੱਚ। ਕਿਉਂਕਿ ਹੁਣ ਅਗਰ ਤੁਸੀਂ ਵੇਖੋ ਤੇ ਉਹ ਇੰਤਜ਼ਾਰ ਨਹੀਂ ਕਰਦੇ ਜਿਨ੍ਹਾਂ ਨੂੰ ਸਿਲੈਕਟ ਵੀ ਕੀਤਾ ਹੈ ਕਿ ਉਹ ਆ ਕੇ ਦੱਸਣ ਕਿ ਜੀ ਮੇਰੇ ਕੋਲ ਹੁਣ ਪੈਸੇ ਮੁੱਕ ਗਏ, ਮੈਂ ਤੁਹਾਡਾ ਲੋਨ ਨਹੀਂ ਦੇ ਸਕਦਾ। ਉਹ ਤੁਹਾਡੀ ਇੱਕ ਇੱਕ ਸਟੈਪ ਜਿਹੜੀ ਹੈ ਤੁਹਾਡੇ ਰਿਸ਼ਤੇਦਾਰਾਂ ਦੀ, ਤੁਹਾਡੀ ਉਹਨਾਂ ਨੂੰ ਟਰੈਕ ਕਰਦੇ ਨੇ ਕਿ ਕਿਹੜੀ ਚੀਜ਼ ਪੈਟਰਨ ਤੋਂ ਹਟ ਕੇ ਹੈ। ਜਿੱਥੇ ਤੁਸੀਂ ਖਰਚੇ बढ़ाते, ਜਿੱਥੇ ਤੁਸੀਂ ਕੋਈ ਬਿੱਲ ਨਹੀਂ ਦਿੱਤਾ, ਜਿੱਥੇ ਤੁਸੀਂ ਅਨਯੂਜੂਅਲ ਕੋਈ ਚੀਜ਼ ਕੀਤੀ ਹੈ ਨਾ, ਉਹਨਾਂ ਨੂੰ ਪ੍ਰੋਐਕਟਿਵਲੀ ਉਹਦਾ ਪਤਾ ਲੱਗ ਜਾਂਦਾ ਹੈ। ਤੇ ਉਹ ਫਿਰ ਬੜੀ ਛੇਤੀ ਰਿਐਕਟ ਕਰ ਸਕਦੇ ਨੇ ਕਿ ਤੁਹਾਡੀ ਜਿਹੜੀ ਲੋਨ ਕੇ ਜਿਹੜਾ ਹੈ ਉਹਨੂੰ ਕਾਲ ਕਰੀਏ ਜਾਂ ਉਹ ਪੁੱਛੀਏ ਤੁਹਾਨੂੰ ਕਿ ਕੀ ਹੋ ਰਿਹਾ ਹੈ, ਤੇ ਇੱਕ ਇੱਕ ਚੀਜ਼ ਨੂੰ ਟਰੈਕ ਕਰਦੇ ਨੇ। ਤੇ ਨਹੀਂ, ਮੈਂ ਇੱਕ ਤੁਹਾਨੂੰ ਹਾਂ ਤੁਸੀਂ ਇਹ ਜ਼ਰੂਰ ਦੱਸੋ, ਲੇਕਿਨ ਤੁਸੀਂ ਇਹ ਵੀ ਦੱਸੋ ਜਿਹੜੀ ਐਲਗੋਰਿਦਮ ਲਿਖਣੀ ਹੁੰਦੀ ਹੈ ਉਹ ਕੀ ਹੈ। ਹਾਂ, ਅੱਛਾ ਜੀ, ਤਾਂ ਉਹਦਾ ਤੁਸੀਂ ਵੇਖੋ ਨਾ ਕਿ ਐਲਗੋਰਿਥਮ ਜਿਹੜੀ ਹੁੰਦੀ ਹੈ, ਅਗਰ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ। ਹੂੰ ਇੱਕ ਅਮਰੀਕਾ ਵਿੱਚ ਜਿਹੜੀ ਜੀਓਲੋਜੀਕਲ ਸਰਵੇ ਹੈ ਡਿਪਾਰਟਮੈਂਟ ਆਫ ਇੰਟੀਰੀਅਰ ਦੀ, ਉਹਦੇ ਕੋਲ ਸਭ ਤੋਂ ਵੱਡਾ ਡੇਟਾਬੇਸ ਹੈ ਵੈਦਰ ਪੈਟਰਨਸ ਦਾ। ਸਭ ਤੋਂ ਵੱਡਾ ਡੇਟਾਬੇਸ ਹੈ ਵੈਦਰ ਪੈਟਰਨਸ ਦਾ। ਜੀ ਤੇ ਉਹ ਡੇਟਾਬੇਸ ਉਹਨਾਂ ਦਾ ਬਹੁਤ ਵੱਡਾ ਡੇਟਾ ਸੈਂਟਰ ਹੈ, ਜਿੱਥੇ ਲੱਖਾਂ ਜਿਹੜੇ ਹੁੰਦੇ ਨੇ ਸਰਵਰਸ ਹੁੰਦੇ ਨੇ, ਉੱਥੇ ਉਹ ਡੇਟਾ ਸਟੋਰ ਕਰਦੇ ਨੇ। ਅੱਛਾ, ਉਸ ਡੇਟਾ ਪੈਟਰਨਸ ਤੋਂ ਸਾਰੀ ਜਿਹੜੀ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਏਰੀਆਜ਼ ਹੁੰਦੀ ਹੈ ਨਾ, ਕਿ ਜੀ ਕਿੱਥੇ ਕਿਸ ਫਸਲ ਨੂੰ ਖਤਰਾ ਹੈ, ਕਿੱਥੇ ਕਿਸ ਸਾਹਿਲ ਨੂੰ ਖਤਰਾ ਹੈ, ਜਿੱਥੇ ਵਾਟਰ ਲੈਵਲ ਰੇਜ਼ ਹੋ ਰਿਹਾ ਹੈ, ਕਿੱਥੇ ਬਾਰਿਸ਼ ਘੱਟ ਹੋ ਜਾਣੀ ਹੈ, ਕਿਸ ਤਰ੍ਹਾਂ ਤੁਸੀਂ ਇਨਫਲੂਐਂਸ ਕਰ ਸਕਦੇ ਹੋ ਵੈਦਰ ਨੂੰ, ਕਿਸ ਤਰ੍ਹਾਂ ਕੋਈ ਦੁਸ਼ਮਣ ਮੁਲਕ ਤੁਹਾਡਾ ਮੌਸਮ ਬਦਲ ਕੇ ਤੁਹਾਡੇ ਮੁਲਕ ਵਿੱਚ ਕਹਿਤ ਪੈਦਾ ਕਰ ਸਕਦਾ ਹੈ, ਕਿਸ ਤਰ੍ਹਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਦੂਸਰੇ ਮੁਲਕਾਂ ਵਿੱਚ। ਇਹ ਸਾਰੀ ਜਿਹੜੀ ਡਿਸੀਜਨਸ ਜਿਹੜੀ ਸਟ੍ਰੈਟੇਜਿਕ ਰੱਖਦੀਆਂ, ਉੱਥੇ ਲੋਕੀ ਬਹਿ ਕੇ ਕਹਿੰਦੇ ਨੇ ਕਿ ਜੀ ਸਾਨੂੰ ਇਸ ਫੀਲਡ ਵਿੱਚ ਇਸ ਕਿਸਮ ਦੀ ਡਿਸੀਜਨਸ ਲੈਣੀ ਹੈ, ਤੇ ਇਹਦੇ ਲਈ ਸਾਨੂੰ ਇਸ ਕਿਸਮ ਦਾ ਡੇਟਾ ਚਾਹੀਦਾ ਹੈ, ਜਿਹੜਾ ਡੇਟੇ ਤੋਂ ਪ੍ਰਿਡਿਕਟ ਕਰੇ ਕਿ ਜੀ ਇਹ ਹੋ ਸਕਦਾ ਤੇ ਇਹ ਨਹੀਂ ਹੋ ਸਕਦਾ। ਤੇ ਬਹੁਤ ਸਾਰੇ ਉਹਦੇ ਚ ਫੈਕਟਰਸ ਹੈ, ਤੇ ਇੱਕ ਪੂਰੀ ਆਰਮੀ ਹੁੰਦੀ ਹੈ ਉਹ ਸਬਜੈਕਟ ਮੈਟਰ ਐਕਸਪਰਟਸ ਦੀ, ਜਿਹੜੀ ਸਾਰੇ ਮੁਲਕ ਦੇ ਸਟ੍ਰੈਟੇਜਿਕ ਡਿਸੀਜਨਸ ਨੂੰ ਇਸ ਤਰ੍ਹਾਂ ਡਿਸਾਈਡ ਕਰਦੀ ਹੈ ਕਿੰਨਾ ਵੱਡਾ ਸਾਡਾ ਡਿਜ਼ਾਸਟਰ ਰਿਲੀਫ ਦਾ ਬਜਟ ਹੋਣਾ ਚਾਹੀਦਾ ਹੈ, ਕਿੱਥੇ ਡਿਜ਼ਾਸਟਰ ਆ ਰਿਹਾ ਹੈ, ਕਿੱਥੇ ਅਸੀਂ ਪ੍ਰੋਐਕਟਿਵ ਐਕਸ਼ਨ ਲੈਣਾ ਹੈ। ਤੇ ਪਹਿਲਾ ਤੇ ਉਹਦਾ ਹਿੱਸਾ ਉਹ ਹੁੰਦਾ ਹੈ ਕਿ ਤੁਸੀਂ ਦੱਸੋ ਕਿ ਮਤਲਬ ਫਿਕਸ ਕਰੋ ਕਿੱਥੇ ਕਿ ਜੀ ਇਹ ਸਾਰੀ ਜਿਹੜੀ ਇਨਸਾਨ ਦੀ ਐਕਟੀਵਿਟੀਜ਼ ਹੈ ਇਹ ਕਿੰਨਾ ਸਟ੍ਰੈਟੇਜਿਕ ਹੈ, ਕਿਸ ਤਰ੍ਹਾਂ ਇਨਫਲੂਐਂਸ ਕਰਦੇ ਨੇ, ਕੀ ਕਰਦੇ। ਅੱਛਾ, ਉਹਦੇ ਬਾਅਦ ਜਿਹੜਾ ਡੇਟਾ ਜਮਾ ਕਰਨ ਦਾ ਐਕਟੀਵਿਟੀ ਹੁੰਦੀ ਹੈ ਨਾ, ਉਹ ਅਲੱਗ ਐਕਟੀਵਿਟੀ ਹੁੰਦੀ ਹੈ। ਤੁਸੀਂ ਆਪਣਾ, ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਕਿਹਾ ਸੀ ਕਿ ਹਾਂਜੀ, ਐਲਗੋਰਿਥਮ ਕਿਸ ਤਰ੍ਹਾਂ ਬਣਾਉਂਦੇ ਨੇ, ਉਹ ਹਾਂਜੀ ਕੀ ਕਰਦੇ। ਐਲਗੋਰਿਦਮ ਕੀ ਹੁੰਦੀ ਹੈ ਤਾਂ ਕਿ ਇਹਨਾਂ ਬਾਕੀ ਸਾਰਿਆਂ ਨੂੰ ਸਮਝ ਆ ਜਾਏ। ਹਾਂਜੀ, ਐਲਗੋਰਿਥਮ ਇਹ ਹੁੰਦੀ ਹੈ ਕਿ ਤੁਸੀਂ ਇੱਕ 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 ਚੀਜ਼ ਤੁਸੀਂ
ਆਈਡੈਂਟੀਫਾਈ ਕੀਤੀ ਹੈ ਕਿ ਇਸ ਇੰਨੇ ਵੱਡੇ ਡੇਟਾ ਵਿੱਚ ਇਹ ਮੈਨੂੰ ਦੱਸੋ ਕਿ ਕਿਹਦੀ ਰਿਸ਼ਤੇਦਾਰੀ ਕਿਸ ਨਾਲ ਹੈ। ਮਤਲਬ ਉਹਨਾਂ ਦੇ ਕੋਲ ਇੰਡੀਪੈਂਡੈਂਟ ਡੇਟਾ ਹੈ, ਇੰਡੀਪੈਂਡੈਂਟ ਡੇਟਾ ਹੈ ਤੁਹਾਡੀ ਨਾਨੀ ਦਾ, ਦਾਦੀ ਦਾ, ਪੁੱਤਰਾਂ ਦਾ, ਸਾਰਿਆਂ ਦਾ। ਤੇ ਉਹਨਾਂ ਨੂੰ ਉਹ ਕਹਿੰਦੇ ਜੀ ਸਾਨੂੰ ਇਹ ਦੱਸੋ ਕਿ ਅਸਾਂ ਲੱਭਣਾ ਹੈ ਕਿ ਇਸ ਬੰਦੇ ਦਾ ਸਾਰਾ ਨੈਟਵਰਕ ਇੱਕ ਬੰਦੇ ਦਾ ਸਾਨੂੰ ਚਾਹੀਦਾ ਹੈ। ਉਹ ਐਲਗੋਰਿਥਮ ਜਿਹੜੇ ਲਿਖਦੇ ਨਾ ਉਹ ਪੈਟਰਨਸ ਚੈੱਕ ਕਰਦੇ ਕਿ ਕਿੱਥੇ ਓਵਰਲੈਪ ਹੋ ਰਿਹਾ, ਕਿੱਥੇ ਓਵਰਲੈਪ ਹੋ ਰਿਹਾ ਕਿ ਇਸ ਬੰਦਾ ਇਸ 200 ਲੋਕਾਂ ਨਾਲ ਕਮਿਊਨੀਕੇਟ ਕਰਦਾ ਹੈ, ਇਹ ਬੰਦਾ ਇਸ ਨੂੰ ਕਰਦਾ ਹੈ। ਤੇ ਜਿਹੜਾ ਐਲਗੋਰਿਥਮ ਲਿਖਦਾ ਹੈ ਨਾ ਉਹ ਪੈਟਰਨਸ ਜਿਹੜੇ ਨੇ ਜਿਹੜਾ ਉਹਨਾਂ ਨੂੰ ਮੈਚ ਕਰਦਾ ਹੈ, ਉਹ ਐਲਗੋਰਿਥਮ ਜਿਹੜਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਜਿਹੜਾ ਡੇਟਾ ਸਾਇੰਸ ਹੈ। ਅੱਛਾ, ਗੱਲ ਇਹ ਹੋਈ ਕਿ ਜਿਹੜੀ ਐਲਗੋਰਿਥਮ ਹੈ ਉਹਨੂੰ ਅਗਰ ਅਸੀਂ ਮੁਖਤਸਰ ਲਫ਼ਜ਼ਾਂ ਦੇ ਵਿੱਚ ਕਹੀਏ ਤੇ ਉਹ ਅਸੀਂ ਇੰਜ ਕਹਿ ਸਕਦੇ ਹਾਂ ਕਿ ਐਲਗੋਰਿਥਮ ਬੇਸਿਕਲੀ ਇੱਕ ਲੌਜੀਕਲ ਸਟਰਕਚਰ ਹੈ ਸਟੇਟਮੈਂਟਸ ਦਾ, ਜਿਹੜਾ ਲੌਜੀਕਲ ਹੁੰਦਾ ਹੈ, ਜਿਹੜਾ ਕਿ ਕੰਪਿਊਟਰ ਨੂੰ ਫੀਡ ਕੀਤਾ ਜਾਂਦਾ ਹੈ, ਜਿਹਦੇ ਨਾਲ ਉਹ ਡੇਟੇ ਨੂੰ ਸਾਰਟ ਆਊਟ ਕਰਦਾ ਹੈ। ਹਾਂ, ਤੇ ਇੱਕ ਰਿਜ਼ਲਟ ਤੁਹਾਨੂੰ ਦਿੰਦਾ ਹੈ ਨਾ, ਹਾਂ ਬਿਲਕੁਲ ਰਿਜ਼ਲਟ ਦਿੰਦਾ ਹੈ। ਬਿਲਕੁਲ, ਮਤਲਬ ਇਹ ਹੈ ਕਿ ਇਹ ਬਹੁਤ ਜਿਹੜਾ ਤੁਸੀਂ ਜਿਹੜਾ ਨਤੀਜਾ ਲੈਣਾ ਚਾਹੁੰਦੇ ਹੋ ਕੰਪਿਊਟਰ ਕੋਲੋਂ, ਉਹ ਤੁਸੀਂ ਨੈਰੋਲੀ ਡਿਫਾਈਨ ਕਰਦੇ ਹੋ ਕਿ ਮੈਨੂੰ ਇਹ ਚਾਹੀਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਅਗਰ ਕਰਜ਼ ਖਾਂ ਦੇ ਉੱਤੇ ਰਿਸਰਚ ਕਰ ਰਹੇ ਹੋ ਤੇ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਇਹ ਮੈਨੂੰ ਦੱਸ ਕਿ ਇਹਨਾਂ ਦੇ ਵਿੱਚੋਂ ਕਿਹੜੇ ਨੇ ਜਿਨ੍ਹਾਂ ਨੂੰ ਕਰਜ਼ਾ ਦਿੱਤਾ ਜਾਣਾ ਚਾਹੀਦਾ। ਇਹ ਨੈਰੋ ਇੱਕ ਮਕਸਦ ਜਿਹੜਾ ਹੈ ਉਹ ਉਹਨੂੰ ਦਿੱਤਾ ਜਾਂਦਾ ਹੈ, ਔਰ ਉਹਦੇ ਵਾਸਤੇ ਫਿਰ ਉਹ ਇੱਕ ਲੌਜੀਕਲ ਸੀਰੀਜ਼ ਆਫ ਸਟੇਟਮੈਂਟਸ ਜਿਹੜੀਆਂ ਨੇ ਮੈਥਮੈਟੀਕਲ ਜਾਂ ਦੂਸਰੀਆਂ ਉਹ ਲਿਖੀਆਂ ਜਾਂਦੀਆਂ ਨੇ, ਜਿਹਦੇ ਨਾਲ ਉਹ ਨਾ ਡੇਟੇ ਦੇ ਪੈਟਰਨਸ ਨੂੰ ਪੜ੍ਹਦਾ। ਇਹ ਮੈਨੂੰ ਇੰਜ ਸਮਝ ਆਉਂਦੀ ਹੈ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ ਬੜਾ ਸਟ੍ਰੈਟੇਜਿਕ, ਕਿ ਤੁਸੀਂ ਇਸ ਤਰ੍ਹਾਂ ਵੀ ਸਮਝੋ ਉਹਨੂੰ ਜ਼ਰਾ ਹੋਰ ਫਰਮ ਅਪ ਕਰਨ ਲਈ। ਇੱਕ ਅਮਰੀਕਾ ਦਾ ਜਨਰਲ ਹੈ ਜਿਹੜਾ ਪੈਂਟਾਗਨ ਵਿੱਚ ਕੰਮ ਕਰਦਾ ਹੈ, ਤੇ ਉਹਦੀ ਡਿਸੀਜਨ ਮੇਕਿੰਗ ਤੇ ਉਹਦਾ ਡੇਟਾ ਜਿਹੜਾ ਹੈ ਉਹਦੀ ਕੰਪਿਊਟਰ ਚੀਨ ਨੂੰ ਚਾਹੀਦਾ ਹੈ। ਉਹ ਤੇ ਉਹਦਾ ਦੇ ਜਿਹੜਾ ਕੰਪਿਊਟਰ ਹੈ, ਡੇਟਾ ਹੈ, ਉਹ ਸਾਰੀ ਚੀਜ਼ਾਂ ਬਹੁਤ ਮੁਸ਼ਕਿਲ ਹੈ ਪੈਨੇਟ੍ਰੇਟ ਕਰਨ ਲਈ। ਉੱਥੇ ਬੜਾ ਜ਼ਬਰਦਸਤ ਉਹਨਾਂ ਦਾ ਹੈ, ਤੇ ਉਹ ਲੱਭਦੇ ਨੇ ਕਿ ਯਾਰ ਇਹਦਾ ਵੀਕ ਪੁਆਇੰਟ ਕਿੱਥੇ। ਤੇ ਉਹ ਵੀਕ ਪੁਆਇੰਟ ਇਸ ਤਰ੍ਹਾਂ ਆਉਂਦਾ ਹੈ ਕਿ ਉਹ ਘਰ ਵਿੱਚ ਬਹਿ ਕੇ ਉਹਦਾ ਪੁੱਤਰ ਵੀ ਇਹ ਜੀ ਕਿਹਦਾ ਮਾਈਕ ਖੋਲਿਆ ਜੀ ਗੱਲ ਕਰੋ ਗੱਲ। ਅੱਛਾ ਜੀ, ਉਹ ਵੀਕ ਪੁਆਇੰਟ ਇਹ ਹੁੰਦਾ ਕਿ ਉਹ ਕਹਿੰਦਾ ਅੱਛਾ ਇਹਦੇ ਘਰ ਵਿੱਚ ਕੰਪਿਊਟਰ ਹੈ ਤੇ ਮੈਂ ਡੇਟਾ ਤੋਂ ਲੱਭਿਆ ਹੈ ਕਿ ਇਹਦੇ ਪੁੱਤਰ ਦਾ ਇਹ ਨਾਂ ਹੈ। ਤੇ ਵੇਖੋ ਇਹਦਾ ਪੁੱਤਰ ਕੀ ਕਰਦਾ ਹੈ। ਪੁੱਤਰ ਉਹ ਇਸ ਕੰਪਿਊਟਰ ਤੇ ਬਹਿ ਕੇ ਉਹਦਾ ਜਿਹੜਾ ਘਰ ਦਾ ਕੰਪਿਊਟਰ ਹੈ ਉਹ ਆਪਣੀ ਨਾਨੀ ਨਾਲ ਗੱਲ ਕਰਦਾ ਹੈ। ਅੱਛਾ, ਨਾਨੀ ਦੇ ਕੋਲ ਕੋਈ ਕੰਪਿਊਟਰ ਦੀ ਜਾਣ ਪਛਾਣ ਨਹੀਂ, ਉਹਦੇ ਕੋਲ ਆਈਪੈਡ ਹੈ, ਬੜੀ ਕਮਜ਼ੋਰ ਹੈ ਉਹਦੀ ਕੰਪਿਊਟਰ ਦੀ ਮਤਲਬ ਯੂਸੇਜ ਤੇ ਅੰਡਰਸਟੈਂਡਿੰਗ। ਤੇ ਉਹ ਚੀਨ ਕਹਿੰਦਾ ਇਹਦੀ ਨਾਨੀ ਦੇ ਕੰਪਿਊਟਰ ਤੋਂ ਮੈਂ ਅੰਦਰ ਆਣਾ ਹੈ ਨੈਟਵਰਕ ਵਿੱਚ, ਪੁੱਤਰ ਦੇ ਕੰਪਿਊਟਰ ਵਿੱਚ ਜਾਣਾ ਹੈ, ਉੱਥੇ ਮੈਂ ਜਨਰਲ ਦੇ ਕੰਪਿਊਟਰ ਉੱਥੋਂ ਵੜਨਾ ਹੈ। ਤੇ ਇਹ ਬੜਾ ਇੰਪੋਰਟੈਂਟ ਇਹਨਾਂ ਦਾ ਡੇਟਾ ਐਸਪੀਓਨਾਜ ਦਾ ਇੱਕ ਐਲੀਮੈਂਟ ਹੈ ਕਿ ਵੀਕ ਪੁਆਇੰਟ ਕਿੱਥੋਂ ਲੱਭੋ। ਤੇ ਫਿਰ ਉਹ ਟਾਸਕ ਜਿਹੜਾ ਬੰਦਾ ਹੈ ਉਹ ਐਲਗੋਰਿਥਮ ਬਣਾਉਣ ਲਈ ਉਹਨੂੰ ਕਹਿੰਦੇ ਨੇ ਕਿ ਜੀ ਸਾਰੇ 20 ਕਰੋੜ ਲੋਕਾਂ ਦਾ ਡੇਟਾ ਹੈ, ਤੁਸੀਂ ਮੈਨੂੰ ਇਹ ਲੱਭ ਕੇ ਦਿਓ ਇਸ ਡੇਟਾ ਵਿੱਚ ਕਿ ਇਸ ਬੰਦੇ ਦੀ ਇਸ ਕਿਸਮ ਦੀ ਕਿੰਨੀ ਰਿਸ਼ਤੇਦਾਰੀਆਂ ਹੈ ਤੇ ਉਹਨਾਂ ਦਾ ਕੰਪਿਊਟਰ ਕਿੱਥੇ। ਇਹ ਟਾਸਕ ਹੈ ਉਹਦਾ। ਹਾਂਜੀ, ਬਸ ਸਮਝ ਆ ਗਈ ਗੱਲ ਦੀ। ਮੇਰਾ ਖਿਆਲ ਹੈ ਇਹ ਹੁਣ ਇਹ ਸਮਝ ਆ ਗਈ ਗੱਲ ਦੀ। ਲੇਕਿਨ ਇਹ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਇਹਦਾ ਅਗਲਾ ਪਹਿਲੂ ਦੱਸਣਾ ਚਾਹੁੰਦਾ ਹੈ, ਉਹ ਇਹ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੀ ਮਿਸਾਲ ਹੈਗੀ ਹੈ ਜਿਵੇਂ ਕਿ ਬਿਜਲੀ ਆਈ ਸੀ। ਜਦੋਂ ਐਡੀਸਨ ਨੇ ਬਿਜਲੀ ਈਜਾਦ ਕੀਤੀ ਸੀ ਤੇ ਉਸ ਵੇਲੇ ਬਿਜਲੀ ਦੇ ਨਾਲ ਕੋਈ ਬਹੁਤ ਸਾਰੀਆਂ ਉਹਦੇ ਇਸਤੇਮਾਲ ਨਹੀਂ ਸੀ ਹੈਗੇ।
ਹੁਣ ਤੁਸੀਂ ਦੇਖੋ ਕਿ ਬਿਜਲੀ ਦੇ ਨਾਲ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਬਿਜਲੀ ਇਸਤੇਮਾਲ ਹੋ ਰਹੀ ਹੈ। ਖਾਣਾ ਪਕਾਉਣ 'ਚ ਵੀ ਬਾਹਰ, ਰੋਸ਼ਨੀ ਦੇਣ 'ਚ ਵੀ ਬਾਹਰ ਹੋ ਰਹੀ ਹੈ, ਇੰਜਣ ਚਲਾਉਣ 'ਚ ਵੀ ਹੋ ਰਹੀ ਹੈ, ਹਰ ਚੀਜ਼ ਦੇ ਵਿੱਚ ਬਿਜਲੀ ਇਸਤੇਮਾਲ ਹੋ ਰਹੀ ਹੈ। ਠੀਕ ਹੈ। ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਬੁਨਿਆਦੀ ਤੌਰ ਦੇ ਉੱਤੇ ਉਹ ਬਿਜਲੀ ਦੀ ਤਰ੍ਹਾਂ ਹੈ। ਉਹਨੇ ਅਜੇ ਹੌਲੀ ਹੌਲੀ ਕੁਝ ਮੈਦਾਨਾਂ ਦੇ ਵਿੱਚ ਪੈਨੀਟ੍ਰੇਟ ਕੀਤਾ ਹੈ, ਜਿਵੇਂ ਕਿ ਬਿਜਲੀ ਨੇ ਸ਼ੁਰੂ ਵਿੱਚ ਕੀਤਾ ਸੀ। ਲੇਕਿਨ ਹੌਲੀ ਹੌਲੀ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਾਂ ਘੜਮਤ ਹੈ, ਇਹਨੇ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ, ਹਰ ਪਹਿਲੂ ਤੇ ਛਾ ਜਾਣਾ ਹੈ। ਅਲਟੀਮੇਟਲੀ ਬਿਜਲੀ, ਜਿਵੇਂ ਬਿਜਲੀ ਆ ਗਈ ਹੈ, ਐਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵੀ ਆ ਜਾਣਾ। ਤੇ ਇਹਨੂੰ ਇਸ ਲਈ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਰੱਖੋ ਕਿ ਜਿਹੜੇ ਕੰਮ ਵੀ ਇਸ ਵੇਲੇ ਇਨਸਾਨ ਹੋਰ ਤਰੀਕਿਆਂ ਦੇ ਨਾਲ ਕਰ ਰਹੇ ਨੇ, ਉਹ ਆਖਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਮਸ਼ੀਨਾਂ ਨੇ ਔਰ ਰੋਬੋਟਾਂ ਨੇ, ਉਹਨਾਂ ਨੇ ਹੀ ਕਰਨੇ ਨੇ। ਉਹਦੀ ਮਸਲਨ ਉਹਦੀ ਮੈਂ ਤੁਹਾਨੂੰ ਉਹ ਕਿਉਂ ਬਿਹਤਰ ਫੈਸਲੇ ਕਰਨਗੇ ਉਹਦੀ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਵੀ ਦਿੰਦਾ ਜਾਣਾ ਹੈ। ਮਿਸਾਲ ਇਹ ਹੈਗੀ ਹੈ ਕਿ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਕਿਸੇ ਵੀ ਡਾਕਟਰ ਕੋਲ ਜਾਂਦੇ ਹੋ, ਤੇ ਡਾਕਟਰ ਤੁਹਾਡੀ ਫਾਈਲ ਦੇਖਦਾ ਹੈ ਤੇ ਉਹ 5-7 ਜਿਹੜੇ ਵੇਰੀਏਬਲ ਹੁੰਦੇ ਨੇ, ਉਹਨਾਂ ਨੂੰ ਦੇਖ ਕੇ ਤੇ ਉਹ ਡਾਇਗਨੋਜ਼ ਕਰਦਾ ਕਿ ਤੁਹਾਨੂੰ ਕੀ ਬਿਮਾਰੀ ਹੈ ਔਰ ਇਹਦਾ ਇਲਾਜ ਕੀ ਹੋਏਗਾ। ਅੱਛਾ, ਹੁਣ ਤੁਸੀਂ ਦੇਖੋ ਕਿ ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹਦੇ ਵਿੱਚ ਤੁਸੀਂ ਡੇਟਾ ਫੀਡ ਕੀਤਾ ਹੈ ਇੱਕ ਬੰਦੇ ਦਾ, ਔਰ ਉਹ ਡੇਟਾ ਜਿਹੜਾ ਹੈ ਡਾਕਟਰ ਤੇ 5-6 ਪਹਿਲੂਆਂ ਨਾਲ ਹੀ ਦੇਖ ਸਕਦਾ ਹੈ ਆਪਣੀ ਇਨਸਾਨੀ ਜ਼ਿਹਨ ਨਾਲ। ਲੇਕਿਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਉਹਨੂੰ ਲੱਖਾਂ ਤਰੀਕੇ ਨਾਲ ਦੇਖ ਸਕਦੀ ਹੈ। ਫਿਰ ਉਹ ਇਹ ਵੀ ਦੇਖ ਸਕਦੀ ਹੈ ਕਿ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਦੁਨੀਆ 'ਚ ਹੋਰ ਕਿੱਥੇ ਹੋਏ ਨੇ, ਉਹਨਾਂ ਦਾ ਕੀ ਡਾਇਗਨੋਸ ਸੀਗਾ। ਫਿਰ ਇਹ ਕਿ ਉਹਦੇ 'ਚ ਕਿਹੜੀ ਦਵਾਈ ਹੈ ਜਿਹੜੀ ਕਿ ਜ਼ਿਆਦਾ ਕਾਮਯਾਬ ਹੈ। ਲਿਹਾਜ਼ਾ ਜੋ ਕੁਝ ਡਾਇਗਨੋਜ਼ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸ ਦੇ ਉੱਤੇ ਮਸ਼ੀਨ ਕਰੇਗੀ, ਉਹਦਾ ਮੁਕਾਬਲਾ ਜਿਹੜੇ ਡਾਕਟਰ ਨੇ, ਜਿਹੜੇ ਫਿਜ਼ੀਸ਼ੀਅਨਸ ਨੇ, ਉਹ ਕਰ ਹੀ ਨਹੀਂ ਸਕਦੇ। ਲਿਹਾਜ਼ਾ ਇਹ ਤੈਅ ਹੈ ਆਲਮੋਸਟ ਕਿ ਜਿਹੜੇ ਇਹ ਫਿਜ਼ੀਸ਼ੀਅਨਸ ਦਾ ਜਿਹੜਾ ਪ੍ਰੋਫੈਸ਼ਨ ਹੈ, ਇਹਨੇ ਬਾਕੀ ਨਹੀਂ ਰਹਿਣਾ। ਹਾਂ, ਅਲਬત્ਤਾ ਇਹ ਹੈ ਕਿ ਉਹਦੀ ਜਗ੍ਹਾ ਕੁਝ ਹੋਰ ਤਰ੍ਹਾਂ ਦੇ ਲੋਕ ਸ਼ਾਇਦ ਆ ਜਾਣ। ਕਿ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਆਪਣਾ ਗਏ ਹੋ, ਤੁਸੀਂ ਡਾਇਗਨੋਜ਼ ਕਰਾਉਣ ਗਏ ਹੋ ਤੇ ਕੰਪਿਊਟਰ ਨੇ 1 ਮਿੰਟ 'ਚ ਡਾਇਗਨੋਜ਼ ਕਰਕੇ ਕਹਿਤਾ ਤੁਹਾਨੂੰ ਕਿ ਤੁਹਾਨੂੰ ਕੈਂਸਰ ਹੈਗਾ। ਹੁਣ ਕੈਂਸਰ ਤੁਹਾਨੂੰ ਪਤਾ ਲੱਗ ਗਿਆ ਤੇ ਹੁਣ ਤੁਸੀਂ ਇਨਸਾਨ ਹੋ ਤੇ ਤੁਹਾਡੇ ਉੱਤੇ ਜੋ ਉਹਦਾ ਅਸਰ ਪਿਆ ਉਹ ਬਹੁਤ ਨੈਗੇਟਿਵ ਪਿਆ। ਤੁਸੀਂ ਬਹੁਤ ਪਰੇਸ਼ਾਨ, ਹੈਰਾਨ, ਰੋਣ ਲੱਗ ਪੋਗੇ। ਤੇ ਉਸ ਵੇਲੇ ਕੋਈ ਤੁਹਾਨੂੰ ਸੋਸ਼ਲ ਵਰਕਰ ਜਾਂ ਕੋਈ ਉਸ ਤਰ੍ਹਾਂ ਦਾ ਬੰਦਾ ਚਾਹੀਦਾ ਹੈ ਜਿਹੜਾ ਤੁਹਾਨੂੰ ਤਸੱਲੀ ਦੇਵੇ, ਜਿਹੜਾ ਤੁਹਾਨੂੰ ਤੁਹਾਡੇ ਦਿਲ ਨੂੰ ਜਿਹੜਾ ਨਾ ਉਹ ਤਾਜ਼ਾ ਰੱਖੇ। ਉਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹ ਤੇ ਮੈਡੀਕਲ ਫੀਲਡ ਵਿੱਚ ਆ ਜਾਣਗੇ। ਲੇਕਿਨ ਇਹ ਜਿਹੜੇ ਹੁਣ 5 ਸਾਲਾਂ 'ਚ MBBS ਦਾ ਜਿਹੜਾ ਕੋਰਸ ਪੂਰਾ ਪੜ੍ਹਦੇ ਨੇ, ਆਪਣਾ ਜਿਹੜਾ ਪੂਰਾ ਕੋਰਸ ਪੜ੍ਹਦੇ ਨੇ ਸਟੂਡੈਂਟ ਜਿਹੜੇ ਫਿਜ਼ੀਸ਼ੀਅਨ ਬਣਦੇ ਨੇ, ਉਹ ਸਾਰਾ ਇਲਮ ਜਿਹੜਾ ਹੈ ਉਹ ਤੇ ਕੰਪਿਊਟਰ 5 ਮਿੰਟਾਂ 'ਚ ਪੜ੍ਹ ਲੈਂਦਾ ਹੈ। ਔਰ ਫਿਰ 5 ਮਿੰਟਾਂ 'ਚ ਪੜ੍ਹ ਕੇ ਉਹ ਸਾਰੀ ਦੁਨੀਆ ਦੇ ਲੋਕਾਂ ਦੇ ਡੇਟੇ ਨੂੰ ਕੰਪੇਅਰ ਕਰ ਸਕਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਆਪਣਾ ਜਿਹੜਾ ਹੈ ਉਹ ਡਾਇਗਨੋਜ਼ ਕਰ ਸਕਦਾ ਹੈ, ਜਿਹੜਾ ਬੰਦਾ ਕਰ ਹੀ ਨਹੀਂ ਸਕਦਾ। ਲਿਹਾਜ਼ਾ ਉਹ ਜਿਹੜੀ 5 ਸਾਲ ਦੀ ਰਗੜਾਈ ਪੜ੍ਹਾਈ ਦੀ, ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਵੀ ਪ੍ਰੈਕਟਿਸ ਹੁੰਦੀ ਹੈ ਉਹਦੀ ਜਿਹੜੀ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਉਹਦੀ ਕੋਈ ਲੋੜ ਛੱਡਣੀ ਨਹੀਂ ਹੈ ਬਾਕੀ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਬਾਕੀ ਜਿਹੜੇ ਫੀਲਡਸ ਨੇ ਉਹਨਾਂ ਦੇ ਵਿੱਚ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ
ਜਿਹੜਾ ਹੈ ਉਹ ਕੰਮਾਂ ਨੂੰ ਸਿੱਧਾ ਕਰਨਾ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਲੀਗਲ ਪ੍ਰੋਫੈਸ਼ਨ ਨੂੰ ਲੈ ਲਓ। ਹੁਣ ਲੀਗਲ ਪ੍ਰੋਫੈਸ਼ਨ ਦੇ ਵਿੱਚ ਵੀ ਇਹ ਹੈ ਕਿ ਜਿਹੜੇ ਵਕੀਲ ਨੇ ਉਹ ਪਹਿਲੇ ਤੇ ਕਾਨੂੰਨ ਨੂੰ ਦੇਖਦੇ ਨੇ ਕਿ ਕਾਨੂੰਨ 'ਚ ਕੀ ਲਿਖਿਆ ਹੈ। ਕਾਨੂੰਨ ਦੇ ਲਿਖਣ ਤੋਂ ਬਾਅਦ ਫਿਰ ਉਹ ਜਿਹੜੇ ਬਹੁਤ ਮੋਟੀਆਂ ਕਿਤਾਬਾਂ ਪੜ੍ਹਦੇ ਨੇ ਕਿ ਇਹਦੀ ਕਿਹੜੀ ਅਦਾਲਤ ਨੇ ਕੀ ਫੈਸਲਾ ਕੀਤਾ ਸੀ ਤੇ ਪੁਰਾਣੇ ਪ੍ਰੈਸੀਡੈਂਟਸ ਉਹ ਦੇਖਦੇ ਨੇ ਤੇ ਫਿਰ ਉਹਨਾਂ ਦੀ ਬੁਨਿਆਦ ਦੇ ਉੱਤੇ ਉਹ ਜਿਹੜਾ ਹੈ ਉਹ ਆਪਣੀ ਦਲੀਲਾਂ ਦਿੰਦੇ ਨੇ ਜਾ ਕੇ ਅਦਾਲਤ ਦੇ ਵਿੱਚ। ਹੁਣ ਅਗਰ ਫਰਜ਼ ਕਰੋ ਉਹ ਸਾਰਾ ਕੁਝ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕੰਪਿਊਟਰ ਦੇ ਵਿੱਚ ਫੀਡ ਹੈ, ਸਾਰੀ ਦੁਨੀਆ ਦਾ ਡੇਟਾ ਫੀਡ ਹੈ ਤੇ ਉਹ ਤੇ 5 ਮਿੰਟਾਂ 'ਚ ਦੱਸ ਦੇਗਾ ਕਿ ਇਸ ਤਰ੍ਹਾਂ ਦੇ ਕੇਸ ਕਿੱਥੇ ਹੋਏ, ਕਿਹੜੇ ਮੁਲਕ 'ਚ ਹੋਏ ਔਰ ਉਹਨਾਂ ਦੇ ਕੀ ਫੈਸਲੇ ਹੋਏ। ਲਿਹਾਜ਼ਾ ਜਿਹੜਾ ਜੱਜ ਜਾਂ ਵਕੀਲ ਹੈ ਤੁਸੀਂ ਥਿਓਰੈਟਿਕਲੀ ਦੇਖੋ ਉਹ ਫੈਸਲੇ ਕਰ ਹੀ ਨਹੀਂ ਸਕਦਾ, ਉਹ ਉਨੀ ਪੜ੍ਹਾਈ ਕਰ ਹੀ ਨਹੀਂ ਸਕਦਾ ਜਿੰਨਾ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕੰਪਿਊਟਰ ਕਰ ਸਕਦਾ ਹੈ। ਅੱਛਾ, ਇਹ ਮੈਨੂੰ ਇਹ ਪਤਾ ਹੈਗਾ ਇਸ ਗੱਲ ਦਾ ਕਿ ਇਹ ਗੱਲਾਂ ਤੁਹਾਨੂੰ ਅਜੇ ਗੱਪਾਂ ਹੀ ਲੱਗਣੀਆਂ ਨੇ ਤੁਹਾਡੇ ਚੋਂ ਬਹੁਤ ਸਾਰਿਆਂ ਨੂੰ, ਔਰ ਤੁਹਾਨੂੰ ਲੱਗਣਾ ਹੈ ਕਿ ਇਹ ਐਵੇਂ ਮਾਰੀ ਜਾ ਰਹੇ ਨੇ, ਇਹ ਹੋਣਾ ਕੁਝ ਨਹੀਂ ਹੈ। ਤੇ ਉਹਦੀ ਮੈਂ ਤੁਹਾਨੂੰ ਮਿਸਾਲ ਦੱਸਣਾ ਕਿ ਮੈਂ ਹਾਲਾਂ ਜਿਹੜਾ ਕੰਪਿਊਟਰ ਹੈ 1980 ਦੇ ਵਿੱਚ ਮੇਨ ਫਰੇਮ ਕੰਪਿਊਟਰ ਇਸਤੇਮਾਲ ਕਰਦਾ ਸਾਂ। ਇੰਨਾ ਪੁਰਾਣਾ ਮੈਂ ਕੰਪਿਊਟਰ ਦਾ ਇਸਤੇਮਾਲ ਕਰਨ ਵਾਲਾ ਸਾਂ। ਤੇ ਉਹ 90s ਦੇ ਵਿੱਚ ਜਦੋਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਨਾ ਜੀ ਕਿ ਇੱਕ ਸੈੱਲ ਫੋਨ ਆਏਗਾ ਜਿਹਦੇ ਵਿੱਚ ਤਸਵੀਰ ਵੀ ਹੋਏਗੀ, ਜਿਹਦੇ ਵਿੱਚ ਕੰਪਿਊਟਰ ਵੀ ਹੋਏਗਾ, ਜਿਹਦੇ ਵਿੱਚ ਰਿਕਾਰਡਿੰਗ ਵੀ ਹੋਏਗੀ, ਇਹ ਇੱਕ ਪੂਰਾ ਇੱਕ ਕੰਪਿਊਟਰ ਜਿਹੜਾ ਨਾ ਤੁਹਾਡੀ ਜੇਬ 'ਚ ਆ ਜਾਏਗਾ। ਤੇ ਮੈਂ ਸੱਚੀ ਗੱਲ ਹੈ ਤੁਹਾਨੂੰ ਦੱਸਾਂ ਕਿ ਮੈਨੂੰ ਮੇਰੀ ਸਮਝ ਨਹੀਂ ਸੀ ਆਉਂਦਾ ਕਿ ਇਹ ਕਿਵੇਂ ਹੋਏਗਾ, ਔਰ ਬੜੀ ਦੇਰ ਤੱਕ ਮੇਰੀ ਇਹ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋਏਗਾ। ਮੈਂ ਉਹਦੀ ਤੁਹਾਨੂੰ ਇੱਕ ਹੋਰ ਜਿਹੜੀ ਦਿਲਚਸਪ ਮਿਸਾਲ ਦਿੰਦਾ ਕਿ ਉਹ ਜਦੋਂ ਆਪਣਾ ਨਵਾਂ ਪਿੰਡ ਦੇ ਵਿੱਚ ਪਹਿਲੀ ਵਾਰੀ ਮੈਂ ਰੇਡੀਓ ਲੈ ਕੇ ਆਇਆ ਸ਼ਹਿਰ ਤੋਂ ਖਰੀਦ ਕੇ, ਮੈਨੂੰ ਯਕਦਮ ਯਕਮੁਸ਼ਤ ਵਜ਼ੀਫੇ ਦੇ ਪੈਸੇ ਮਿਲੇ 300-400 ਰੁਪਈਆ, ਤੇ ਮੈਂ ਜਾ ਕੇ ਮੰਡੂਰੀ ਸ਼ਹਿਰ ਜਾ ਕੇ ਤੇ ਉੱਥੋਂ ਇੱਕ ਮੈਂ ਰੇਡੀਓ ਖਰੀਦ ਕੇ ਲਿਆਇਆ। ਅਜੇ ਵੀ ਮੈਨੂੰ ਯਾਦ ਹੈ ਉਹਦਾ ਨਾਂ ਕਰਾਊਨ ਸੀਗਾ। ਤੇ ਉਹ ਬਾਦਲ ਸਾਹਿਬ ਤੇ ਸਕੂਲ ਨਹੀਂ ਸਨ ਹੈਗੇ ਤੇ ਬਾਦਲ ਸਾਹਿਬ ਉੱਤੇ ਕਵਾਲੀਆਂ ਸ਼ਵਾਲੀਆਂ ਜਿਹੜੀਆਂ ਉਹ ਸਾਰੀਆਂ ਫਿਰ ਉਹਨਾਂ ਦੇ ਕਬਜ਼ੇ 'ਚ ਹੀ ਹੋ ਰਹਿੰਦਾ ਸੀ, ਉਹ ਹੀ ਸੁਣਦੇ ਸਨ। ਲੇਕਿਨ ਆਪਣਾ ਉਹ ਮਰਦੇ ਦਮ ਤੱਕ ਇੱਕ ਸਵਾਲ ਪੁੱਛਦੇ ਰਹੇ ਕਿ ਕਾਕਾ ਇਹਦੇ ਵਿੱਚੋਂ ਬੰਦਾ ਬੋਲਦਾ ਕਿਵੇਂ ਹੈ। couldn't figure it out। ਜਿਵੇਂ ਕਿ ਮੈਂ 10-15-20 ਸਾਲ ਪਹਿਲੇ ਇਹ ਫਿਗਰ ਆਊਟ ਨਹੀਂ ਸੀ ਕਰ ਸਕਦਾ ਕਿ ਇੱਕ ਜੇਬ ਦੇ ਵਿੱਚ ਇੱਕ ਪੂਰਾ ਕੰਪਿਊਟਰ ਕਿਵੇਂ ਆ ਜਾਏਗਾ ਜਿਹੜੇ ਹਰ ਉਹ ਕੰਮ ਕਰੇ ਜਿਹੜਾ ਕਿ ਇੱਕ ਵੱਡਾ ਕੰਪਿਊਟਰ ਕਰ ਰਿਹਾ ਹੈ। ਲੇਕਿਨ ਅੱਜ ਤੁਸੀਂ ਦੇਖੋ, ਅੱਜ ਜਿਹੜੇ ਹੁਣ ਇਸ ਵੇਲੇ ਆਈਫੋਨ ਨੇ ਜਾਂ ਦੂਸਰੇ ਫੋਨ ਨੇ ਤੇ ਉਹ ਬਕਾਇਦਾ ਇੱਕ ਪੂਰੇ ਵੱਡੇ ਕੰਪਿਊਟਰ ਨੇ ਜਿਨ੍ਹਾਂ ਦਾ ਤਸਵਰ ਹੀ ਨਹੀਂ ਸੀ ਹੈਗਾ। ਲਿਹਾਜ਼ਾ ਹੁਣ ਜੋ ਅਸੀਂ ਕਹਿ ਰਹੇ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਿਵੇਂ ਮੁਖਤਲਿਫ ਜ਼ਿੰਦਗੀ ਦੇ ਸ਼ੋਬਿਆਂ ਦੇ ਵਿੱਚ ਤਬਦੀਲੀ ਲਿਆਉਣੀ ਹੈ, ਇਹ ਅੱਜ ਤੁਹਾਨੂੰ ਹੋ ਸਕਦਾ ਕਿ ਲੱਗੇ ਕਿ ਇਹ ਇੰਜ ਨਹੀਂ ਹੋ ਸਕਦਾ, ਲੇਕਿਨ ਤੁਹਾਨੂੰ ਮੈਂ ਯਕੀਨ ਦੱਸ ਸਕਦਾ ਹੈ ਕਿ ਇਹ ਇਸ ਤਰ੍ਹਾਂ ਹੀ ਹੋਣਾ ਹੈ। ਔਰ ਅੰਦਾਜ਼ਾ ਇਹ ਲਗਾਇਆ ਗਿਆ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਗਲੇ 15 ਸਾਲਾਂ ਦੇ ਵਿੱਚ ਜਿਹੜੀ ਇਸਤੇਮਾਲ ਹੋਏਗੀ ਉਹਦੇ ਨਾਲ 15 ਟ੍ਰਿਲੀਅਨ ਡਾਲਰ ਜਿਹੜੇ ਨੇ ਉਹਦੀ ਵੈਲਥ ਵਧੇਗੀ ਦੁਨੀਆ 'ਚ, ਔਰ ਉਸ ਵੈਲਥ ਦੇ ਵਿੱਚੋਂ 15 ਟ੍ਰਿਲੀਅਨ ਦੇ ਵਿੱਚੋਂ 7 ਟ੍ਰਿਲੀਅਨ ਜਿਹੜੇ ਨੇ ਉਹ ਚੀਨ ਦੇ ਹਿੱਸੇ ਜਾਣਗੇ। ਅਮਰੀਕਾ ਔਰ ਬਾਕੀਆਂ ਦੇ ਹਿੱਸੇ, ਅਮਰੀਕਾ ਦੇ ਹਿੱਸੇ 'ਚ 3.5 ਟ੍ਰਿਲੀਅਨ ਜਿਹੜੇ ਨੇ ਉਹਨਾਂ ਵਿੱਚੋਂ ਆਉਣਗੇ। ਇਹ ਕਿ ਚੀਨ ਕਿਉਂ ਅੱਗੇ ਇਹਦੇ ਵਿੱਚ ਜਾਏਗਾ, ਇਹਦੀਆਂ ਵਜੂਹਾਤ
ਇਹ ਹੈਗੀਆਂ ਨੇ ਕਿ ਇੱਕ ਤੇ ਚੀਨ ਦਾ ਡੇਟਾਬੇਸ ਬਹੁਤ ਵੱਡਾ ਹੈ, ਦੂਸਰਾ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਦੇ ਵਿੱਚ ਯਾਨੀ ਮਤਲਬ ਯਾਨੀ ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅੱਗੇ ਵਧਾਉਣ ਲਈ ਇੱਕ ਤੇ ਹੈ ਕਿ ਤੁਹਾਡੇ ਕੋਲ ਟੈਕਨੋਲੋਜੀ ਹੋਵੇ, ਦੂਸਰੀ ਗੱਲ ਇਹ ਹੈ ਕਿ ਉਸ ਟੈਕਨੋਲੋਜੀ ਦੇ ਵਿੱਚ ਇਨਵੈਸਟ ਕਰਨ ਵਾਲੇ ਹੋਣ, ਤੀਸਰੀ ਗੱਲ ਇਹ ਹੈ ਕਿ ਜਿਹੜੀ ਸਟੇਟ ਦੀਆਂ ਪਾਲਿਸੀਆਂ ਨੇ ਉਹ ਉਹਦੇ ਮੁਆਫਕ ਹੋਣ, ਮਤਲਬ ਉਸ ਨਵੀਂ ਟੈਕਨੋਲੋਜੀ ਦੇ। ਤੇ ਇਹ ਸਾਰੀਆਂ ਗੱਲਾਂ ਚੀਨ ਦੇ ਵਿੱਚ ਮੌਜੂਦ ਨੇ, ਡੇਟਾ ਵੀ ਹੈਗਾ ਤੇ ਉਹ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜੀ ਇਨਵੈਸਟਮੈਂਟ ਹੋ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਦੁਨੀਆ ਚੋਂ ਚੀਨ 'ਚ ਹੋ ਰਹੀ ਹੈ, ਔਰ ਚੀਨੀ ਜਿਹੜੇ ਜਿਨ੍ਹਾਂ ਕੋਲ ਪੈਸੇ ਹੈਗੇ ਨੇ ਉਹ ਸੱਜੇ ਖੱਬੇ ਇਸ ਤਰ੍ਹਾਂ ਦੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਡਿਵੈਲਪ ਕਰਕੇ ਤੇ ਉਹ ਵੇਚ ਰਹੇ ਨੇ, ਔਰ ਇੰਨਾ ਸਖਤ ਮੁਕਾਬਲਾ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਘੰਟੇ ਦਾ ਇੰਤਜ਼ਾਰ ਨਹੀਂ ਕਰ ਸਕਦੇ ਕਿਉਂਕਿ ਇੱਕ ਘੰਟੇ ਦੇ ਵਿੱਚ ਵੀ ਗੇਮ ਜਿਹੜੀ ਉਹ ਉੱਥੇ ਤਬਦੀਲ ਹੋ ਜਾਂਦੀ ਹੈ, ਠੀਕ। ਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਜਿਹੜਾ ਚੀਨ ਹੈ, ਤੇ ਫਿਰ ਤੀਸਰੀ ਗੱਲ ਆ ਗਈ ਗਵਰਨਮੈਂਟ, ਤੇ ਗਵਰਨਮੈਂਟ ਨੇ ਉਹਨਾਂ ਦੀ ਨੇ ਜਦੋਂ ਇਹ ਗੇਮ ਵਾਲੀ ਗੱਲ ਸ਼ੁਰੂ ਹੋਈ ਸੀ ਨਾ, ਜਦੋਂ ਆਪਣਾ ਉਹ ਗੋ ਗੇਮ ਦੇ ਵਿੱਚ ਹਾਰਿਆ ਸੀ, ਤੇ ਉਸ ਤੋਂ ਫੌਰਨ ਬਾਅਦ ਚੀਨ ਦੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨੇ ਫੈਸਲਾ ਕੀਤਾ ਸੀ ਕਿ 2025 ਤੱਕ ਅਸੀਂ ਦੁਨੀਆ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਭ ਤੋਂ ਅੱਗੇ ਅਸੀਂ ਹੋਵਾਂਗੇ। ਅੱਛਾ, ਫਿਰ ਇਹੋ ਹੀ ਨਹੀਂ ਕੀਤਾ ਉਹਨਾਂ ਨੇ ਜਿਹੜੀਆਂ ਸੂਬੇ ਸਨ, ਸਟੇਟ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਦੀਆਂ ਜਿਹੜੇ ਮੁਖਤਲਿਫ ਸੂਬੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਸ ਦੇ ਵਿੱਚ ਮੁਕਾਬਲਾ ਕਰੋ ਕਿ ਤੁਹਾਡੇ ਚੋਂ ਕੌਣ ਪਹਿਲੇ ਅੱਗੇ ਜਾਂਦਾ ਹੈ। ਲਿਹਾਜ਼ਾ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਆਪਣੇ ਥਾਂ ਤੇ ਸਬਸਿਡੀਜ਼ ਦਿੰਦੀ ਹੈ ਨਵੀਂ ਇਜਾਜ਼ਾਂ ਕਰਨ ਵਾਲਿਆਂ ਨੂੰ, ਤੇ ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟਸ ਨੇ ਆਜ਼ਮ ਬੰਦ ਕਰੋ, ਤੁਸੀਂ ਜਿਹੜੀ ਆਜ਼ਮ ਬੰਦ ਕਰੋ। ਅੱਛਾ, ਤੇ ਜਿਹੜੀ ਆਪਣਾ ਸਟੇਟ ਗਵਰਨਮੈਂਟ ਸਟੇਟਸ ਨੇ, ਸੂਬੇ ਨੇ, ਉਹ ਹਰ ਇੱਕ ਦੂਜੇ ਤੋਂ ਅੱਗੇ ਵਧਣ ਲਈ ਉਹ ਆਪਣੇ ਤੌਰ ਦੇ ਉੱਤੇ ਆਪਣਾ ਜਿਹੜੇ ਨੇ ਉਹ ਇਮਾਰਤਾਂ ਬਣਾ ਕੇ ਦਿੰਦੇ ਨੇ ਮੁਫਤ ਕਰਨ ਲਈ ਵਗੈਰਾ ਵਗੈਰਾ। ਤੇ ਉਹ ਕਿਉਂਕਿ ਹਕੂਮਤ ਦੀ ਪਾਲਿਸੀ ਜਿਹੜੀ ਹੈ ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਭ ਤੋਂ ਉੱਤੇ ਲਿਜਾਣ ਦੀ ਹੈ, ਤੇ ਇਨਵੈਸਟਰ ਜਿਹੜਾ ਹੈ ਚੀਨ ਦਾ ਉਹ ਵੀ ਬਹੁਤ 4 ਫੀਟ ਉਹਦੇ ਵਿੱਚ ਵੜ ਗਿਆ ਹੈ, ਤੇ ਇਸ ਵਜ੍ਹਾ ਡੇਟਾ ਵੀ ਉਹਨਾਂ ਕੋਲ ਬਹੁਤ ਹੈ, ਤੇ ਇਸ ਵਜ੍ਹਾ ਤੋਂ ਕਿਹਾ ਜਾ ਰਿਹਾ ਹੈ ਕਿ ਚੀਨ ਜਿਹੜਾ ਹੈ ਉਹ ਬਾਕੀਆਂ ਤੋਂ ਅੱਗੇ ਨਿਕਲ ਜਾਏਗਾ। ਮੈਂ ਹੁਣ ਇੱਥੇ ਰੁਕਣਾ, ਹੁਣ ਇੱਥੇ ਮੇਰਾ ਖਿਆਲ ਹੈ ਕੋਈ ਸਵਾਲ ਵੀ ਹੋਣੇ ਚਾਹੀਦੇ ਨੇ। ਹਾਂਜੀ ਸ਼ਾਹੀ ਸਾਹਿਬ। ਠੀਕ ਹੈ ਜੀ, ਅੱਗੇ ਚਲੋ ਜ਼ਰਾ, ਇਹ ਤਾਂ ਬੁਨਿਆਦੀ ਗੱਲਾਂ ਨੇ, ਤੁਸੀਂ ਅੱਗੇ ਚਲੋ। ਨਹੀਂ, ਮੇਰਾ ਖਿਆਲ ਹੈ ਕਿ ਜਿਹੜੀ ਇਹ ਬੁਨਿਆਦੀ ਗੱਲਾਂ ਤੇ ਜਿਹੜੀਆਂ ਹੋ ਗਈਆਂ ਨੇ, ਇਹੋ ਹੀ ਅੱਜ ਦੇ ਲੈਕਚਰ ਦੇ ਵਿੱਚ ਕਰਨ ਦਾ ਖਿਆਲ ਸੀ ਕਿ ਇਹਦਾ ਇੱਕ ਓਵਰਵਿਊ ਦਿੱਤਾ ਜਾਵੇ, ਇਹਦੀ ਬੁਨਿਆਦੀ ਜਿਹੜੀ ਟੈਕਨੋਲੋਜੀ ਦੀ ਜਿਹੜੀਆਂ ਕਿਸਮਾਂ ਨੇ ਉਹ ਦੱਸੀਆਂ ਜਾਣ, ਔਰ ਇਹ ਦੱਸਿਆ ਜਾਏ ਕਿ ਇਹ ਕਿਵੇਂ ਦੁਨੀਆ ਦੇ ਮੁਖਤਲਿਫ ਸ਼ੋਬਿਆਂ ਦੇ ਵਿੱਚ ਦੁਨੀਆ ਨੂੰ ਤਬਦੀਲ ਕਰੇਗਾ, ਇਹ ਦੱਸਿਆ ਜਾਵੇ। ਇਹ ਅੱਜ ਦਾ ਲੈਕਚਰ ਜਿਹੜਾ ਸੀ ਉਹ ਮੈਂ ਆਬਦ ਸਾਹਿਬ ਨੇ ਸ਼ਾਇਦ ਕੰਪਲੀਟ ਕੁਝ ਕਰਨੀ ਸੀ ਗੱਲ ਉਹਨਾਂ ਦੀ, ਉਹਨਾਂ ਨੂੰ ਕਹੋ। ਮੈਂ ਅਗਰ ਇਜਾਜ਼ਤ ਦਿਓ ਤਾਂ ਮੈਂ ਕਹਾਂਗਾ ਕਿ ਇਹ ਜਿਹੜੀ ਅਸੀਂ ਕਹਿੰਦੇ ਨਾ ਵੈਲਥ ਕ੍ਰੀਏਟ ਹੋਏਗੀ 15 ਟ੍ਰਿਲੀਅਨ, ਤੇ ਐਸੇ ਮਤਲਬ ਇੱਕ ਸਮਝਣ ਲਈ ਮੈਨੂੰ ਮਦਦ ਹੁੰਦੀ ਹੈ ਕਿ 15 ਟ੍ਰਿਲੀਅਨ ਤੇ ਚੀਨ ਦਾ ਅੱਜ GDP ਹੈ, ਮਤਲਬ ਇੱਕ ਚੀਨ ਜਿੰਨਾ ਵੱਡਾ ਅਮੀਰ ਮੁਲਕ ਇੱਕ ਹੋਰ ਮਤਲਬ ਇਨ ਦ ਨੀਅਰ ਫਿਊਚਰ ਆਏਗਾ। ਤੇ ਬੰਦਾ ਸੋਚਦਾ ਹੈ ਕਿ ਜੀ ਇਹ ਕੌਣ ਗਰੀਬ ਹੋਏਗਾ ਕਿ ਚੀਨ ਦੇ ਕੋਲ ਇੰਨਾ ਪੈਸਾ ਆ ਜਾਏ, ਤੇ ਇਹਦੇ ਨਾਲ ਗਰੀਬ ਹੋਣ ਦੀ ਕਿਸੇ ਨੂੰ
ਮਤਲਬ ਲੋੜ ਨਹੀਂ ਹੈ, ਕਿਉਂਕਿ ਅਮਰੀਕਾ ਤੇ ਗਰੀਬ ਨਹੀਂ ਹੋਇਆ ਜਦੋਂ ਚੀਨ ਅਮੀਰ ਹੋਇਆ, ਇਹ ਤੇ ਨਿਊ ਵੈਲਥ ਹੁੰਦੀ ਹੈ। ਤੇ ਅਬ ਨਿਊ ਵੈਲਥ ਦਾ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਕਿ ਵੇਖੋ ਕਿ ਮੇਰਾ ਇੱਕ ਇੱਥੇ ਇੱਕ ਗਰੁੱਪ ਹੈ ਰੇਡੀਓਲੋਜਿਸਟ ਦਾ, ਬੜੇ ਐਕਸਪੀਰੀਅੰਸ ਰੇਡੀਓਲੋਜਿਸਟ ਜਿਹੜੇ ਸਾਰੇ ਐਕਸ-ਰੇ ਟੈਸਟ ਵੈਸ ਕੈਟ ਸਕੈਨਸ ਪੜ੍ਹਦੇ ਨੇ, ਤੇ ਉਹ ਦੱਸਦੇ ਨੇ ਕਿ ਜੀ ਇਹਦੇ ਚ ਇਹ ਬਿਮਾਰੀ ਹੈ, ਤੁਹਾਨੂੰ ਹੀ ਆਇਆ ਬਿਮਾਰੀ ਹੈ। ਉਹ ਕਹਿੰਦੇ ਨੇ ਕਿ ਜੀ ਹਰ ਰੇਡੀਓਲੋਜਿਸਟ ਦੀ ਕਮਜ਼ੋਰੀ ਹੈ, 30 ਸਾਲ ਦਾ ਵੀ ਐਕਸਪੀਰੀਅੰਸ ਹੋਏ, ਕਿ ਸਵੇਰੇ ਜਿਹੜੇ ਪਹਿਲੇ 3 ਘੰਟੇ ਚ ਉਹ ਜਿਹੜੀ ਪਿਕਚਰਾਂ ਵੇਖਦੇ ਹੈ ਉਹਨਾਂ ਦਾ ਡਾਇਗਨੋਸਿਸ ਸਹੀ ਹੁੰਦਾ ਹੈ, ਸ਼ਾਮੀ ਉਹ ਸਾਰੇ ਥੱਕ ਜਾਂਦੇ ਨੇ ਤੇ ਉਹ ਗਲਤ ਡਾਇਗਨੋਸਿਸ ਵੀ ਕਰਦੇ ਨੇ ਤੇ ਮਿਸ ਵੀ ਕਰ ਦਿੰਦੇ। ਤੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਇਹ ਕੰਮ ਹੋ ਰਿਹਾ ਹੈ ਕਿ ਜਿੰਨੀ ਡਾਇਗਨੋਸਿਸ ਹੈ ਨਾ ਇਸ ਕਿਸਮ ਦੀ ਕੰਪਿਊਟਰ ਕਰੇ, ਉਹਦੇ 'ਚ 2 ਫਰਕ ਆ ਜਾਣਗੇ। ਪਹਿਲੀ ਚੀਜ਼ ਹੈ ਕਿ ਜਨਾਬ ਅਲੀ ਗਲਤੀਆਂ ਬਹੁਤ ਘੱਟ ਹੋਣਗੀ, ਤੇ ਜਿਹੜੀ ਇੰਸ਼ੋਰੈਂਸ ਕੰਪਨੀਆਂ ਹੈ ਉਹਨਾਂ ਨੇ ਫਰਜ਼ ਕਰ ਦੇਣਾ ਇਸ ਤੇ ਕਿ ਜੀ ਤੁਸੀਂ ਇਹ ਯੂਜ਼ ਕਰੋ, ਨਹੀਂ ਤੇ ਲੋਕੀ ਸਾਨੂੰ ਸੂ ਕਰਾਂਗੇ ਕਿ ਜੀ ਇਹ ਟੈਕਨੋਲੋਜੀ ਸੀ ਤੇ ਤੁਸੀਂ ਇਹਦੇ ਬਗੈਰ ਕੰਮ ਕੀਤਾ ਹੈ ਤੇ ਰਿਜ਼ਲਟ ਤੁਹਾਡੇ ਖਰਾਬ ਆਏ। ਤੇ ਉਹਨਾਂ ਦਾ ਵੀ ਮਤਲਬ ਇੱਕ ਇਨਸੈਂਟਿਵ ਆ ਜਾਂਦਾ ਹੈ। ਦੂਸਰਾ, ਖਰਚੇ ਕਮ ਹੋ ਜਾਣਗੇ ਕਿ ਇਨਸਾਨ ਦੀ ਇੰਨੀ ਲੋੜ ਨਹੀਂ ਹੋਣੀ। ਤੀਸਰਾ ਹੈ ਕਿ ਇੰਨੇ ਡਾਕਟਰ ਪੈਦਾ ਕਰਨ ਦੀ ਲੋੜ ਨਹੀਂ ਹੋਣੀ, ਕਿਉਂਕਿ ਜਿਹੜੇ ਦੂਰ ਦਰਾਜ਼ ਇਲਾਕੇ ਜਿੱਥੇ ਮਤਲਬ ਟੌਪ ਨੌਚ ਡਾਕਟਰ ਨਹੀਂ ਜਾਂਦੇ, ਉਹਨਾਂ ਦੀ ਮਿਨੀਮਮ ਜਿਹੜੀ ਕੁਆਲਿਟੀ ਆਫ ਮੈਡੀਸਨ ਹੈ, ਡਾਇਗਨੋਸਿਸ ਹੈ, ਉਹ ਉਹੀ ਹੋਏਗੀ ਜਿਹੜੀ ਵੱਡੇ ਸ਼ਹਿਰਾਂ 'ਚ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਫਿਰ ਲੋਕੀ ਕਿੱਥੇ ਜਾਂਦੇ ਇਲਾਜ ਕਰਾਉਣ ਲਈ, ਤੇ ਇਹ ਇੱਕ ਵੈਲਥ ਕ੍ਰੀਏਟ ਕਰਦੀ ਹੈ। ਦਿਸ ਇਜ਼ ਐਨ ਐਗਜ਼ਾਮਪਲ ਕਿ ਜੀ ਵੈਲਥ ਕਿੱਥੋਂ ਕ੍ਰੀਏਟ ਹੁੰਦੀ ਹੈ। ਉਹ ਇਸ ਤਰ੍ਹਾਂ ਕ੍ਰੀਏਟ ਹੁੰਦੀ ਹੈ ਕਿ ਮਤਲਬ ਮਤਲਬ ਕਰੋੜਾਂ ਲੋਕਾਂ ਨੂੰ ਉਹੀ ਫੈਸਿਲਿਟੀ ਮਿਲਦੀ ਹੈ ਜਿਹੜੀ ਹੁਣ ਲਿਮਿਟਿਡ ਲੋਕਾਂ ਨੂੰ ਮਿਲਦੀ ਹੈ। ਤੇ ਇਸ ਤਰ੍ਹਾਂ ਬਹੁਤ ਸਾਰੀ ਫੀਲਡਸ ਹੈ ਜਿਹਦੇ 'ਚ ਇਸ ਤਰ੍ਹਾਂ ਵੈਲਥ ਕ੍ਰੀਏਟ ਹੁੰਦੀ ਹੈ। ਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ ਕਿ ਇਹਦੇ ਚੀਨ ਅਗਰ ਪਹਿਲ ਕਰ ਦੇ ਤੇ ਚੀਨ ਦਾ ਸਾਰਾ ਕੰਮ ਹੋਣਾ। ਇਹ ਜਿਹੜੀ ਹੁਆਵੀ ਉਹਨਾਂ ਦੀ ਕੰਪਨੀ ਹੈ, ਕਿਉਂ ਵੈਸਟ ਨੇ ਉਹਨਾਂ ਤੇ ਪਾਬੰਦੀ ਲਾਈ ਹੈ? ਕਿਉਂਕਿ ਉਹ 5th ਜਿਹੜੀ ਨਾ ਜਿਹੜੀ ਟੈਕਨੋਲੋਜੀ ਹੈ G5 ਹਾਂ ਜੀ, ਉਹਦੇ ਚ ਉਹਨਾਂ ਨੇ ਸਾਰੀ ਦੁਨੀਆ ਤੋਂ ਅੱਗੇ ਆ ਕੇ ਉਹਨਾਂ ਨੇ ਆਪਣਾ ਨੈਟਵਰਕ ਬਣਾਇਆ। ਇੱਥੇ ਤੇ ਸਾਰਾ ਕੁਝ ਜਿਹੜਾ ਇੰਟਰਨੈਟ ਹੈ ਨਾ, ਸਾਰਾ ਕੁਝ ਕੰਟਰੋਲਡ ਹੁੰਦਾ ਹੈ ਵੈਸਟ ਤੋਂ, ਅਮਰੀਕਾ ਤੋਂ। ਤੇ ਉਹਨਾਂ ਨੇ ਇੱਕ ਪੈਰਲਲ ਨੈਟ ਆਪਣਾ ਬਣਾਇਆ ਹੈ, ਪੂਰਾ ਸਿਸਟਮ ਹਵਾਵੇ ਨੇ, ਤੇ ਉਹ ਸਾਰਾ ਕੰਟਰੋਲ ਚੀਨ ਦੇ ਕੋਲ ਚਲਾ ਜਾਏਗਾ ਕਿ ਸਾਰਾ ਡੇਟਾ ਦੁਨੀਆ ਦਾ ਸਾਰਾ ਕੁਝ ਜਿਹੜਾ ਹੈ ਉਹ ਕੰਟਰੋਲ ਕਰਨਗੇ। ਤੇ ਅਮਰੀਕਾ ਨੇ ਸਮਝ ਕੇ ਉਹਨੇ ਕਿਹਾ ਜੀ ਨਹੀਂ, ਇਸ ਕੰਪਨੀ ਨੂੰ ਅਸੀਂ ਬੈਨ ਕਰ ਦੇਣੇ। ਤੇ ਵੈਸਟ ਨੇ ਉਹਨਾਂ ਨੂੰ ਬੈਨ ਕਰਤਾ, ਪਰ ਰੋਕ ਨਹੀਂ ਸਕੇ ਉਹਨਾਂ ਨੂੰ, ਕਿਉਂਕਿ ਸਾਰੀ ਜਿਹੜੀ ਉਹਦਾ ਕੰਟਰੋਲ ਹੈ, ਉਹਦੀ ਵੈਲਥ ਕ੍ਰੀਏਸ਼ਨ ਹੈ, ਉਸ ਤੇ ਸਾਰਾ ਕੁਝ ਜਿਹੜੀ ਟੈਕਨੋਲੋਜੀਜ਼ ਆਣਗੀ, ਪ੍ਰੋਡਕਟਸ ਆਣਗੀ, ਉਹ ਮੁਲਕ ਡੋਮੀਨੇਟ ਕਰੇਗਾ ਜਿਹੜਾ ਉਸ ਟੈਕਨੋਲੋਜੀ ਨੂੰ ਕੰਟਰੋਲ ਕਰਦਾ। ਤੇ ਇਹ ਜਿਹੜੀ ਚੀਜ਼ਾਂ ਨੇ, ਇਹ ਵੈਲਥ ਕ੍ਰੀਏਸ਼ਨ ਹੈ। ਤੇ ਇੱਥੇ ਪਾਵਰ ਦੀ ਗੱਲ ਆ ਜਾਂਦੀ ਹੈ ਕਿ ਦੁਨੀਆ ਦਾ ਨਿਜ਼ਾਮ ਕੌਣ ਕੰਟਰੋਲ ਕਰੇਗਾ। ਤੇ ਇਹ ਸਾਰੀ ਚੀਜ਼ਾਂ ਇਹਨੂੰ ਇੱਕ ਹੋਰ ਡੀਟੇਲ ਤੇ ਮੈਂ ਦੱਸ ਰਿਹਾ ਤੁਹਾਨੂੰ ਕਿ ਇਨ ਦ ਨੈਕਸਟ 10-15 ਇਅਰਸ ਕਿੱਥੇ ਸਾਰੀ ਸਟਰਗਲ ਹੋ ਰਹੀ ਹੈ। ਹੁਣ ਇਹ ਹੈ ਕਿ ਵੈਲਥ ਦਾ ਤੁਸੀਂ ਇਹ ਦੇਖੋ ਨਾ ਜੀ, ਵੈਲਥ ਕਿਵੇਂ ਇਕੱਠੀ ਹੋਵੇਗੀ। ਮਤਲਬ ਹੈ ਕਿ ਹੁਣ ਜਿਹੜਾ ਊਬਰ ਚੱਲ ਰਿਹਾ ਹੈ, ਤੇ ਊਬਰ ਜਿਹੜਾ ਹੈ ਉਹ ਜਿਹੜਾ 75% ਉਹਦੀ ਇਨਕਮ ਹੁੰਦੀ ਹੈ ਊਬਰ ਦੀ, ਉਹ ਡਰਾਈਵਰ ਨੂੰ ਚਲੀ ਜਾਂਦੀ ਹੈ, ਤੇ 25% ਊਬਰ ਕੋਲ ਰਹਿੰਦੀ ਹੈ। ਠੀਕ, ਫਰਜ਼ ਕਰੋ ਫਿਊਚਰ ਦੇ ਵਿੱਚ ਊਬਰ ਦੀਆਂ ਸਾਰੀਆਂ ਕਾਰਾਂ ਹੀ ਡਰਾਈਵਰਲੈਸ ਨੇ, ਤੇ ਫਿਰ 100% ਜਿਹੜੀ ਇਨਕਮ ਹੈ ਉਹ ਊਬਰ ਕੋਲ ਹੀ ਆਏਗੀ, ਕਿਸੇ ਹੋਰ ਕੋਲ ਤਾਂ ਜਾਏਗੀ ਨਹੀਂ। ਤੇ ਉਹ ਜਿਹੜੀ ਉਹ ਦੌਲਤ ਜਿਹੜੀ ਉਹਨਾਂ ਕੋਲ ਆਏਗੀ, ਉਹਦੇ ਨਾਲ ਮਜ਼ੀਦ ਉਹ ਟੈਕਨੋਲੋਜੀ ਨੂੰ ਡਿਵੈਲਪ ਕਰਨਗੇ ਔਰ ਮਜ਼ੀਦ ਉਹਨਾਂ ਕੋਲ ਦੌਲਤ ਆਏਗੀ। ਇਹਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਸ਼ਾਰਟ ਕਮਿੰਗ ਆਉਣ ਵਾਲੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਉਹ ਇੱਕ ਤੇ ਇਹ ਹੈਗੀ ਹੈ ਕਿ ਇਹਦੇ ਵਿੱਚ ਰੁਝਾਨ ਹੈਗਾ ਕਿ ਵਿਨਰ ਟੇਕਸ ਦਾ ਆਲ।
ਜਿਹੜਾ ਵਿਨ ਕਰ ਜਾਂਦਾ ਹੈ ਉਹ ਪੂਰੀ ਮਾਰਕੀਟ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ। ਜਿਵੇਂ ਤੁਸੀਂ ਇੱਥੇ ਦੇਖੋ ਐਮਾਜ਼ੋਨ ਨੇ ਕਰ ਲਿਆ ਹੈ, ਜਾਂ ਗੂਗਲ ਨੇ ਕਰ ਲਿਆ ਹੈ, ਜਾਂ ਉਬਰ ਕਰ ਲਏਗਾ। ਤੇ ਇਹ ਕੰਸੈਂਟ੍ਰੇਸ਼ਨ ਆਫ ਵੈਲਥ ਜਿਹੜੀ ਹੈ ਉਹ ਮੁਲਕਾਂ 'ਚ ਵੀ ਹੋਵੇਗੀ ਔਰ ਮੁਲਕਾਂ ਦੇ ਅੰਦਰ ਵੀ ਮੁਖਤਸਰ ਕੰਪਨੀਆਂ ਦੇ ਵਿੱਚ ਹੋ ਜਾਏਗੀ। ਇਹ ਇੱਕ ਬੁਹਰਾਨ ਪੈਦਾ ਹੋਏਗਾ। ਹੁਣ ਇਹਦੇ ਹਾਂਜੀ ਦੂਸਰਾ ਬੁਹਰਾਨ ਹੈ ਕਿ ਤੁਸੀਂ ਵੇਖੋ ਕਿ ਤੁਸੀਂ ਉਬਰ ਦਾ ਐਗਜ਼ਾਮਪਲ ਦਿੱਤਾ ਹੈ ਤੇ ਇਹਦਾ ਇੰਪਲੀਕੇਸ਼ਨ ਕੀ ਹੈ? ਇਹਦੀ ਇੰਪਲੀਕੇਸ਼ਨ ਹੈ ਕਿ ਜਿਹੜੇ 5 ਮਿਲੀਅਨ ਲੋਕੀ ਹੈ ਜਿਹੜੇ ਫੁੱਲ ਟਾਈਮ ਡਰਾਈਵਰੀ ਕਰਦੇ ਨੇ ਉਹ ਬੇਰੋਜ਼ਗਾਰ ਹੋ ਜਾਣਗੇ। ਬਿਲਕੁਲ ਨਹੀਂ ਜੀ, ਉਹ ਆਲਟਰਨੇਟਿਵ ਇਸ ਤਰ੍ਹਾਂ ਕਰਨਗੇ ਕਿ ਉਹ 5 ਮਿਲੀਅਨ ਜਿਹੜੀਆਂ ਗੱਡੀਆਂ ਹੋਣਗੀਆਂ ਉਹ ਓਨਰ ਤੁਸੀਂ ਮੈਂ ਹੋਵਾਂਗੇ, ਦੂਸਰੇ ਲੋਕ ਹੋਣਗੇ, ਉਹ ਓਨਰ ਦੀਆਂ ਗੱਡੀਆਂ ਇਸਤੇਮਾਲ ਕਰਨਗੇ, ਆਪਣੀ ਉਹਨਾਂ ਦੀ ਗੱਡੀ ਵੀ ਨਹੀਂ ਹੋਏਗੀ, ਗੱਡੀਆਂ ਮੁxtਲਿਫ ਓਨਰ ਦੀਆਂ ਹੋਣਗੀਆਂ। ਹੁਣ ਉਹਨਾਂ ਨੂੰ ਥੋੜਾ ਜਿਹਾ ਵਿੱਚੋਂ 10% 20% ਦੇ ਕੇ ਉਹਨਾਂ ਨੂੰ ਰਾਜ਼ੀ ਕਰਨਗੇ। ਹਾਂਜੀ, ਇਹ ਸਟਾਈਲ ਬਦਲਦਾ ਰਹੇਗਾ। ਬਿਲਕੁਲ ਬਿਲਕੁਲ ਉਹੀ ਮੈਂ ਕਹਿ ਰਿਹਾ ਨਾ ਕਿ ਪਾਰਟਿਸਿਪੇਸ਼ਨ ਹੁੰਦੀ ਰਹੇਗੀ, ਕਰਦੇ ਰਹਿਣਗੇ, ਕਿਉਂਕਿ ਸੋਸਾਇਟੀ ਨੂੰ ਉਹਨਾਂ ਨੇ ਕੁਝ ਥੋੜਾ ਜਿਹਾ ਉਹ ਕੀ ਮਾਡਲ ਹੋਏਗਾ ਉਹ ਅਲੱਗ ਗੱਲ ਹੈ ਕਿ ਉਹ ਮਾਡਲ ਕੀ ਹੋਏਗਾ ਕਿ ਉਬਰ ਜਿਹੜਾ ਹੈ ਉਹ ਡਿਸਟ੍ਰੀਬਿਊਸ਼ਨ ਵੀ ਨਾਲ ਵੈਲਥ ਦੀ ਕਰੇਗਾ ਕਿ ਨਹੀਂ ਕਰੇਗਾ, ਜਾਂ ਉਹ ਆਪਣਾ ਸਾਰਾ ਮੁਨਾਫਾ ਖੁਦ ਹੀ ਰੱਖੇਗਾ। ਇਹ ਆਪਣਾ ਜਿਹੜਾ ਹੈ ਇਹ ਦੇਖਣ ਵਾਲੀ ਗੱਲ ਹੈ। ਲੇਕਿਨ ਇਹਦੇ ਨਾਲ ਜਿਹੜਾ ਇਨਸਾਨੀ ਜ਼ਿੰਦਗੀ ਦੇ ਵਿੱਚ ਜਿਹੜਾ ਬੇਸਿਕ ਬੁਹਰਾਨ ਆਉਣ ਵਾਲਾ ਹੈ ਉਹਦੇ ਉੱਤੇ ਅਸੀਂ ਅਗਲੀ ਵਾਰੀ ਤੋਂ ਗੱਲ ਸ਼ੁਰੂ ਕਰਾਂਗੇ, ਕਿਉਂਕਿ ਜਿਹੜਾ ਤਮਾਮ ਜਿਹੜੀ ਹਿਊਮਨ ਲੇਬਰ ਹੈ ਉਹ ਜਦੋਂ ਰਿਡੰਡੈਂਟ ਹੋ ਜਾਏਗੀ ਜਾਂ ਉਹਦਾ ਮੈਜੋਰਿਟੀ ਹਿੱਸਾ ਰਿਡੰਡੈਂਟ ਹੋ ਜਾਏਗਾ ਤੇ ਫਿਰ ਕਿਸ ਤਰ੍ਹਾਂ ਦਾ ਸਿਸਟਮ ਬਣੇਗਾ ਉਹ ਜਿਹੜਾ ਹੈ ਉਹਦੇ ਉੱਤੇ ਗੱਲ ਅਸੀਂ ਅਗਲੀ ਵਾਰੀ ਤੋਂ ਸ਼ੁਰੂ ਕਰਾਂਗੇ। ਤੇ ਇੰਨਾ ਹੀ ਮੇਰਾ ਖਿਆਲ ਹੈ ਅੱਜ ਕਾਫੀ ਹੈ ਤੇ ਬਾਕੀ ਅਗਲੇ ਹਫਤੇ ਅਸੀਂ ਕਰਾਂਗੇ ਗੱਲ, ਅਗਰ ਤੁਸੀਂ ਮਾਈਂਡ ਨਾ ਕਰੋ ਤੇ। ਹਾਂਜੀ ਹੈਲੋ, ਹਾਂਜੀ ਗੱਲ ਕਰੀਏ ਜਾਂ ਹੁਣ ਤੁਸੀਂ ਕਲਾਸ ਮੁਕਾ ਰਹੇ ਹੋ? ਨਹੀਂ, ਜੇ ਤੇ ਤੁਹਾਡੇ ਕੋਲ ਗੱਲ ਕੋਈ ਹੋਰ ਐਡ ਕਰਨ ਵਾਲੀ ਹੈ ਤੇ ਤੁਸੀਂ ਜ਼ਰੂਰ ਕਰੋ ਐਡ। ਮੈਨੂੰ ਅਸਲ ਦੇ ਵਿੱਚ ਨਾ ਇੱਕ ਕੰਮ ਵੀ ਹੈ ਛੋਟਾ ਜਿਹਾ, ਤੇ ਉਹ ਇਸ ਵਾਸਤੇ ਮੈਂ ਕੁਝ ਥੋੜਾ 10 ਮਿੰਟ ਪਹਿਲੇ ਵੀ ਜਾ ਰਿਹਾ ਹੈ ਤੇ ਲੇਕਿਨ ਇਹ ਹੈ ਕਿ ਅਗਰ ਤੁਹਾਡੇ ਕੋਲ ਗੱਲ ਹੈਗੀ ਹੈ ਨਾ ਤੇ ਤੁਸੀਂ ਜ਼ਰੂਰ ਕਰੋ ਔਰ ਰਿਕਾਰਡ ਹੁੰਦੀ ਰਹੇਗੀ ਗੱਲ। ਹਾਂ ਨਹੀਂ, ਤੁਸੀਂ ਉਹਨੂੰ ਟਰਮੀਨੇਟ ਕਰ ਦਿਓ ਕਿ ਜਿਹੜਾ ਸਬਜੈਕਟ ਸੀ ਤੁਹਾਡਾ ਅੱਜ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਇਨਸਾਨ ਤੇ ਸੁਸਾਇਟੀ ਤੇ ਮਤਲਬ ਕਿਸ ਕਿਸਮ ਦੇ ਚੇਂਜਸ ਆਉਣ ਲੱਗੇ ਤੇ ਉਹਦੀ ਬਾਟਮ ਲਾਈਨ ਇਹ ਕਿ ਫਿਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਜੀ ਇਸ ਲਈ ਕਿ ਉਹ ਦੇ ਡੋਂਟ ਬਿਕਮ ਦੀ ਅੰਡਰ ਕਲਾਸ, ਕਿ ਅਗਰ ਤੁਸੀਂ ਅੰਡਰ ਕਲਾਸ ਨਹੀਂ ਹੋਣਾ ਚਾਹੁੰਦੇ ਤੇ ਤੁਹਾਨੂੰ ਕੀ ਚੇਂਜਸ ਲਾਉਣਾ ਚਾਹੀਦਾ। ਤੇ ਉਸ ਤੇ ਮੈਂ 3-4 ਬਸ ਗੱਲਾਂ ਕਰਨਾ ਸੀ ਕਿ ਪਹਿਲੀ ਚੀਜ਼ ਤੁਸੀਂ ਇਹ ਸਮਝੋ ਕਿ ਤੁਹਾਡਾ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਉਹਦੇ ਜਿਹੜੇ ਸਟੈਟਿਕ ਡਿਗਰੀਜ਼ ਹੈ, ਜਿਨ੍ਹਾਂ ਦਾ ਸਟੈਟਿਕ ਸਿਲੇਬਸ ਹੈ, ਉਹ ਸਾਰਾ ਬਦਲ ਜਾਣਾ, ਕਿਉਂਕਿ ਇਹ ਬੜੀ ਸਪੈਸਿਫਿਕ ਕਿਸਮ ਦੀ ਸਕਿੱਲ ਸੈਟਸ ਹੈ ਜਿਹੜੀ ਹਰ 5 ਸਾਲ 10 ਸਾਲ ਬਦਲਦੀਆਂ ਨੇ ਤੇ ਉਹ ਸਕਿੱਲ ਸੈਟਸ ਰਿਕੁਆਇਰਮੈਂਟ ਹੋਣੀ ਹੈ ਕਿ ਹਰ ਬੰਦਾ ਕਨਸਟੈਂਟਲੀ ਲਰਨਿੰਗ ਕਰੇ। ਸਾਡਾ ਜੋ 올ਡ ਮਾਡਲ ਸੀ ਨਾ, ਤੁਸੀਂ ਡਿਗਰੀ ਲੈ ਲਈਏ ਤੇ ਤੁਹਾਡੀ ਲਰਨਿੰਗ ਖਤਮ ਹੋ ਗਈ ਤੇ ਹੁਣ ਤੁਸੀਂ ਬਸ ਕੰਮ ਨੌਕਰੀ ਕਰੋ। ਤੇ ਹੁਣ ਮਾਡਲ ਜਿਹੜਾ ਚੇਂਜ ਹੋਇਆ ਹੈ ਕਿ ਇਨਸਾਨ ਨੂੰ ਕੀ ਤਬਦੀਲੀ ਲਾਣਾ ਪਏਗੀ, ਉਹ ਹੈ ਕਿ ਤੁਸੀਂ ਕਨਸਟੈਂਟਲੀ ਪੂਰੀ ਜ਼ਿੰਦਗੀ ਪੜ੍ਹਨਾ ਹੈ ਤੇ ਤੁਹਾਡੀ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਜਿਹੜੀ ਸਟੈਟਿਕ ਚੀਜ਼ਾਂ ਪੜ੍ਹਾ ਰਹੀਆਂ ਨੇ ਉਹ ਦੇ ਵਿਲ ਸਟਾਰਟ ਫੇਲਿੰਗ ਬਿਕੋਜ਼ ਉੱਥੇ ਕਿਸੇ ਨੇ ਜਾਣਾ ਨਹੀਂ ਹੈ, ਉਹਨੀ ਦੀ ਜ਼ਰੂਰਤ ਹੀ ਨਹੀਂ ਹੋਣੀ। ਤੇ ਐਜੂਕੇਸ਼ਨ ਦੀ ਜਿਹੜੀ ਇੰਸਟੀਟਿਊਸ਼ਨਸ ਹੈ if they are not proactive ਤੇ ਉਹ they will become irrelevant। ਇਹ ਸਾਰੀ ਚੇਂਜਸ ਆ ਰਹੀਆਂ ਤੇ ਹੁਣ ਵੀ ਇਹ ਆ ਰਹੀਆਂ ਨੇ ਕਿ ਸਾਰੀ ਵੱਡੀ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਦੇ ਐਜੂਕੇਸ਼ਨ ਦਾ ਮਾਡਲ ਚੇਂਜ ਹੋ ਰਿਹਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੜੀ ਬੇਸਿਕ। ਫਿਰ ਹਰ ਇਨਸਾਨ ਨੂੰ ਹੁਣ ਅਸੀਂ ਕਹਿੰਦੇ ਇਸ ਕਲਾਸ ਵਿੱਚ ਵੀ ਕਿ ਉਹ ਜੀ ਮੈਨੂੰ ਕੰਪਿਊਟਰ ਨਹੀਂ ਯੂਜ਼ ਕਰਨਾ ਆਉਂਦਾ ਤੇ ਅੱਛਾ ਜੀ ਇਹ ਨਹੀਂ ਆਇਆ, ਚਲੋ ਉਹ ਤੁਸੀਂ ਕਰ ਦਿਓ ਤੇ ਉਹ ਤੁਸੀਂ ਕਰ ਦਿਓ।
ਤੇ ਉਹ ਨਾ ਹੋਣਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਉਹ ਐਟ ਐਨ ਐਕਸਲਰੇਟਿਡ ਰੇਟ ਅਗਰ ਤੁਸੀਂ ਬੇਸਿਕ ਇੰਟਰਨੈਟ ਆਫ ਥਿੰਗਸ ਜਿਹੜੀ ਟੈਕਨੋਲੋਜੀ ਆਮ ਤੌਰ ਦੀ ਰੋਜ਼ਮਰਾ ਜ਼ਿੰਦਗੀ 'ਚ ਉਹਦਾ ਤੁਸੀਂ ਇੱਕ ਕੈਪੇਬਲ ਯੂਜ਼ਰ ਨਾ ਹੋ ਤੇ ਤੁਸੀਂ ਅੰਡਰ ਕਲਾਸ ਹੋ ਜਾਣੀ ਹੈ। ਤੁਹਾਡੇ ਕੋਲ ਨਾ ਬੈਂਕਿੰਗ ਹੋਣੀ ਹੈ, ਨਾ ਤੁਸੀਂ ਸ਼ਾਪਿੰਗ ਕਰ ਸਕਦੇ ਹੋ, ਨਾ ਕੋਈ ਵੀ ਕੰਮ ਜਿਹੜਾ ਹੈ, ਨਾ ਦਫ਼ਤਰ ਵਿੱਚ ਜਿਹੜੇ ਪ੍ਰੋਸੀਜਰਸ ਹੈ ਉਹਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਕਿਉਂਕਿ ਹੁਣ ਸਾਰਾ ਕੁਝ ਟੈਕਨੋਲੋਜੀ ਬੇਸਡ ਹੈ। ਤੇ ਅਗਰ ਤੁਸੀਂ ਅੰਡਰ ਕਲਾਸ ਨਹੀਂ ਹੋਣਾ ਤੇ ਤੁਹਾਡੇ ਕੋਲ ਇਹ ਸ਼ਊਰ ਹੋਣਾ ਚਾਹੀਦਾ ਹੈ ਟੈਕਨੋਲੋਜੀ ਦਾ। ਤੇ ਫਿਰ ਅਗਰ ਇਹ ਸ਼ਊਰ ਹੋਏ ਤੁਹਾਡੇ ਕੋਲ ਤੇ ਬੇਸਿਕ ਟੈਕਨੋਲੋਜੀ ਦੇ ਨਾਲ ਉਹ ਕੰਫਰਟ ਲੈਵਲ ਹੋਏ, ਜਿਹੜਾ ਐਜ਼ ਐਨ ਐਗਜ਼ਾਮਪਲ ਗੱਡੀ ਚਲਾਉਣ ਲਈ ਕਿ ਹਰ ਬੰਦਾ ਡਰਾਈਵਰ ਹੋ ਸਕਦਾ ਹੈ, ਬੜੀ ਆਸਾਨ ਕੰਮ ਹੈ। ਤੇ ਉਸ ਤਰ੍ਹਾਂ ਐਸ ਟੈਕਨੋਲੋਜੀ ਜਿਹੜੀ ਐਪਲੀਕੇਸ਼ਨ ਐਵਰੀਡੇ ਲਾਈਫ ਦਾ ਵੀ ਐਕਸਪਰਟ ਤੁਹਾਨੂੰ ਹੋਣਾ ਪਏਗਾ। ਯੂ ਹੈਵ ਟੂ ਬੀ ਦ ਇਕੁਇਵਲੈਂਟ ਡਰਾਈਵਰ of every technology that's in the world। ਅਗਰ ਤੁਹਾਡੇ ਕੋਲ ਇਹ ਸ਼ਊਰ ਤੇ ਟ੍ਰੇਨਿੰਗ ਹੈ ਤੇ ਫਿਰ ਤੁਸੀਂ ਰੀਟ੍ਰੇਨ ਵੀ ਬੜੀ ਛੇਤੀ ਹੋ ਸਕੋਗੇ। ਨਹੀਂ ਤੇ ਤੁਹਾਡੀ ਰੀਟ੍ਰੇਨਿੰਗ ਦੀ ਸਪੀਡ ਇੰਨੀ ਸਲੋ ਹੋਣੀ ਹੈ ਕਿ ਤੁਸੀਂ ਫਿਰ ਪਿੱਛੇ ਰਹਿ ਜਾਓਗੇ। ਤੇ these are the basic changes ਜਿਹੜੀ ਇਨਸਾਨ ਨੇ ਆਪਣੀ ਜ਼ਿੰਦਗੀ ਚਲਾਣੀ ਹੈ ਤੇ they have to get comfortable with it। ਤੇ ਲਾਸਟ ਥਿੰਗ ਜਿਹੜੀ ਹੈ ਉਹ ਮਤਲਬ ਇਨ ਦ ਸਮਰੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਅੱਜ ਕਿ ਜਿਹੜੀ ਕਨਸੈਪਟ ਆਫ ਪ੍ਰਾਈਵੇਸੀ ਹੈ ਨਾ, ਅਗਰ ਤੁਸੀਂ ਦੁਨੀਆ ਵਿੱਚ ਫੰਕਸ਼ਨ ਕਰਨਾ ਹੈ ਤੇ ਤੁਸੀਂ ਕਨਸੈਪਟ ਆਫ ਪ੍ਰਾਈਵੇਸੀ ਨੂੰ ਭੁੱਲ ਜਾਓ। there is no concept of privacy। ਜਿਹੜੇ ਲੋਕੀ ਪ੍ਰਾਈਵੇਸੀ ਨੂੰ ਬੜਾ ਵੈਲਿਊ ਕਰਦੇ ਨਾ, they will fail in this world। ਉਹ ਪ੍ਰਾਈਵੇਸੀ ਜਾਂ ਤੇ ਤੁਸੀਂ ਬਿਲਕੁਲ ਹੀ ਕਿਸੇ ਲਈ ਇੰਟਰਸਟ ਨਹੀਂ ਰੱਖਦੇ, ਮਤਲਬ ਬਿਲਕੁਲ ਹੀ ਅੰਡਰ ਕਲਾਸ ਹੋ, ਤੇ ਫਿਰ ਤੁਸੀਂ ਪ੍ਰਾਈਵੇਟ ਆਪਣੇ ਆਪ ਨੂੰ ਸਮਝੋ ਕਿਉਂ ਕਿਸੇ ਨੂੰ ਸ਼ੌਕ ਹੀ ਨਹੀਂ ਤੁਹਾਡੇ 'ਚ। ਅਗਰ ਤੁਸੀਂ ਫੰਕਸ਼ਨਲ ਹੋ, ਮਿਡਲ ਕਲਾਸ ਹੋ, ਇਕੋਨਮੀ 'ਚ ਹਿੱਸਾ ਲੈਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਕੋਈ ਪ੍ਰਾਈਵੇਸੀ ਨਹੀਂ ਹੋਣੀ। ਹਰ ਚੀਜ਼ ਤੁਹਾਡੀ ਮੋਨੀਟਰ ਹੋਏਗੀ ਤੇ ਉਹ ਜਿਹੜਾ ਐਫਰਟ ਹੁੰਦਾ ਨਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਜੀ ਮੈਂ ਘਰ ਵਿੱਚ ਕੀ ਕਰ ਰਿਹਾ ਤੇ ਇਹ ਕੀ ਕਰ ਰਿਹਾ, ਇਹ ਸਾਰੀ ਚੀਜ਼ਾਂ ਜਿਹੜੀਆਂ ਮੁੱਕ ਜਾਣੀਆਂ। ਸਾਰਿਆਂ ਨੂੰ ਸਭ ਕੁਝ ਪਤਾ ਹੋਣਾ ਹੈ, ਕਮ ਸ ਕਮ ਉਹਨਾਂ ਆਰਗੇਨਾਈਜੇਸ਼ਨਸ ਨੂੰ ਜਿਹੜੇ ਕੰਟਰੋਲ ਕਰਦੇ ਸੋਸਾਇਟੀ ਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਹੋਣਾ। ਇਹ ਮੈਂ ਕਹਿਣਾ ਚਾਹ ਰਿਹਾ ਸੀ। ਇਹਦੇ 'ਚ ਇਹ ਗੱਲ ਹੈਗੀ ਹੈ ਕਿ ਮੈਂ ਇਸ ਦੇ ਉੱਤੇ ਜਿਹੜਾ ਆਬਦ ਸਾਹਿਬ ਨੇ ਜਿੱਥੇ ਗੱਲ ਮੁਕਾਈ ਹੈ ਇੱਥੋਂ ਅਗਲੀ ਵਾਰੀ ਸ਼ੁਰੂ ਕਰਾਂਗੇ, ਕਿਉਂਕਿ ਮੇਰਾ ਖਿਆਲ ਕੁਝ ਥੋੜ੍ਹ ਤਰ੍ਹਾਂ ਹੈ ਕਿ ਇਹ ਜਿਹੜੀ ਜਿਹਨੂੰ ਅਸੀਂ ਹੁਣ ਸਕਿੱਲ ਲੈਵਲ ਅਸੀਂ ਸਮਝਦੇ ਹਾਂ ਨਾ ਕਿ ਸਕਿੱਲ ਲੈਵਲ ਵਧਾ ਕੇ ਤੇ ਅਸੀਂ ਆਪਣਾ ਦੁਨੀਆ ਦੇ ਨਾਲ ਚੱਲ ਸਕਦੇ ਹਾਂ, ਇਹਦਾ ਮਾਡਲ ਵੀ ਬਦਲ ਜਾਣਾ ਹੈ ਜਿਹੜੀ, ਔਰ ਇਹ ਕੰਪਲੀਟਲੀ ਬਦਲ ਜਾਣਾ ਹੈ ਕਿ ਸਕਿੱਲ ਲੈਵਲ ਕੀ ਹੁੰਦੀ ਹੈ ਤੇ ਕਿਵੇਂ ਯੂਜ਼ ਹੁੰਦੀ ਹੈ ਤੇ ਉਹਨੂੰ ਵਧਾਉਣਾ ਚਾਹੀਦਾ ਕਿ ਨਹੀਂ ਵਧਾਉਣਾ ਚਾਹੀਦਾ। ਇਹਦੇ ਉੱਤੇ ਇਸ ਤੋਂ ਗੱਲ ਹੀ ਅਗਲੀ ਵਾਰੀ ਅਸੀਂ ਇੱਥੋਂ ਸ਼ੁਰੂ ਕਰਾਂਗੇ ਤੇ ਫਿਰ ਆਬਦ ਸਾਹਿਬ ਨਾਲ ਇਹਦੇ ਉੱਤੇ ਬਹਿਸ ਹੋਏਗੀ। ਤੇ ਮੇਰਾ ਖਿਆਲ ਹੈ ਕਿ ਅੱਜ ਜਿੱਥੇ ਅਸੀਂ ਕਨਕਲੂਡ ਕਰਨੇ ਆ ਤੇ ਹੁਣ ਅਗਲੇ ਆਪਣਾ ਹਾਂ ਮੈਂ ਹੁਣ ਤੁਹਾਨੂੰ ਅਰਜ਼ ਕਰਨਾ ਸੀਗਾ ਕਿ ਅਗਲੇ ਜੁਮੇ ਨੂੰ ਈਦ ਹੈਗੀ ਹੈ ਉੱਥੇ ਪਾਕਿਸਤਾਨ 'ਚ, ਤੇ ਅਗਰ ਤੁਸੀਂ ਮਾਈਂਡ ਨਾ ਕਰੋ ਤੇ ਅਗਲੇ ਜੁਮੇ ਦੀ ਬਜਾਏ ਸੈਚਰਡੇ ਨੂੰ ਕਰ ਲਈਏ ਮੀਟਿੰਗ। ਅਗਰ ਤੁਹਾਡੀ ਕੌਨਫਲਿਕਟ ਨਾ ਹੋਏ ਨਾ ਕਿਸੇ ਹੋਰ ਕਲਾਸ ਲਈ, ਕਿਉਂਕਿ ਫਿਰ ਉਹ ਲੈਕਚਰਸ ਦੀ ਜ਼ੂਮ ਨਾਲ ਮਸਲੇ ਹੋ ਜਾਂਦੇ ਨੇ। ਅਗਰ ਕੋਈ ਓਵਰਲੈਪ ਨਹੀਂ ਹੈ ਤੇ ਫਿਰ ਚਲੋ ਇਹ ਫਿਰ ਅਸੀਂ ਦੇਖ ਕੇ ਮੈਸੇਜ ਕਰ ਦਿਆਂਗੇ ਤੁਹਾਨੂੰ, ਠੀਕ ਹੈ? ओके जी, अच्छा जी, शुक्रिया। डॉक्टर साहब, खुदा हाफिज। ओके जी, अल्लाह हाफिज। अल्लाह हाफिज जी। रब्बक